ਤੁਸੀਂ ਕਹਿੰਦੇ ਹੋਣਾ ਜੀ ਟੈਲੀਵਿਜ਼ਨ ਵਾਲੇ ਭਾਊ ਰੋਜ਼ ਆ ਜਾਂਦੇ ਜੀ, ਕੀ ਕਰੀਏ ਅਸੀਂ ਆਪਣੇ ਸਮੇਂ ਮੁਤਾਬਕ ਆ ਜਾਈਦਾ। ਤੇ ਅੱਜ ਵੀ ਹਾਜ਼ਰ ਹਾਂ, ਪ੍ਰੋਗਰਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਮਿਨਿਸਟਰ ਟੀਵੀ, ਤੇ ਖਬਰਾਂ ਜ਼ਰੂਰ ਬਦਲ ਜਾਂਦੀਆਂ 24 ਘੰਟਿਆਂ 'ਚ। ਅੱਜ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਸ ਵਕਤ ਜੇ ਸਭ ਤੋਂ ਵੱਧ ਕਿਸੇ ਗੱਲ ਦੀ ਚਰਚਾ ਹੈ ਪੰਜਾਬ 'ਚ ਤੇ ਉਹ ਸੰਗਰੂਰ ਵਾਲੀ ਜ਼ਿਮਨੀ ਚੋਣ ਦੀ ਆ, ਤੇ ਉਹਦੇ ਵਿੱਚ ਜਿੰਨੀਆਂ ਵੀ ਧਿਰਾਂ ਨੇ ਉਹ ਸਾਰੀਆਂ ਇੱਕ ਦੂਸਰੇ ਨੂੰ ਨਿਸ਼ਾਨਾ ਬਣਾ ਰਹੀਆਂ। ਦੂਸਰੀ ਗੱਲ ਕਰਾਂਗੇ ਕਿ ਜਿਹੜਾ ਪਿਛਲੇ ਦਿਨੀ ਇੱਕ ਬਿਆਨ ਆਇਆ ਸੀਗਾ, ਜਾਂ ਕਹਿ ਲਓ ਕਿ ਅਨਾਊਂਸਮੈਂਟ ਹੋਈ ਸੀਗੀ ਕੇਂਦਰ ਸਰਕਾਰ ਵਾਲੇ ਪਾਸਿਓਂ, ਉਸੇ ਦਿਨ ਵੀ ਆਪਾਂ ਜ਼ਿਕਰ ਕੀਤਾ ਸੀ ਵੀ ਜਿਵੇਂ ਜਿਵੇਂ ਦਿਨ ਨਿਕਲ ਗਏ ਫਿਰ ਪਤਾ ਲੱਗੂਗਾ ਵੀ ਇਸ ਸਕੀਮ ਦੇ ਨਾਲ ਬਣਨਾ ਕੀ ਆ। ਪਰ ਹੁਣ ਇਹ ਲੱਗਣ ਲੱਗ ਪਿਆ ਕਿ ਵੀ ਉਹ ਸਕੀਮ ਦਾ ਵਿਰੋਧ ਜ਼ਿਆਦਾ ਵਧਣ ਲੱਗ ਪਿਆ। ਫੌਜ ਦੇ ਵਿੱਚ ਭਰਤੀ ਵਾਲੀ ਦੀ ਸਕੀਮ ਦੀ ਗੱਲ ਕਰ ਰਹੇ ਹਾਂ। ਫਿਰ ਕੁਝ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅਪਡੇਟਸ ਨੇ, ਉਹਦਾ ਜ਼ਿਕਰ ਕਰ ਲਵਾਂਗੇ। ਕੁਝ ਹੋਰ ਖਬਰਾਂ ਤੇ ਗੱਲਾਂ ਬਾਤਾਂ ਕਰਨ ਲਈ ਆਪਣੇ ਨਾਲ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਨੇ? ਪੁੱਛਣੀਆਂ ਬਣਦੀਆਂ ਰੋਜ਼? ਨਹੀਂ ਪੁੱਛ, ਤੁਹਾਡਾ ਫਰਜ਼ ਬਣਦਾ। ਆਹ ਨਹੀਂ ਦੱਸਣਾ ਨਾ ਦੱਸਣਾ ਕਿ ਸਾਡਾ 23 ਨੂੰ ਇਲੈਕਸ਼ਨ ਆ ਸੰਗਰੂਰ ਦੀ, ਤੁਹਾਡਾ ਫਰਜ਼ ਬਣਦਾ। ਜਾਣੀ ਬੰਦਾ ਹਲਕੇ ਦਾ ਵੋਟਰ ਹੋਵੇ ਨਾ ਹੋਵੇ, ਜਾਣੀ ਪਰਿਵਾਰ ਦੇ ਮੈਂਬਰਾਂ ਨੂੰ ਇਤਰਾਜ਼ ਹੋ ਸਕਦਾ ਇਸ ਗੱਲ ਤੇ ਕਿ ਇਹਦੀ ਕਿਹੜਾ ਭਾਈ ਸੰਗਰੂਰ ਦੇ ਵਿੱਚ ਵੋਟ ਆ ਜਿਹੜਾ ਇਹਦਾ ਹੱਲ ਪੁੱਛਣਾ। ਪਰ ਤੁਸੀਂ ਲੀਡਰ ਬੰਦੇ ਬੜੀ ਦੂਰ ਅੰਦੇਸ਼ੀ ਵਾਲੇ ਹੁੰਦੇ ਆ। ਤੁਸੀਂ ਲੀਡਰ ਬੰਦੇ ਬੜੀ ਦੂਰ ਦੀ ਸੋਚਦੇ ਹੋ, ਜਿੱਥੇ ਆਮ ਲੋਕਾਂ ਦੀ ਉਡਾਰੀ ਨਹੀਂ ਭਰਦੀ। ਤੁਹਾਨੂੰ ਪਤਾ ਕਿ ਆਪ ਦੀ ਵੋਟ ਨਾ ਹੋ ਕਿਸੇ ਰਿਸ਼ਤੇਦਾਰ ਦੀ ਹੋ, ਕਿਸੇ ਸੱਜਣ ਮਿੱਤਰ ਦੀ ਹੋ, ਹੋਰ ਨਹੀਂ ਕੁਛ ਤਾਂ ਘੱਟੋ ਘੱਟ ਹੋ ਸਕਦਾ। ਜੇ ਬਾਰ-ਬਾਰ ਬੁਲਾਵਾਂਗੇ ਸੋਸ਼ਲ ਮੀਡੀਆ ਤੇ ਬੰਦਾ ਹੋ ਕਹਿ ਦੇ ਦੂ ਕਿ ਭਾਈ ਇਹ ਬੰਦੇ ਵਧੀਆ ਨੇ, ਇਹ ਆਮ ਬੰਦੇ ਦਾ ਹਾਲ ਚਾਲ ਪੁੱਛਦੇ ਨੇ, ਇਹ ਆਮ ਬੰਦੇ ਦੇ ਅੰਗ ਸੰਗ ਰਹਿੰਦੇ ਆ, ਇਹ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਆ। ਦੁੱਖ ਦੇ ਵਿੱਚ ਸ਼ਰੀਕ ਇਸ ਕਰਕੇ ਹੁੰਦੇ ਆ, ਕਿਉਂ ਕਿੱਦਾਂ, ਸੁੱਖ 'ਚ ਇਸ ਕਰਕੇ ਹੁੰਦੇ ਕਿ ਇਹਨੂੰ ਦੁਖੀ ਕਿੱਦਾਂ ਕਰਨਾ। ਹਾਂ ਗੱਲ ਠੀਕ ਹੈ। ਚਲੋ ਇੰਨਾ ਵੀ ਤੁਸੀਂ ਕਿਹਾ ਵੀ ਆਪ ਦੀ ਵੋਟ ਨਾ ਹੋਵੇ, ਇਹੋ ਹੀ ਤਾਂ ਇਸ ਵਕਤ ਜਿਹੜੀਆਂ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕਹਿੰਦੇ ਵੀ ਆਪ ਦੀ ਵੋਟ ਨਾ ਹੋਵੇ ਕਿਤੇ ਯਾਰ, ਰੱਬ ਕਰਕੇ, ਹੈ ਨਾ। ਤੇ ਉਹ ਦੂਜੇ ਪਾਸੇ ਉਹ ਕਹਿੰਦੇ ਵੀ ਯਾਰ ਆਪ ਦੀ ਵੋਟ ਹੋਵੇ, ਉਹ ਕਹਿੰਦੇ ਵੀ ਕਿਤੇ ਤੇ ਹੋਵੇ ਨਾ ਆਪ ਦੀ ਵੋਟ। ਚਲੋ ਆਪ ਦੀ ਵੋਟ ਹੋਵੇ, ਆਪ ਦੀ ਵੋਟ ਨਾ ਹੋਵੇ, ਇੱਧਰਲੇ ਪਾਸੇ ਵੀ ਆਪਾਂ ਚਰਚਾ ਕਰ ਲਵਾਂਗੇ। ਇੱਕ ਨਾ ਐਵੇਂ ਕਿਸੇ ਵੇਲੇ ਨਾ ਐਵੇਂ ਗੱਲ ਦਿਮਾਗ 'ਚ ਆ ਜਾਂਦੀ ਹੈ। ਇੱਕ ਅੱਜ ਸਵੇਰ ਤੋਂ ਇੱਕ ਬੜੀ ਪੋਸਟ ਵਾਇਰਲ ਹੈ, ਉਹ ਟਵਿੱਟਰ 'ਤੇ ਹੈ। ਆਮ ਤੌਰ 'ਤੇ ਬੰਦਾ ਸੋਚਦਾ ਨਾ ਵੀ ਮੈਂ ਯਾਰ ਅਸਤੀਫਾ ਦੇਣਾ ਅਤੇ ਅਸਤੀਫੇ 'ਚ ਕੀ ਲਿਖਣਾ। ਉਹ ਕਿਸੇ ਨੇ ਅਸਤੀਫਾ ਦਿੱਤਾ, ਉੱਤੇ ਲਿਖਿਆ ਡੀਅਰ ਸਰ, ਸਬਜੈਕਟ ਵੀ ਰੈਜ਼ੀਗਨੇਸ਼ਨ ਲੈਟਰ, ਥੱਲੇ ਜਿਹੜਾ ਕੰਟੈਂਟ ਲਿਖਿਆ ਉੱਥੇ ਲਿਖਿਆ ਬਾਏ ਬਾਏ ਸਰ। ਉਹਦੇ 'ਤੇ ਲੋਕ ਬਹੁਤ ਮਤਲਬ ਹੈਰਾਨ ਨੇ ਵੀ ਯਾਰ ਅਸਤੀਫਾ ਹੋਵੇ ਤਾਂ ਇੱਦਾਂ ਦਾ ਹੋਵੇ ਵੀ ਡੀਅਰ ਸਰ ਵਿਸ਼ਾ ਅਤੇ ਨਾਲ ਬਾਏ ਬਾਏ ਸਰ, ਵਿੱਚ ਕੁਛ ਨਹੀਂ। ਅਤੇ ਸਰ ਨੂੰ ਹੀ ਸਮਝ ਲੱਗ ਗਈ ਵੀ ਇਹ ਗਿਆ। ਥੱਲੇ ਬਸ ਦਸਤਖਤ ਕੀਤੇ ਉਹਨੇ ਬੰਦੇ ਨੇ ਆਪਣੇ ਬਕਾਇਦਾ, ਇਹ ਨਹੀਂ ਵੀ ਔਨਲਾਈਨ ਹੈ। ਉਹ ਪਰਚੇ ਦੇ ਉੱਪਰ ਬਕਾਇਦਾ A4 ਸ਼ੀਟ 'ਤੇ ਇੰਨੇ ਅੱਖਰ ਲਿਖੇ ਆ, ਯੂਅਰਸ ਫੇਥਫੁਲੀ ਥੱਲੇ ਘੁੱਗੀ। ਪਤਾ ਹੋਣਾ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਕੰਪਨੀਆਂ ਦੇ ਵਿੱਚ ਕੰਮ ਕਰਦੇ ਆ, ਪਤਾ ਹੋਣਾ ਚਾਹੀਦਾ ਬੰਦੇ ਨੂੰ ਕਿ ਕਿਹੜਾ ਬੰਦਾ ਜਾਣ ਵਾਲਾ, ਕਿਉਂ ਜਾਣ ਵਾਲਾ, ਪਿੱਛੇ ਤਰਕ ਕੀ ਨੇ, ਕਾਰਨ ਕੀ ਨੇ ਕਿ ਭਾਈ ਉਹਦਾ ਢਿੱਡ ਪੂਰਾ ਭਰਦਾ। ਇੱਦਾਂ ਹੀ ਕਈ ਵਾਰੀ ਸਾਨੂੰ ਇੱਦਾਂ ਦੀ ਸੰਕਟ ਜਿਹਾ ਪੈਦਾ ਹੋ ਜਾਂਦੇ ਆ, ਉਹਨਾਂ ਸੰਕਟਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ। ਮੈਂ ਪੰਜਾਬ ਦੇ ਇੱਕ ਸ਼ਹਿਰ ਦਾ ਨਾਂ ਨਹੀਂ ਲੈਣਾ, ਇੱਦਾਂ ਹੀ ਮੇਰੇ ਖਿਆਲ 'ਚ ਆ ਗਈ ਗੱਲ। ਤੁਸੀਂ ਟਵਿੱਟਰ ਤੋਂ ਗੱਲ ਚੱਕੀ, ਮੈਂ ਸੋਸ਼ਲ ਮੀਡੀਆ ਤੋਂ ਚੱਕੀ, ਹੈ ਗੱਲ ਅਸਲੀ। ਸ਼ਹਿਰ ਦਾ ਨਾਂ ਨਹੀਂ ਲੈਣਾ, ਬੰਦੇ ਦਾ ਨਾਂ ਨਹੀਂ ਲੈਣਾ, ਭਾਈਚਾਰੇ ਦਾ ਨਾਂ ਨਹੀਂ ਲੈਣਾ, ਪਰ ਗੱਲ ਬੜੀ ਧਿਆਨ ਦੇ ਨਾਲ ਸਮਝਣ ਵਾਲੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਸੀਂ ਬਲੈਕਮੇਲ ਕਰਨ ਵਾਲੇ ਬੰਦੇ ਫੜੇ ਆ। 2 ਬੀਬੀਆਂ, 2 ਬੰਦੇ, ਕੁੱਲ ਮਿਲਾ ਕੇ 4, 2 ਜਮਾ 2 ਬਰਾਬਰ 4। ਜਦੋਂ ਪਹਿਲੀ ਜਮਾਤ ਦੇ ਵਿੱਚ ਬੱਚਾ ਹੁੰਦਾ ਤੇ ਜੇ ਇੰਨਾ ਸਵਾਲ ਕੱਢਦਾ ਤਾਂ 5 ਚੋਂ 5 ਨੰਬਰ ਮਿਲਦੇ ਆ। ਬਲੈਕਮੇਲਿੰਗ ਕਰਦੇ ਸੀ, ਪੈਸੇ ਮੰਗਦੇ ਸੀ ਉਹਨਾਂ ਤੋਂ, ਹੁਣ ਡਿੱਕੇ ਆ ਗਏ। ਉਹ ਕਹਿੰਦੇ ਜੀ ਟੈਲੀਫੋਨ ਕਰਦੇ ਸੀ, ਜਿਹੜੇ ਬੰਦੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ ਕਿ ਭਾਈ ਅਸੀਂ ਸਿਆਣੇ ਆ, ਅਸੀਂ ਦੱਸ ਦਿੰਨੇ ਆ ਕਿ ਭਾਈ ਇਹ ਚੀਜ਼, ਆ ਲੋਹਾ ਤੁਹਾਡੇ ਲਈ ਸੈੱਟ ਬੈਠੂ, ਆ ਲੱਕੜ ਤੁਹਾਡੇ ਲਈ ਸੈੱਟ ਬੈਠੂ, ਆ ਘਰ ਤੁਹਾਡੇ ਲਈ ਸੈੱਟ ਬੈਠੂ, ਆ ਕਾਰ, ਆ ਸਕੂਟਰ, ਆ ਮੋਟਰਸਾਈਕਲ ਤੁਹਾਡੇ ਲਈ ਸੈੱਟ ਬੈਠੂ, ਆ ਰਿਸ਼ਤਾ ਤੁਹਾਡੇ ਲਈ ਠੀਕ ਬੈਠੂ। ਮਤਲਬ ਹੈ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਹਿਸਾਬ ਕਿਤਾਬ ਜਿਹਾ ਲਾ ਕੇ ਜਿਹੜਾ ਵੀ ਹੁੰਦਾ ਹੈ ਭਵਿੱਖ ਦੇ ਵਿੱਚ ਕਿਹੜੀ ਚੀਜ਼ ਠੀਕ ਬੈਠੂ ਤੇ ਕਿਹੜੀ ਚੀਜ਼ ਠੀਕ ਨਹੀਂ ਬੈਠੂ, ਉਹਦਾ ਹਿਸਾਬ ਲਾਉਣਾ ਹੁੰਦਾ। ਉਹ ਫਗਵਾੜੇ ਇਲਾਕੇ ਦੇ ਵਿੱਚ 4 ਜਣੇ ਕਰਦੇ ਕੀ ਸੀ, ਜਿਹੜੇ ਬੰਦੇ ਇੱਦਾਂ ਪ੍ਰਚਾਰ ਕਰਦੇ ਸੀ ਵੀ ਅਸੀਂ ਦੱਸ ਦਿੰਨੇ ਆ ਭਾਈ ਸਾਡੇ ਕੋਲੇ ਆਇਆ ਕਰੋ, ਵਾਜੋ ਫੀਸ ਜਾਂ ਚੜਾਵਾ ਜਿੰਨਾ ਵੀ ਚੜਾਉਣਾ ਚੜਾ ਦਿਓ, ਕੋਈ ਗੱਲ ਨਹੀਂ। ਉਹਨਾਂ ਨੂੰ ਟੈਲੀਫੋਨ ਕਰਦੇ ਸੀ ਜੀ ਕਿ ਅਸੀਂ ਕਰ ਲੈਣਾ ਹੈ, ਅਸੀਂ ਕਰ ਲੈਣਾ, ਤਾਂ ਤੁਸੀਂ ਮਾੜਾ ਜਿਹਾ ਆ ਕੇ ਸਾਨੂੰ ਦੱਸਿਓ ਕਿ ਠੀਕ ਬੈਠੂਗਾ, ਫਿੱਟ ਬੈਠੂਗਾ, ਤੇ ਤੁਹਾਡਾ ਸ਼ਰਧਾ ਮੂਜਬ ਜੋ ਵੀ ਤੁਹਾਡੀ ਬਣਦੀ ਹੈ ਪੈਸੇ ਟਕੇ ਦੀ ਭੇਟਾ ਕਹਿ ਲਓ, ਜੋ ਵੀ ਹੈ, ਕਿ ਅਸੀਂ ਤੁਹਾਨੂੰ ਦਿਆਂਗੇ ਜ਼ਰੂਰ। ਉਹ ਕਹਿੰਦੇ ਜੀ ਘਰ ਸੱਦ ਲੈਂਦੇ ਸੀ ਤੇ ਉਹ ਉਹਨਾਂ ਨੂੰ ਉਹਨਾਂ ਦਾ ਭਵਿੱਖ ਦੱਸਣ ਜਾਂਦੇ ਸੀ ਕਿ ਇਹ ਤੁਹਾਡੇ ਲਈ ਠੀਕ ਬੈਠੂ ਕਿ ਨਹੀਂ। ਤੇ ਉੱਥੇ ਜਾ ਕੇ ਉਹ ਫਿਰ ਕਹਿੰਦੇ ਜੀ ਧੱਕੇ ਨਾਲ ਹੀ ਉਹਨਾਂ ਦੀਆਂ ਵੀਡੀਓ ਬਣਾ ਲੈਂਦੇ ਸੀ। ਵੀਡੀਓ ਬਣਾ ਕੇ ਕਹਿੰਦੇ ਸੀ ਕਿ ਹੁਣ ਫਿਰ ਆਹੋ ਇੰਨੇ ਕੁ ਇੱਥੇ ਰੱਖ ਜਾ, ਤੇ ਲਗਾਤਾਰ ਹੀ ਫਿਰ ਉਹਨਾਂ ਤੋਂ ਪੈਸੇ ਵਸੂਲਦੇ ਸੀ ਉਹ, ਕਿ ਨਹੀਂ ਤਾਂ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿਆਂਗੇ। ਬਲੈਕਮੇਲਿੰਗ ਕਰਦੇ ਸੀ ਉਹਨਾਂ ਨੂੰ। ਹੁਣ ਉਹਨਾਂ ਦੇ ਵਿੱਚੋਂ ਇੱਕ ਨੇ ਹਿੰਮਤ ਕੀਤੀ ਜੀ ਮੇਰੇ ਨਾਲ ਤਾਂ ਆਹ ਕੁਛ ਹੋ ਗਿਆ, ਮੈਨੂੰ ਸੱਦਿਆ ਤੇ ਇਸ ਕਰਕੇ ਸੀ
ਕਿ ਭਾਈ ਅਸੀਂ ਆ ਘਰ ਲੈਣਾ ਜਾਂ ਦੇਖਿਓ ਕਿ ਠੀਕ ਬੈਠੂਗਾ, ਹਿਸਾਬ ਕਿਤਾਬ ਜਿਹਾ ਲਾ ਕੇ ਕਿ ਤੁਹਾਡਾ ਭਵਿੱਖ ਦੇ ਵਿੱਚ ਕਿੰਨਾ ਵਧੀਆ। ਤੇ ਕਹਿੰਦੇ ਜੀ ਮੇਰੇ ਨਾਲ ਤਾਂ ਉੱਥੇ ਆਹ ਕੁਛ ਹੋ ਗਿਆ, ਮੇਰੀ ਉੱਥੇ ਵੀਡੀਓ ਬਣਾ ਲਈ ਉਹਨਾਂ ਨੇ, ਤੇ ਵੀਡੀਓ ਬਣਾ ਕੇ ਕਹਿੰਦੇ ਜੀ ਵਾਇਰਲ ਕਰ ਦਿਆਂਗੇ, ਬਲੈਕਮੇਲਿੰਗ ਕਰਦੇ, ਰੁਪਈਏ ਟਕੇ ਠੱਗ ਵੀ ਲੈ। ਪੁਲਿਸ ਵਾਲਿਆਂ ਨੇ ਮੁਕੱਦਮਾ ਦਰਜ ਕੀਤਾ, 2 ਬੀਬੀਆਂ ਤੇ 2 ਬੰਦੇ ਫੜ ਕੇ ਅੰਦਰ ਦੇ ਦਿੱਤੇ। ਪਰ ਸਵਾਲ ਇੱਥੇ ਉਹੀ ਖੜਾ ਕਿ ਆਪਾਂ ਜਦੋਂ ਲੋਕਾਂ ਦਾ ਭਵਿੱਖ ਦੱਸਣ ਜਾਂਦੇ ਆ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ 20 ਮਿੰਟਾਂ ਬਾਅਦ ਸਾਡੇ ਨਾਲ ਕੀ ਇਹ ਵੀ ਗੱਲ ਨੋਟ ਕਰਨ ਵਾਲੀ ਹੈ। ਸੋ ਇਹ ਸ਼ੁਰੂ ਚਲੋ ਇਹ ਗੱਲਾਂ ਆਪਾਂ ਜ਼ਿਕਰ ਕਰ ਲਈਏ। ਇੱਕ ਹੋਰ ਅੱਜ ਕੱਲ੍ਹ ਬੜੀ ਚਰਚਾ ਸੋਸ਼ਲ ਮੀਡੀਆ ਤੇ ਉਸ ਚੀਜ਼ ਦੀ ਜੀ ਕਿ ਠੱਗੀ ਮਾਰਨ ਦੇ ਅਲੱਗ-ਅਲੱਗ ਤਰੀਕੇ ਆ, ਉਹ ਤੋਂ ਬਚੋ ਜੀ। ਇੱਕ ਤਾਂ ਇਹ ਹੈ ਕਿ ਵੀ ਕੁਝ ਥਾਵਾਂ ਤੇ ਫੋਨ, ਕਿਉਂਕਿ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਜੀ ਤੇ ਬਾਹਰ ਅੰਦਰ ਗਿਆ, ਖਾਸ ਕਰਕੇ ਨਿੱਕੇ ਨਿਆਣੇ ਪੜ੍ਹਨ ਦੇ ਲਈ, ਜੇ ਕੋਈ ਧੀ ਪੁੱਤ ਬਾਹਰ ਗਿਆ ਤੇ ਹੁਣ ਪੇਰੈਂਟਸ ਦਾ ਧਿਆਨ ਤੇ ਉੱਧਰ ਹੀ ਹੁੰਦਾ ਵੀ ਠੀਕ ਹੋਵੇ, ਸਹੀ ਕੰਮ ਤੋਂ ਆ ਗਿਆ ਸੀ ਜਾਂ ਆ ਗਈ ਸੀ ਘਰੇ, ਇਸ ਕੋਲ ਨੂੰ ਫਿਰ ਉਹ ਸੌਂ ਜਾਂਦੀ, ਕਹਿੰਦੀ ਮੈਂ ਥੱਕ ਗਈ ਆ, ਹੈ ਨਾ, ਹੁਣ ਫੋਨ ਬੰਦ ਕਰ ਲਿਆ। ਉਦੋਂ ਜੋ ਦਿਨੇ, ਕਿਉਂਕਿ ਉੱਧਰ ਦਿਨ ਹੁੰਦਾ, ਉੱਧਰੋਂ ਫੋਨ ਕਰਦੇ, ਉਹ ਕਹਿੰਦੇ ਵੀ ਅਸੀਂ ਤਾਂ ਮਹਾਰਾਜ ਇੱਧਰੋਂ ਬੋਲਦੇ ਹਾਂ ਤੇ ਜਵਾਕ ਤੁਹਾਡਾ ਅਸੀਂ ਫੜ ਲਿਆ, ਇਹ ਤਾਂ ਸਮਗਲਿੰਗ ਕਰਦਾ ਸੀ ਜਾਂ ਕੁਛ ਵੀ ABC ਕੰਮ ਸੀਗਾ ਇਹਦਾ, ਤੇ ਇਹਦੀ ਜਾਂ ਤਾਂ ਤੁਹਾਨੂੰ ਉਹ ਜਿਹੜਾ ਬੌਂਡ ਜਿਹਾ ਭਰ ਕੇ ਨੂੰ ਛਡਾਉਣਾ ਪੈਣਾ, ਨਹੀਂ ਤੇ ਫਿਰ ਇਹ ਤਾਂ ਖਤਮ ਆ ਇਹਦਾ ਭਵਿੱਖ। ਹੁਣ ਪੇਰੈਂਟਸ ਡਰ ਜਾਂਦੇ ਆ। ਹੁਣ ਦੂਜੀ ਗੱਲ ਇਹ ਵੀ ਹੈ ਵੀ ਰਾਤ ਇੱਧਰ ਹੋਣੀ ਹੈ, ਹੁਣ ਜਵਾਕ ਸੁੱਤਾ, ਫੋਨ ਉਹਦਾ ਬੰਦ ਹੈ, ਨਹੀਂ ਲੱਗਦਾ, ਜੋ ਮੰਨ ਲਓ ਟਰਾਈ ਵੀ ਕਰਨ ਤੇ ਨਹੀਂ ਲੱਗਣਾ, ਤੇ ਬਹੁਤਾ ਕਰਕੇ ਕਹਿੰਦੇ ਵੀ ਉਹ ਇਸ ਠੱਗੀ ਦੇ ਵਿੱਚ ਆਪਣੇ ਜਿਹੜੇ ਪੈਸੇ ਧੇਲੇ ਉਹ ਲੁਟਾ ਬੈਂਦੇ। ਇੱਕ ਤੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਵੀ ਭਾਈ ਇਹੋ ਜਿਹਾ ਕੋਈ ਜੇ ਕੁਛ ਆਵੇ ਤੇ ਵੈਰੀਫਾਈ ਜ਼ਰੂਰ ਕਰ ਲਿਆ ਜਾ। ਨਹੀਂ ਜ਼ਰੂਰੀ ਹੈ ਜੀ। ਇੱਧਰ ਵੀ ਜਿਹੜੇ ਬੱਚੇ ਨਵੇਂ ਸਟੂਡੈਂਟ ਆਉਂਦੇ ਆ ਪੜ੍ਹਨ, ਕੋਈ ਵਰਕ ਪਰਮਿਟ ਤੇ ਆਉਂਦਾ, ਬਜ਼ੁਰਗ ਆਉਂਦੇ ਆ, ਕਈ ਵਾਰੀ ਉਹਨਾਂ ਨੂੰ ਵੀ ਕਾਲ ਕਰਕੇ ਠੱਗ ਲੈਂਦੇ ਆ ਕਿ ਹੁਣੇ ਜਾਓ ਮਸ਼ੀਨ ਤੇ, ਹੁਣੇ ਆ ਪੈਸੇ ਇੱਦਾਂ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਪਰਚਾ ਹੋ ਜਾਣਾ, ਤੁਹਾਡੇ ਖਿਲਾਫ ਠੱਗੀ ਦਾ ਬਹੁਤ ਵੱਡਾ ਕੇਸ ਹੋ ਜਾਣਾ, ਤੁਹਾਨੂੰ ਤਾਂ ਵਾਪਸ ਭੇਜ ਦਿੱਤਾ ਜਾਊਗਾ। ਕੋਈ ਵੀ ਇੱਦਾਂ ਦੀ ਕਾਲ ਆਉਂਦੀ ਆ, ਕੋਈ ਵੀ ਆਪਦਾ ਨੰਬਰ ਲਿਖਾਉਣ ਦੀ ਲੋੜ ਨਹੀਂ, ਕਿਸੇ ਨੂੰ ਪੈਸੇ ਟਕੇ ਟ੍ਰਾਂਸਫਰ ਕਰਨ ਦੀ ਲੋੜ ਨਹੀਂ, ਕਿਉਂਕਿ ਜਦੋਂ ਅਫੀਸ਼ੀਅਲੀ ਕੋਈ ਕਾਰਵਾਈ ਹੋਣੀ ਉਹ ਤੁਹਾਨੂੰ 1 2 3 ਮੌਕੇ ਦਿੰਦੇ, ਤੁਹਾਨੂੰ ਪਤਾ ਲੱਗਣਾ। ਕਿਸੇ ਨਾਲ ਵਿਚਾਰ ਜ਼ਰੂਰ ਸਾਂਝੇ ਕਰੋ, ਡਰੋ ਨਾ ਉਸ ਵੇਲੇ। ਕੱਖ ਨਹੀਂ ਜੇ ਹੋਣ ਲੱਗਾ ਤੇ ਅਸੀਂ ਇੱਕ ਵਾਰੀ ਸੁਨੇਹਾ ਫੇਰ ਦੇ ਦਿੰਦੇ ਆ ਕਿ ਭਾਈ ਗਰਮੀਆਂ, ਬਹੁਤ ਸਾਰੇ ਸਾਡੇ ਬੱਚੇ ਨੌਜਵਾਨ ਜਿਹੜੇ ਨਵੇਂ ਆਉਂਦੇ ਆ, ਉਹ ਫਿਰ ਇਹਨਾਂ ਦਿਨਾਂ ਦੇ ਵਿੱਚ ਇੱਥੇ, ਕਿਉਂਕਿ ਸਮੁੰਦਰ ਦਾ ਕੰਢਾ ਵੀ ਆ, ਬਹੁਤ ਸਾਰੀਆਂ ਝੀਲਾਂ ਵੀ ਨੇ, ਬਹੁਤ ਸਾਰਾ ਹੋਰ ਪਾਣੀ ਨਾਲ ਸੰਬੰਧਿਤ ਅਮਲਾ ਫੈਲਾ ਜਿਹਾ ਹੈਗਾ ਕਿ ਉੱਥੇ ਜਾ ਕੇ ਜੇ ਨਹੀਂ ਤੈਰਨਾ ਆਉਂਦਾ, ਡੂੰਘੇ ਪਾਣੀ 'ਚ ਨਹੀਂ ਜਾਣਾ, ਫੋਟੋ ਖਿਚਾਉਣ ਦੇ ਚੱਕਰ ਦੇ ਵਿੱਚ ਕਿਤੇ ਘਰਾਂ ਦੇ ਵਿੱਚ ਮਾਤਮ ਨਾਸ਼ ਆ ਜਾਣ। ਪਿਛਲੇ ਸਮੇਂ 'ਚ ਘਟਨਾਵਾਂ ਘਟੀਆਂ ਨੇ। ਨਹੀਂ ਹੁੰਦਾ ਰਿਹਾ, ਕਿਉਂਕਿ ਆਪਾਂ ਉਦੋਂ ਇੱਕ ਆਮ ਚਲੋ ਪਿੰਡਾਂ ਵਾਲਾ ਸ਼ਬਦ ਵਰਤਾਂ ਵੀ ਚੌੜ 'ਚ ਇਹ ਕੰਮ ਕਰ ਲੈਂਦੇ, ਲੈ ਸੈਲਫੀ ਹੁਣ ਇੱਦਾਂ ਕਿੱਦਾਂ, ਆ ਜਾਓ ਫਿਰ ਇੱਧਰ ਨੂੰ। ਉਹ ਗੱਲ ਹੋਰ ਹੁੰਦੀ ਆ ਜਦੋਂ ਆਪਾਂ ਓਪਰੇ ਥਾਂ ਤੇ ਜਾਂਦੇ, ਆਪਾਂ ਨੂੰ ਪਤਾ ਨਹੀਂ ਗਾਂ ਪਾਣੀ ਡੂੰਘਾ ਕੀ ਆ ਕੀ ਨਹੀਂ, ਇਸ ਕਰਕੇ ਇਸ ਚੀਜ਼ ਤੋਂ ਵੀ ਬਚਣਾ ਚਾਹੀਦਾ। ਸੋ ਇਹ ਤੇ ਹੋ ਗਈਆਂ ਸ਼ੁਰੂਆਤੀ ਗੱਲਾਂ ਜੀ। ਹੁਣ ਆਪਾਂ ਗੱਲ ਇਹ ਕੰਮ ਦੀਆਂ ਗੱਲਾਂ, ਇਹਦਾ ਮਤਲਬ ਇਹ ਸਾਰੀਆਂ ਕੰਮ ਦੀਆਂ ਨਹੀਂ ਜੀ, ਮੈਂ ਕਿਹਾ ਤੇ ਨਹੀਂ। ਦੇਖੋ ਉਹ ਆਪਣੇ ਕੰਮ ਦੀਆਂ ਹੀ, ਕਿਉਂਕਿ ਸਿਆਸੀ ਗੱਲ ਕੋਈ ਨਹੀਂ ਕੀਤੀ, ਤੁਹਾਡੇ ਕੰਮ ਦੀ ਨਹੀਂ। ਇਹ ਵੀ ਗੱਲ ਠੀਕ ਆ। ਸੋ ਜਿੰਨਾ ਹੋ ਸਕੇ ਜੀ ਬਚਣ ਦੀ ਲੋੜ ਆ। ਮੈਂ ਸ਼ੁਰੂ ਕਰਦਾ ਹੀ। ਨਹੀਂ ਕਰੋ ਮੈਂ ਸ਼ੁਰੂ ਕਰਦਾ ਹੀ, ਕਿਉਂਕਿ ਅਜੇ ਤੁਹਾਨੂੰ ਸੁਣਨੀ ਪੈਣੀ 23 ਤਰੀਕ ਤੱਕ, ਬਾਅਦ 'ਚ ਤਾਂ ਅਸੀਂ ਸੁਣਨੀ। ਚਲੋ ਸੁਣਾ ਲਓ ਫਿਰ। ਆਹੋ ਫਿਰ ਸੰਧਾਲੀਆ ਸਾਹਿਬ, ਇੱਕ ਗੱਲ ਨਹੀਂ ਸਮਝ ਆਈ ਅਜੇ ਤੱਕ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਵਿੱਚੇ ਲੈ ਕੇ ਆਵਾਂਗੇ, ਇਹ ਨਹੀਂ ਕਿ ਬਾਹਰ ਲੈ ਕੇ ਆਉਣਾ, ਜਿੱਥੇ ਹੈਗੇ ਉੱਥੇ ਹੀ ਰਹਿਣਗੇ ਉਹ। ਹੁਣ ਤੱਕ ਪਿਛਲੇ 10-12 ਸਾਲਾਂ ਦੇ ਵਿੱਚ, ਜੇ ਕਿਸੇ ਹੋਰ ਸੱਜਣ ਨੂੰ ਚੇਤਾ ਹੋਵੇ ਤਾਂ ਉਹ ਦੱਸ ਦੇਣਾ, 10-12 ਸਾਲਾਂ ਦੇ ਵਿੱਚ ਇੱਕੋ ਹੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਜਦੋਂ ਸਥਾਨਕ ਸਰਕਾਰਾਂ ਮਹਿਕਮਾ ਸੀਗਾ, ਉਦੋਂ ਉਹਨਾਂ ਨੇ ਇੱਕ ਵਾਰੀ ਕਿਹਾ ਸੀ, ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੀ 2 ਵਾਰੀ ਵਿਰੋਧ ਕੀਤਾ ਕਿ ਆਹ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੇ, ਇਹਨਾਂ ਨੂੰ ਇੱਦਾਂ ਹੀ ਤੁਸੀਂ ਕਾਨੂੰਨੀ ਰੂਪ ਨਾ ਦਿਓ। ਉਹ ਕਹਿੰਦੇ ਜੀ ਆਹ ਦੇਖੋ, ਪਲਾਟ ਨਜਾਇਜ਼ ਹੀ ਕੱਟ ਦਿੱਤੇ। ਪਹਿਲੀ ਗੱਲ ਹੈ ਕਿ ਸਰਕਾਰ ਨੂੰ ਫੀਸ ਨਹੀਂ ਦਿੱਤੀ। ਦੂਸਰਾ, ਲੋਕਾਂ ਨੂੰ ਪਲਾਟ ਵੇਚ ਦਿੱਤੇ, ਲੋਕਾਂ ਨੇ ਉੱਪਰ ਘਰ ਪਾ ਲਿਆ, ਨਾ ਉੱਥੇ ਪਾਰਕ ਆ, ਨਾ ਉੱਥੇ ਗੱਡੀਆਂ ਖੜੀਆਂ ਕਰਨ ਨੂੰ ਥਾਂ ਆ, ਨਾ ਉੱਥੇ ਟਰੀਟਮੈਂਟ ਪਲਾਂਟ ਲਾਇਆ ਕਿ ਜਿਹੜਾ ਉਹਨਾਂ ਘਰਾਂ ਦਾ ਵੇਸਟ ਪਾਣੀ ਆਉਣਾ ਕਿ ਆਪਾਂ ਨੂੰ ਟਰੀਟ ਕਰਕੇ ਸ਼ੁੱਧ ਕਰਕੇ ਅੱਗੇ ਵਰਤ ਸਕੀਏ, ਨਾ ਉੱਥੇ ਸੜਕਾਂ ਇੰਨੀਆਂ ਚੌੜੀਆਂ, ਨਾ ਸਟਰੀਟ ਲਾਈਟਾਂ, ਨਾ ਉੱਥੇ ਦਰਖਤ ਲਾਉਣ ਨੂੰ ਕੋਈ ਪ੍ਰਬੰਧ ਆ ਜਿਹਦੇ ਨਾਲ ਕਿ ਗ੍ਰੀਨਰੀ ਵੀ ਰਹੇ। ਅੱਜ ਰੌਲਾ ਪੈਂਦਾ ਨਾ ਕਿ 500 ਦਾ ਦਰਖਤ ਵੜਾਤਾ। ਬਾਕੀ ਸਾਰਿਆਂ ਨੇ ਵਿਰੋਧ ਕੀਤਾ ਸੀ। ਗੱਲ ਨਵਜੋਤ ਸਿੰਘ ਸਿੱਧੂ ਦੀ 100% ਦੀ ਵਾਜਬ ਸੀ ਕਿ ਸ਼ਹਿਰੀਕਰਨ ਤਾਂ ਹੋ ਰਿਹਾ ਕਿ ਕਲੋਨੀਆਂ ਤਾਂ ਰੈਗੂਲਰ ਕਰਨੀਆਂ ਚਾਹੀਦੀਆਂ, ਪਰ ਜੇ ਬੇਸਿਕ ਫੈਸਿਲਿਟੀਆਂ ਹੀ ਨਾ ਹੋਈਆਂ, ਸੀਵਰੇਜ ਹੈ ਨਹੀਂ, ਉਹ ਕਹਿੰਦੇ ਜੀ ਕੱਲ ਨੂੰ ਅੱਜ ਤਾਂ ਉੱਥੇ ਕੋਈ ਰਹਿੰਦਾ ਨਹੀਂ, ਕੱਲ ਨੂੰ ਲੋਕਾਂ ਨੇ ਘਰਾਂ ਦੇ ਵਿੱਚ ਸ਼ਿਫਟ ਹੋ ਜਾਣਾ, ਉਹ ਘਰਾਂ ਦੇ ਵਿੱਚ ਲੋਕਾਂ ਨੇ ਨਹਾਉਣਾ ਵੀ ਹੈ, ਲੋਕਾਂ ਨੇ ਰਸੋਈ 'ਚ ਵੀ ਪਾਣੀ ਵਰਤਣਾ, ਲੋਕਾਂ ਨੇ ਕਾਰਾਂ ਵੀ ਧੋਣੀਆਂ, ਲੋਕਾਂ ਨੇ ਫਰਸ਼ ਵੀ ਧੋਣੇ ਆ, ਪਾਣੀ ਜਾਊਗਾ ਕਿੱਧਰ ਨੂੰ? ਪਾਣੀ ਦੀ ਕਿਤੇ ਢਾਲ ਹੀ ਹੈ ਨਹੀਂ ਕਿਸੇ ਪਾਸੇ, ਉਹ ਸੀਵਰੇਜ ਦਾ ਕਿਤੇ ਕਨੈਕਸ਼ਨ ਹੀ ਨਹੀਂ ਜੁੜਦਾ, ਮੁੜ ਕੇ ਪਾਣੀ ਦੇ ਛੱਪੜ ਲੱਗਣਗੇ। ਆਪਾਂ ਕਲੋਨੀਆਂ ਵਾਜਬ ਕਰ ਦਈਏ, ਕਾਨੂੰਨੀ ਕਰ ਦਈਏ, ਜਾਣਾ ਕਿੱਧਰ ਆ? ਬਾਕੀ ਸਾਰੇ ਕਹਿੰਦੇ ਲੈ ਇੱਦਾਂ ਕਿੱਦਾਂ ਵੋਟਾਂ ਖਰਾਬ ਹੋਣਗੀਆਂ, ਇੱਦਾਂ ਥੋੜ੍ਹੀ ਹੈ। ਹਾਲਾਂਕਿ ਉਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਸੀ। ਅਸੀਂ 100% ਦੀ ਉਹਨਾਂ ਲੋਕਾਂ ਦੀ ਸਮੱਸਿਆ ਸਮਝਦੇ ਹਾਂ ਜਿਨ੍ਹਾਂ ਨੂੰ ਪਲਾਟ ਵੇਚੇ ਗਏ, ਉਹਨਾਂ ਨੇ ਸਾਰੀ ਉਮਰ ਦੀ ਕਮਾਈ ਲਾ ਕੇ ਉੱਥੇ ਘਰ ਬਣਾ ਲਿਆ। ਜਿਨ੍ਹਾਂ ਨੂੰ ਘਰ ਬਣਾ ਕੇ ਵੇਚੇ ਗਏ, ਉਹਨਾਂ ਨੇ ਸਾਰੀ ਉਮਰ ਦੀ ਕਮਾਈ ਤੇ ਕਰਜ਼ਾ ਚੱਕ ਕੇ ਘਰ ਲੈ ਲਿਆ, ਕਿਤੇ ਸੁੱਖ ਦਾ ਸਾਹ ਲਿਆ ਕਿ ਚਲੋ ਸ਼ੁਕਰ ਹੈ
20 ਸਾਲ ਪੈਸੇ ਇਕੱਠੇ ਕੀਤੇ, ਆਪਦੇ ਘਰ 'ਚ ਆਏ ਆ, ਛੱਤ ਆਪਦੀ ਹੋਈ ਹੈ, ਪਾਠ ਕਰਾ ਲਿਆ ਲੋਕਾਂ ਨੇ, ਅਰਦਾਸਾਂ ਕਰਾ ਲਈਆਂ, ਉੱਥੇ ਸਾਰਿਆਂ ਨੂੰ ਸੱਦ ਕੇ ਗ੍ਰਹਿ ਪ੍ਰਵੇਸ਼ ਕਰ ਲਿਆ। ਪਰ ਮੁੜ ਕੇ ਜੇ ਕਹੀਏ ਕਿ ਭਾਈ ਉਹ ਘਰਾਂ ਦਾ ਕੁਝ ਬਣਨਾ ਨਹੀਂ, ਗੱਲ ਦੂਜੇ ਪਾਸੇ ਨੂੰ ਚਲੇ ਗਈ, ਮਾੜੀ ਹੈ। ਪਰ ਪਿਛਲੇ 15 ਸਾਲਾਂ ਤੋਂ ਲਗਾਤਾਰ ਗੈਰ ਕਾਨੂੰਨੀ ਕਲੋਨੀਆਂ ਬਣਦੀਆਂ ਰਹੀਆਂ, ਸ਼ਹਿਰਾਂ ਦੇ ਆਸ-ਪਾਸ ਬੋਰਡ ਲੱਗਦੇ ਰਹੇ, ਰਜਿਸਟਰੀਆਂ ਹੁੰਦੀਆਂ ਰਹੀਆਂ, ਬਿਆਨੇ ਹੁੰਦੇ ਰਹੇ, ਨੀਤੀ ਕੋਈ ਐਸੀ ਨਾ ਬਣੀ ਹਰ 2 ਸਾਲੀ ਇਹਦੀ ਤਾਂ ਰਜਿਸਟਰੀ ਨਹੀਂ ਹੁੰਦੀ, ਆਹ ਤਾਂ ਗੈਰ ਕਾਨੂੰਨੀ ਆ ਜੀ, ਲੋਕ ਤੰਗ ਰਹੇ। ਹੁਣ ਇੱਕ ਵਾਰੀ ਫਿਰ ਕੰਮ ਸ਼ੁਰੂ ਹੋਇਆ। ਇਹ ਗੱਲ ਹੈਗੀ ਆ, ਇਹ ਬੜਾ ਮੇਰਾ ਖਿਆਲ ਪਿਛਲੇ ਦਿਨ ਜਿਹੜਾ ਰੌਲਾ ਰੱਪਾ ਰਿਹਾ ਸੀਗਾ, ਉਹ ਹੜਤਾਲਾਂ ਵਾਲਾ ਵੀ ਤੇ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਰੋਕਾਂ ਟੋਕਾਂ ਵਾਲਾ ਜੀ, ਵੀ ਇੱਦਾਂ ਕਿੱਦਾਂ ਉੱਦਾਂ ਕਿੱਦਾਂ, ਉਹਦੇ 'ਚ ਬਹੁਤ ਕੁਝ ਸੀਗਾ। ਕਿਉਂਕਿ ਕਾਰਨ ਇਹ ਆ ਵੀ ਜਿਹੜਾ ਤੇ ਅਧਿਕਾਰੀ ਹੈ, ਜਿਸ ਅਧਿਕਾਰੀ ਦੇ ਅੰਦਰ ਉਹ ਸਾਰਾ ਕੁਝ ਆਉਂਦਾ, ਉਹ ਕਹਿੰਦਾ ਵੀ ਮਹਾਰਾਜ ਮੈਨੂੰ ਜੋ ਹੁਕਮ ਹੈ ਉਹਦੇ ਹਿਸਾਬ ਨਾਲ ਚੱਲਣਾ ਜੀ। ਉਹ ਕਹਿੰਦੇ ਯਾਰ ਹੁਕਮ ਵਾਲੀ ਕਿਹੜੀ ਗੱਲ, ਵੀ ਪਹਿਲਾਂ ਵੀ ਤਾਂ ਇੱਦਾਂ ਹੋਇਆ ਹੀ ਆ। ਉਹ ਕਹਿੰਦੇ ਜੀ ਪਹਿਲਾਂ ਜਿਨ੍ਹਾਂ ਨੇ ਕੀਤਾ ਸੀਗਾ ਉਹ ਬਦਲ ਗਏ, ਹੁਣ ਉਹ ਕਹਿੰਦੇ ਵੀ ਇਹਦੀ ਬਜਾਏ ਆਹ ਚੀਜ਼ ਚਾਹੀਦੀ ਹੈ। ਹੁਣ ਅਗਲਾ ਬੰਦਾ, ਜਿਹੜਾ ਵੀ ਬੰਦਾ, ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਬੰਦਾ ਵਿਚਾਰਾ ਪੈਸਾ ਧੇਲਾ ਲੈ ਕੇ ਉੱਥੇ ਪਹੁੰਚਿਆ ਪੜਿਆ ਹੁੰਦਾ, ਉਹ ਕਹਿੰਦਾ ਵੀ ਮੇਰਾ ਇਹਦੇ 'ਚ ਕੀ ਕਸੂਰ ਹੈ। ਇਹ ਮੇਰੇ ਖਿਆਲ ਨਾਲ ਗੱਲ ਤੁਹਾਡੀ ਜਾਇਜ਼ ਹੈ ਵੀ ਜੇ ਦਹਾਕਿਆਂ ਤੋਂ ਕੋਈ ਚੀਜ਼ ਚੱਲ ਰਹੀ ਸੀ, ਆਪਾਂ ਉਧਰ ਨਹੀਂ ਦੇਖ ਰਹੇ ਤੇ ਨਹੀਂ ਦੇਖ ਰਹੇ, ਤੇ ਸ਼ਾਇਦ ਉਹ ਵੀ ਇੱਕ ਕਾਰਨ ਸੀਗਾ ਵੀ ਜੇ ਨਹੀਂ ਦੇਖ ਰਹੇ ਤੇ ਫਿਰ ਅੱਜ ਦੀ ਡੇਟ ਦੇ ਵਿੱਚ ਹਰੇਕ ਬੰਦਾ ਕਹਿੰਦਾ ਯਾਰ ਪ੍ਰਾਪਰਟੀ ਨਹੀਂ ਉੱਠਦੀ ਜੀ। ਪ੍ਰਾਪਰਟੀ ਕਾਹਦੇ ਨਾਲ ਉੱਠੇ? ਪ੍ਰਾਪਰਟੀ ਜਿਹੜੀ ਆ ਪ੍ਰਾਪਰਟੀ ਦੇ ਹਿਸਾਬ ਦੀ ਬਣਾਈ ਉਹ ਤੇ ਫੇਰ ਹੀ ਉੱਠੇ ਨਾ। ਜਦ ਲੱਤਾਂ ਤੋੜ ਕੇ ਲੰਮੀ ਪਾਤੀ ਉੱਠੇ ਕਿੱਦਾਂ? ਹਾਂ, ਸੋ ਉਹ ਵੀ ਇੱਕ ਕਾਰਨ ਰਿਹਾ ਕਿ ਵੀ ਜੇ ਆਪਾਂ ਹਰ ਜਗ੍ਹਾ ਦੇ ਉੱਪਰ ਵੀ ਆਪਣਾ ਕੰਮ ਉਸ ਤੋਂ ਬਾਅਦ ਨਿਬੇੜ ਕੇ ਤੇ ਅਗਲਾ ਬੰਦਾ ਦਾ ਵੀ ਲੈ ਹੁਣ ਮੈਂ ਬਾਹਰ ਹੀ, ਅਗਲਾ ਜਾਣੇ ਅਗਲੇ ਦੇ ਜਾਣੇ, ਕੰਮ ਆਪਾਂ ਵੱਟ ਲਿਆ, ਉਹ ਕੰਮ ਜੇ ਨਾ ਹੁੰਦਾ ਤੇ ਜ਼ਿਆਦਾ ਵਧੀਆ। ਜ਼ਰੂਰੀ ਨਹੀਂ ਹੈਗਾ ਵੀ ਇਹਦੇ ਵਿੱਚ ਆਪਾਂ ਪ੍ਰਾਪਰਟੀ ਨੂੰ ਸਿਰਫ ਇਹਦੇ ਨਾਲ ਜੋੜ ਲਿਆ। ਹਾਲਾਂਕਿ ਚੰਡੀਗੜ੍ਹ ਦੇ ਆਸੇ-ਪਾਸੇ ਮੇਰੇ ਖਿਆਲ ਟਰਾਈ ਸਿਟੀ 'ਚ ਕਿੰਨੇ ਪ੍ਰੋਜੈਕਟ ਨੇ ਉਹ ਮਲਟੀਨੈਸ਼ਨਲ ਕੰਪਨੀਆਂ ਨੇ ਬਣਾਏ ਆ। ਹਾਲਾਂਕਿ ਉਹਨਾਂ ਦੇ ਵਿੱਚ ਵੀ ਕਹਿੰਦੇ ਵੀ ਯਾਰ ਅਗਲੇ ਬਣਾ ਕੇ ਤਾਂ ਨਿਕਲ ਗਏ, ਹੁਣ ਅਸੀਂ ਕਰੀਏ ਕੀ। ਕਾਰਨ ਇਹ ਆ ਵੀ ਜਿਹੜੇ ਸ਼ੁਰੂ ਤੋਂ ਇੱਕ ਨੀਤੀ ਹੋਵੇ ਕਿ ਯਾਰ ਅੱਜ ਸਾਡਾ ਮੰਨ ਲਓ 2000 ਸਨ ਹੈ, 2000 ਸਨ ਦੇ ਵਿੱਚ ਆਪਾਂ ਸੋਚਦੇ ਵੀ 2010 'ਚ ਕੀ ਹੋਊਗਾ, 2020 'ਚ ਕੀ ਹੋਊਗਾ, ਹੁਣ 2030 'ਚ ਕੀ ਹੋਊਗਾ। ਜੇ ਤੇ ਸ਼ਹਿਰਾਂ ਦੀ ਪਲੈਨਿੰਗ ਉਸ ਹਿਸਾਬ ਨਾਲ ਹੋਵੇ ਫਿਰ ਤੇ ਲੋਕਾਂ ਨੂੰ ਪਤਾ ਵੀ ਯਾਰ ਸ਼ਹਿਰ ਇੱਧਰੋਂ ਜਾਣਾ, ਇੱਧਰ ਨੂੰ ਵਧਣਾ ਤੇ ਇੱਥੇ ਆਪਾਂ ਪਹੁੰਚਣਾ, ਫਿਰ ਤੇ ਸਾਰੀ ਨੀਤੀ ਚੱਲ ਪਈ। ਤੇ ਜਦੋਂ ਆਪਾਂ ਇਹ ਆਖਣਾ ਵੀ ਯਾਰ ਪਤਾ ਕੋਈ ਨਹੀਂ, ਹੁਣ ਵੋਟਾਂ ਆ ਜਾਣੀਆਂ, ਇੰਨਾ ਕੁ ਸਾਰ ਲਓ, ਉਹ ਕਹਿੰਦਾ ਵੀ ਯਾਰ ਉਦੋਂ ਕੀ ਪਤਾ ਇਲੈਕਸ਼ਨ 'ਚ ਆਪਾਂ ਆਉਣਾ ਕਿ ਨਹੀਂ ਆਉਣਾ। ਤੇ ਜੇ ਆਪਾਂ ਇੱਦਾਂ ਹੀ ਪੌੜੀਆਂ ਚੜ੍ਹ ਕੇ ਇਲੈਕਸ਼ਨ ਤੇ ਆਪਣੀ ਕੁਰਸੀ ਤੇ ਆਪਣੀਆਂ ਵੋਟਾਂ ਦੇ ਹਿਸਾਬ ਨਾਲ ਨੀਤੀਆਂ ਬਣਾਉਂਦੇ ਰਹੇ ਤੇ ਫਿਰ ਤੇ ਇਹੋ ਕੁਛ ਹੋਣਾ ਜੋ ਹੋ ਰਿਹਾ। 15,000 ਦੇ ਕਰੀਬ ਕਹਿੰਦੇ ਕਲੋਨੀਆਂ ਗੈਰ ਕਾਨੂੰਨੀ ਬਣੀਆਂ ਨੇ, ਉਹਦੇ ਵਿੱਚੋਂ ਬਹੁਤੀਆਂ ਗੈਰ ਕਾਨੂੰਨੀ ਨੇ। ਮੈਂ ਕਹਿੰਦਾ ਸੰਧਾਲੀਆ ਸਾਹਿਬ 2022 ਚੱਲਦਾ ਤੇ ਪਿਛਲੇ 20 ਸਾਲ 2002 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕੱਚਾ ਚਿੱਠਾ ਬਾਹਰ ਆਉਣਾ ਚਾਹੀਦਾ। 5 ਸਾਲ ਕੈਪਟਨ ਸਾਹਿਬ ਦੇ ਪਹਿਲੇ, 10 ਸਾਲ ਵੱਡੇ ਬਾਦਲ ਸਾਹਿਬ ਦੇ, 4.5 ਸਾਲ ਫਿਰ ਕੈਪਟਨ ਸਾਹਿਬ ਦੇ, ਉਹਦੇ ਤੋਂ ਬਾਅਦ 3 ਤੋਂ 4 ਮਹੀਨੇ ਚੰਨੀ ਸਾਹਿਬ ਦੇ, 3 ਤੋਂ 4 ਮਹੀਨੇ ਭਗਵੰਤ ਮਾਨ ਸਾਹਿਬ ਦੇ। ਰਜਿਸਟਰੀਆਂ ਹੋਈਆਂ, ਕਲੋਨੀਆਂ ਘੱਟ ਹੋਈਆਂ, ਸਾਰੇ ਲੋਕਾਂ ਨੂੰ ਪਤਾ ਹੁੰਦਾ। ਬਹੁਤੇ ਘਰਾਂ ਦੇ ਉੱਤੇ ਤਾਂ ਸੰਨ ਵੀ ਲਿਖਿਆ ਹੋਣਾ ਵੈਸੇ ਕਦੋਂ ਬਣਿਆ। ਉਦੋਂ ਕੋਈ ਨਾ ਕੋਈ ਅਫਸਰ ਉੱਥੇ ਹੋਏਗਾ, ਕਿਸੇ ਤਹਿਸੀਲਦਾਰ ਨੇ, ਕਿਸੇ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਕੀਤੀ ਹੋਣੀ ਆ, ਉਹਦਾ ਬਕਾਇਦਾ ਵਿਭਾਗ ਦੇ ਕੋਲੇ ਮਾਲ ਮਹਿਕਮਾ ਹੁੰਦਾ ਨਾ, ਉਹਦੇ ਕੋਲੇ ਰਿਕਾਰਡ ਤਾਂ ਹੋਣਾ ਹੀ ਆ। ਇਹਦੇ ਤੋਂ ਇਲਾਵਾ ਜਿਨ੍ਹਾਂ ਨੇ ਉੱਥੇ ਉਸਾਰੀ ਕੀਤੀ ਆ, ਬਾਕੀ ਬਹੁਤ ਸਾਰੇ ਮਹਿਕਮਿਆਂ ਦਾ ਨਾਲ ਸੰਬੰਧ ਹੁੰਦਾ, ਕੋਈ ਅਫਸਰ ਉਦੋਂ ਤਾਇਨਾਤ ਹੋਣਾ, ਉਹਨੇ ਪੰਜਾਬ ਸਰਕਾਰ ਦੇ ਖਜ਼ਾਨਾ ਦਫ਼ਤਰ ਦੇ ਵਿੱਚੋਂ ਤਨਖਾਹ ਲਈ ਹੋਣੀ ਆ, ਉਹਨਾਂ ਸਾਰਿਆਂ ਨੂੰ ਇਕੱਠੇ ਕਰੋ। ਉਹਨਾਂ ਦਾ ਕਸੂਰ ਬਹੁਤਾ ਨਹੀਂ ਹੋਣਾ, ਪੈਸੇ ਉਹਨਾਂ ਨੇ ਵੀ ਲਏ ਹੋਣੇ ਆ ਜੇ 2 ਨੰਬਰ 'ਚ ਕੰਮ ਹੋਇਆ, ਪਰ ਹੋ ਸਕਦਾ ਉੱਪਰਲੇ ਪਾਸੇ ਉਹ ਕੰਨ ਵੀ ਕਿਸੇ ਨੇ ਮਰੋੜਿਆ ਹੋਵੇ। ਜਿਹੜੇ ਵੀ ਬੰਦੇ ਨੇ ਕੰਨ ਮਰੋੜਿਆ ਉਹ ਬੰਦਾ ਵੀ ਸਾਹਮਣੇ ਆਉਣਾ ਚਾਹੀਦਾ, ਨਹੀਂ ਤਾਂ ਉਹਨਾਂ ਨੇ ਪਰਸੋਂ ਨੂੰ ਫੇਰ ਕੰਨ ਮਰੋੜ ਦੇਣਾ ਕਿਸੇ ਨਾ ਕਿਸੇ ਦਾ। ਅੱਜ ਆਮ ਬੰਦਾ ਹੋ ਸਕਦਾ ਸਾਡੀ ਗੱਲ ਸੁਣ ਕੇ ਕਿਸੇ ਨੂੰ ਲੱਗੇ ਕਿ ਅਸੀਂ ਤਾਂ ਸਾਰੀ ਪੈਸੇ ਲਾ ਲੈ, NOC ਦਵਾਓ ਤੁਸੀਂ, ਕਿਉਂਕਿ ਅੱਗੋਂ ਜੇ ਕਿਸੇ ਨੇ ਵੇਚਣਾ ਕੁਝ ਉੱਥੇ ਕਰਨਾ, NOC ਨਹੀਂ ਮਿਲ ਰਹੀ। ਤੇ ਜਦੋਂ NOC ਨਹੀਂ ਮਿਲ ਰਹੀ, ਲੋਕ ਤੰਗ ਨੇ, ਉਹਨਾਂ ਨੂੰ NOC ਦੇਣੀ ਚਾਹੀਦੀ ਹੈ। ਜਿੰਨੀ ਵੀ ਮੁੱਢਲੀ ਸਹੂਲਤ ਉਹਨਾਂ ਨੂੰ ਦਿੱਤੀ ਜਾ ਸਕੇ ਉਹ ਵੀ ਦੇਣੀ ਚਾਹੀਦੀ ਹੈ। ਪਰ ਪੰਜਾਬ ਦੇ 90% ਲੋਕ, ਮੈਂ ਕਹਿੰਦਾ 92-94% ਲੋਕ ਕਲੋਨੀਆਂ ਕੱਟਣ ਜੋਗੇ ਨਹੀਂ ਹੈਗੇ। ਉਹ ਮਸਾ ਰੋਟੀ ਖਾਣ ਜੋਗੇ ਆ। ਉਹ ਕਲੋਨੀਆਂ ਕੱਟਣ ਵਾਲੇ ਉੱਪਰਲੇ 5-6% ਹੀ ਨੇ। ਮੈਂ ਫੇਰ ਕਹਿੰਦਾ ਕਲੋਨੀਆਂ ਕੱਟਣ ਵਾਲੇ ਉੱਪਰਲੇ 5-6% ਹੀ ਆ, ਯਾਨੀ ਕਿ ਬਾਕੀ 93-94% ਜਿਹੜੇ ਬੰਦੇ ਆ, ਉਹ ਬੰਦੇ ਦਾ ਕਸੂਰ ਕੋਈ ਨਹੀਂ, ਭੁਗਤ ਹੋ ਰਹੇ ਆ। ਉਹ ਉੱਪਰਲੇ 6% ਦੇ ਵਿੱਚੋਂ ਕਿਹੜੇ ਬੰਦਿਆਂ ਨੇ ਉਦੋਂ ਕਲੋਨੀਆਂ ਕੱਟੀਆਂ, ਕਿਹੜਿਆਂ ਨੇ ਬਾਹਰੋਂ ਬਾਹਰ ਹੀ ਬਿਆਨੇ ਦੇ ਉੱਤੇ ਮੁੜ ਕੇ ਪਲਾਟ ਕੱਟ ਕੇ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈ ਸ਼ਹਿਰਾਂ ਦੇ ਨੇੜਲੀ, ਉਹਨੂੰ ਵੱਡੀਆਂ ਬਿਲਡਿੰਗਾਂ ਦੇ ਵਿੱਚ ਤਬਦੀਲ ਕਰ ਦਿੱਤਾ। ਉਹ ਸਾਰਾ ਕੁਝ ਸਾਹਮਣੇ ਆ ਜਾਵੇ। ਸਰਕਾਰ ਨੂੰ ਜਿਨ੍ਹਾਂ ਨੇ ਨਾ 25 ਲੱਖ ਦਾ ਮਕਾਨ ਬਣਾ ਲਿਆ, ਵਿੱਚੋਂ 15 ਲੱਖ ਦਾ ਲੋਨ ਕਰਾਇਆ ਤੇ ਅਜੇ ਤੱਕ ਵੀ ਪੁਰਾਣੇ ਮੋਟਰਸਾਈਕਲ ਤੇ ਆ, ਉਹਨਾਂ ਦੇ ਕੋਲੋਂ ਤੁਸੀਂ ਕਿੰਨਾ ਕੁ ਜੁਰਮਾਨਾ ਵਸੂਲ ਲਓਗੇ, ਕਿੰਨੀ ਕੁ ਸਰਕਾਰੀ ਫੀਸ ਵਸੂਲ ਲਓਗੇ? ਪਰ ਜਿਹੜੇ ਕਾਂਡ ਕਰਕੇ ਗਏ ਆ ਸਾਰਾ, ਜੇ ਉਹਨਾਂ ਨੂੰ ਕਿਤੇ ਫੜ ਲਓਗੇ, ਪੰਜਾਬ ਦੇ ਖਜ਼ਾਨੇ ਨੂੰ ਭਾਗ ਲੱਗ ਜਾਣਗੇ। ਹੁਣ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕਿਹਾ, ਸਥਾਨਕ ਸਰਕਾਰਾਂ ਵਿਭਾਗ ਨੂੰ ਹੁਕਮ ਦਿੱਤੇ ਆ ਕਿ ਜਿਹੜੀ ਕਲੋਨੀ ਜਾਇਜ਼ ਹੈ
ਤਹਿਸੀਲਦਾਰ ਸਾਹਿਬ ਤੇ ਨਾਇਬ ਤਹਿਸੀਲਦਾਰ ਸਾਹਿਬ ਉਹਦੀਆਂ ਲਿਸਟਾਂ ਬਾਹਰ ਲਾ ਦਿਓ, ਕਿਉਂਕਿ ਪਤਾ ਹੀ ਨਹੀਂ ਹੁੰਦਾ ਵੀ ਆ ਜਾਇਜ਼ ਹੈ ਕਿ ਨਹੀਂ ਜਾਇਜ਼। ਅੰਦਰਲੇ ਪਾਸਿਓਂ ਕਹਿੰਦੇ ਜੀ ਜਾਇਜ਼ ਨਹੀਂ ਜਾਇਜ਼, ਐਨਓਸੀ ਚਾਹੀਦੀ ਕਿ ਨਹੀਂ ਚਾਹੀਦੀ, ਉਦਾਂ ਹੀ ਕੰਮ ਚੱਲੀ ਜਾਂਦਾ, ਦਬੜੂ ਘੁਸੜੂ ਜਿਹਾ ਹੀ ਕੰਮ ਕਿ ਭਾਈ ਕੋਈ ਗੱਲ ਨਹੀਂ, ਪਤਾ ਨਹੀਂ ਅੰਦਰ ਕੌਣ ਪੈਸੇ ਲਈ ਜਾਂਦਾ ਕੌਣ ਨਹੀਂ। ਲਿਸਟਾਂ ਲੱਗਣੀਆਂ ਚਾਹੀਦੀਆਂ, ਜਿਹੜੀਆਂ ਕਾਨੂੰਨੀਆਂ ਗੈਰ ਕਾਨੂੰਨੀ ਹੋ ਜਾਣ, ਆਮ ਲੋਕਾਂ ਨੂੰ ਸੇਕਾ ਘੱਟ ਲੱਗੇ, ਆਮ ਲੋਕਾਂ ਨੂੰ ਇਸ ਦੁਵਿਧਾ ਦੇ ਵਿੱਚ ਫਸਾਇਆ ਕਿਹਨੇ? ਅਫਸਰ ਦੋਸ਼ੀ ਹੈ, ਉਸ ਵੇਲੇ ਦੇ ਕਲੋਨਾਈਜ਼ਰ ਦੋਸ਼ੀ ਹੈ, ਉਸ ਵੇਲੇ ਦੇ ਲੀਡਰ ਦੋਸ਼ੀ ਹੈ, ਐਨ ਗਿਣ ਕੇ ਸਾਹਮਣੇ ਖੜੇ ਕਰਨੇ ਚਾਹੀਦੇ, ਭਾਵੇਂ ਇਹਨਾਂ ਦੇ ਬੰਦੇ ਕਿਉਂ ਨਾ ਹੋਣ। ਹਾਂ ਨਹੀਂ ਬਿਲਕੁਲ ਸਹੀ ਹੈ। ਚਲੋ ਗੱਲ ਇਹ ਆ ਵੀ ਇਹ ਸਾਰਾ ਕੁਝ ਚੱਲੇ ਤੇ ਚੰਗੀ ਗੱਲ। ਇੱਕ ਪੋਸਟ ਜੀ ਬੜੀ ਸੀਗੀ ਵਾਇਰਲ, ਪਤਾ ਨਹੀਂ ਕਿੱਥੋਂ ਆਈ ਕਿਵੇਂ ਨਹੀਂ ਆਈ, ਇੱਦਾਂ ਹੀ ਸੋਸ਼ਲ ਮੀਡੀਆ ਦੇ ਵਾਇਰਲ ਹੈਗੀ ਹੈ। ਉਹਦੇ ਬੜਾ ਤਰਤੀਬਵਾਰ ਲਿਖਿਆ, ਉਹ ਕਹਿੰਦੇ ਯਾਰ ਆਹ ਬੜਾ ਕੰਮ ਹੋ ਗਿਆ ਵੀ ਜੇ ਪੰਚਾਇਤੀ ਜ਼ਮੀਨ ਵਾਲਾ ਕੁਝ ਕੱਢ ਲੈਂਦੇ ਆ ਤੇ ਉਧਰੋਂ ਉਹ ਵਾਲੇ ਬੰਦੇ ਇਕੱਠੇ ਹੋ ਕੇ ਆਉਂਦੇ ਨਾ 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 ਮਾਰਾ ਸਾਡੇ ਨਾਲ ਧੱਕਾ, ਇਹ ਸਰਕਾਰੀ ਜ਼ਮੀਨ ਕਿੱਦਾਂ ਤੁਸੀਂ ਛਡਾਈ ਜਾਂਦੇ ਆ। ਉਹ ਕਹਿੰਦੇ ਵੀ ਜੇ ਇਸ ਪਾਸੇ ਕੋ ਆ ਜਿਹੜਾ ਇਸ ਚੱਕਰ ਵਾਲੇ ਪਾਸੇ ਆ ਜਾਂਦੇ ਆ ਤੇ ਉਹ ਵਾਲੇ ਜਾਣ ਕੇ ਧਰਨਾ ਲਾ ਦਿੰਦੇ ਵੀ ਆਹ ਹਾ ਇੱਦਾਂ ਕਿੱਦਾਂ ਮਾਰਾ ਤੁਸੀਂ ਆਹ ਕੰਮ ਕਿਵੇਂ ਕਰ ਸਕਦੇ। ਜੇ ਕਿਸੇ ਦੀ ਕਹਿੰਦੇ ਕੋਈ ਮਾੜੀ ਮੋੜ ਕੋਈ ਸਰਕਾਰੀ ਦਰਬਾਰੇ ਪਹੁੰਚ ਜਾ ਉਹਨੂੰ ਕੋਈ ਕਾਬੂ ਕਰ ਲੈਂਦਾ, ਉਹਦੀ ਕਹਿੰਦੇ ਪਾਰਟੀ ਵਾਲੇ ਆ ਕੇ ਬਹਿੰਦਾ ਇੱਦਾਂ ਕਿੱਦਾਂ ਤੁਸੀਂ ਮਾਰਾ ਸਾਡਾ ਲੀਡਰ ਫੜ ਲਿਆ। ਹੁਣ ਗੱਲ ਆ ਵੀ ਤਾਣਾ ਤੇ ਇੱਧਰੋਂ ਉੱਧਰੋਂ ਜੁੜਦੀਆਂ ਇਹ ਉੱਦਾਂ ਹੀ ਆ ਜਿੱਦਾਂ ਕਿ ਵੇਲੇ ਆਪਣੇ ਆਮ ਹੀ ਪੰਜਾਬ 'ਚ ਕੋਈ ਤੁਸੀਂ ਖਾਸ ਕਰਕੇ ਜਿਹੜਾ ਸ਼ਹਿਰੀ ਏਰੀਏ 'ਚ ਭੀੜੀਆਂ ਕਲੋਨੀਆਂ 'ਚ ਖੰਭੇ ਲੱਗੇ ਹੁੰਦੇ ਆ, ਉਹਦੇ ਵਿੱਚ ਕਿਤੇ ਤਾਰਾਂ ਦਾ ਜਾਲ ਵੇਖੋ, ਪਤਾ ਥੋੜਾ ਲੱਗਦਾ ਵੀ ਆਪਣੇ ਵਾਲੇ ਕੇਬਲ ਕਿਹੜੀ ਜਾਂਦੀ ਇਹਦੇ 'ਚ। ਉਹ ਕੰਮ ਤੇ ਇਸ ਵਕਤ ਪੰਜਾਬ ਦੇ ਸਿਸਟਮ ਦਾ ਹੋਇਆ ਪਿਆ। ਉਹ ਕਹਿੰਦਾ ਵੀ ਇੱਕ ਮਿੰਟ ਮੈਂ ਲਾਉਂਦਾ ਹੀ, ਉਹ ਕਹਿੰਦਾ ਹਾਂ ਕਿੱਦਾਂ, ਕਹਿੰਦਾ ਯਾਰ ਆਪਣਾ ਬਲਬ ਤੇ ਜਗਦਾ, ਕਹਿੰਦਾ ਰੋਗੀ ਇੱਕ ਮਿੰਟ ਤੂੰ ਤਾਰ ਜਿਹੜੀ ਲਾਈ ਆ ਗਵਾਂਢੀਆਂ ਦਾ ਬੁੱਝ ਗਿਆ ਜੀ। ਉਹ ਕੰਮ ਜਿਹੜਾ ਇਸ ਵਕਤ ਮੇਰੇ ਖਿਆਲ ਨਾਲ ਉੱਥੇ ਚੱਲਣ ਡਿਆ, ਉਹਦਾ ਕਰਕੇ ਹੋ ਸਕਦਾ ਵੀ ਇਹ ਸਾਰੇ ਕੁਛ ਨੂੰ ਸਮਾਂ ਲੱਗੇ, ਟਾਈਮ ਲੱਗੇ, ਪਰ ਚਲੋ ਜੇ ਇਹ ਸਾਰੇ ਕੁਛ ਨੂੰ ਸਟਰੀਮਲਾਈਨ ਕਰ ਲਿਆ ਜਾਵੇ ਤੇ ਆਪਾਂ ਆਸ ਕਰਦੇ ਹਾਂ ਵੀ ਜਿਹੜਾ ਪੰਜਾਬ ਬੜੀ ਦੇਰ ਤੋਂ ਆਪਾਂ ਇੱਕ ਦੂਜੇ 'ਚ ਹੀ ਵੱਜਦੇ ਫਿਰਦੇ, ਉਹ ਕਹਿੰਦਾ ਵੀ ਖਾਨੀ ਮੈਨੂੰ ਇਹਨੇ ਮਾਰਤਾ, ਖਾਨੀ ਮੈਨੂੰ ਉਹਨੇ ਮਾਰਤੇ, ਪਤਾ ਤੇ ਲੱਗੇ ਵੀ ਕਸੂਰ ਕਿਹਦਾ, ਜ਼ਿੰਮੇਵਾਰ ਕੌਣ ਆ, ਤੇ ਜੇ ਸਾਰਾ ਕੁਝ ਆਪਾਂ ਸੈੱਟ ਕਰ ਲਿਆ ਤੇ ਹੁਣ ਗਾਂ ਭਵਿੱਖ ਫਿਊਚਰ ਚੰਗਾ ਕਿੱਦਾਂ ਹੋਊਗਾ। ਬਹੁਤ ਸਾਰੇ ਲੋਕਾਂ ਨੂੰ ਲੱਗੂਗਾ ਕਿ ਇਹ ਕਿਹੜਾ ਮੁੱਦਾ, ਸਿੱਧੂ ਮੂਸੇਵਾਲੇ ਵਾਲਾ ਮੁੱਦਾ, ਲਾਰੈਂਸ ਬਿਸ਼ਨੋਈ ਦਾ ਮੁੱਦਾ, ਕਈ ਹੋਰ ਮੁੱਦੇ ਨੇ, ਪਰ 2 ਮਹੀਨੇ ਨੂੰ ਜਾਂ 1 ਮਹੀਨੇ ਨੂੰ ਹੀ ਬਰਸਾਤਾਂ ਲਾਉਣੀਆਂ ਪੰਜਾਬ 'ਚ, ਮਹੀਨੇ ਕੁ ਤਾਂ ਹੀ ਆ ਜਾਣੀਆਂ। ਉਦੋਂ ਅਸੀਂ ਖਬਰਾਂ ਕਰਦੇ ਹੁੰਦੇ ਆ ਬਠਿੰਡਾ ਪਾਣੀ 'ਚ ਡੁੱਬਿਆ, ਲੁਧਿਆਣੇ ਦੇ ਅੰਦਰੂਨੀ ਖੇਤਰਾਂ ਦੇ ਵਿੱਚ ਗੋਡੇ ਗੋਡੇ ਪਾਣੀ, ਅਖਬਾਰਾਂ ਦੇ ਵਿੱਚ ਫੋਟੋ ਹੋਣੀਆਂ, 5-7 ਬੰਦੇ ਕਹਿਣਾ ਯਾਰ ਵਿੱਚ ਖੜੇ ਹੋਏ ਮਾੜੀ ਜਿਹਾ ਪਜਾਮਾ ਟੰਗ ਲਓ, ਉਹ ਫੋਟੋ ਲੱਗਣੀ ਆ, ਦੇਖੋ ਜੀ ਬੁਰੇ ਹਾਲ। ਫਿਰ 2-4 ਘਰ ਜਿਹੜੇ ਨੀਵੇਂ ਹੁੰਦੇ ਉਹਨਾਂ ਦੇ ਮੂਹਰੇ ਬੋਰੀਆਂ ਲੱਗੀਆਂ ਹੁੰਦੀਆਂ ਤੇ ਘਰ ਵਾਲਾ ਅੰਦਰ ਖੜਾ ਹੁੰਦਾ, ਪੇਟੀ ਦੇ ਬੈਠੇ ਹੁੰਦੇ, ਨਿਆਣੇ ਪੇਟੀ ਦੇ ਰੱਖੇ ਹੁੰਦੇ ਆ, ਪਾਣੀ ਅੰਦਰ ਵੜਿਆ ਹੁੰਦਾ। ਅਸੀਂ ਫਿਰ ਉਹ ਰਿਪੋਰਟਿੰਗ ਕਰਨੀ ਆ ਉਦੋਂ, ਕਿਉਂਕਿ ਉਦੋਂ ਫਿਰ ਉਹ ਖਬਰ ਚੱਲਣੀ ਆ ਕਿ ਆਹ ਦੇਖੋ ਜੀ ਆ ਪੰਜਾਬ ਦੇ ਵਿੱਚ ਬੁਰਾ ਹਾਲ ਹੋਇਆ ਪਿਆ। ਸੰਧਾਲੀਆ ਸਾਹਿਬ, ਜਿਹੜੀਆਂ ਇਹ ਬੇਢੰਗੀਆਂ ਕਲੋਨੀਆਂ ਬਣੀਆਂ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ, ਪਰ ਜਿਨ੍ਹਾਂ ਨੇ ਉਹ ਬੇਢੰਗਾ ਰੰਗ ਉਹਦੇ ਵਿੱਚ ਸ਼ੁਰੂਆਤੀ ਦੌਰ 'ਚ ਭਰਿਆ ਤੇ ਰੁਪਈਏ ਮੁੱਛੇ ਨੇ, ਉਹ ਲੋਕਾਂ ਦਾ ਸਾਹਮਣੇ ਆਉਣਾ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ। ਸੀਵਰੇਜ ਜਦੋਂ ਪਾਇਆ ਕੋਈ ਕਿਸੇ ਨੂੰ ਦਿਖਾਇਆ ਨਹੀਂ, ਪਾਈਪ ਛੋਟਾ ਕਿ ਵੱਡਾ, ਉੱਥੇ ਕਿੰਨੇ ਹਜ਼ਾਰ ਲੋਕਾਂ ਨੇ ਆ ਕੇ ਰਹਿਣਾ, ਕਿੰਨਾ ਉੱਥੇ ਪਾਣੀ ਜਿਹੜਾ ਜਦੋਂ ਮੀਂਹ ਆਊਗਾ ਤੇ ਬਰਸਾਤਾਂ ਦਾ ਨਿਕਲਣਾ, ਕਿਉਂਕਿ ਅਜੇ ਤਾਂ ਆਲੇ ਦੁਆਲੇ ਖਾਲੀ ਆ, ਕੱਲ ਨੂੰ ਉੱਥੇ ਵੀ ਬਣ ਜਾਣਾ ਕੁਛ ਨਾ ਕੁਛ, ਉੱਥੇ ਫਿਰ ਡਿੱਕੇ ਲੱਗਣੇ ਆ, ਫਿਰ ਪਾਣੀ ਰੁਕਣਾ ਆ, ਫਿਰ ਲੋਕਾਂ ਦੀਆਂ ਕੰਧਾਂ ਦੇ ਵਿੱਚ ਤਰੇੜਾਂ ਆਉਣੀਆਂ, ਫਿਰ ਉਸ ਲਈ ਖਬਰਾਂ ਬਣਨੀਆਂ। ਉਹ ਖਬਰਾਂ ਬਣਾਉਣ ਦਾ ਅਸਲ ਜ਼ਿੰਮੇਵਾਰ ਕੌਣ ਹੈ, ਦੋਸ਼ੀ ਕੌਣ ਹੈ, ਹੁਣ ਤੋਂ ਹੀ ਸਾਹਮਣੇ ਆਵੇ ਤਾਂ ਠੀਕ ਹੈ, ਕੱਲ ਨੂੰ ਫਿਰ ਹਾਲ ਪਾ ਰਿਹਾ ਮੱਚੇ ਤੇ ਰੌਲਾ ਕੋਈ ਨਹੀਂ। ਦੇਖੋ ਇਹ ਸਾਰਾ ਕੁਝ ਹੋਣਾ ਚਾਹੀਦਾ ਤੇ ਹਾਲ ਪਾ ਰਿਹਾ ਮੱਚੀ ਕਹਿੰਦੇ ਚੰਡੀਗੜ੍ਹ। ਅੱਛਾ, ਕਿਉਂਕਿ ਗਰਮੀ ਸੀ, ਛਿਟਕਣੀ ਵੀ ਹੋ ਕੇ ਡਿਆ, ਕਹਿੰਦੇ ਠੀਕ ਠਾਕ ਜਿਹਾ ਮੌਸਮ ਆ, ਤੇ ਭਿੱਜੇ ਭੁੱਜੇ ਜੇ ਕੱਚੇ ਭੁੰਨੇ ਜਿਹੜੇ ਵੀ ਸੀਗੇ ਲੀਡਰ ਸਾਹਿਬਾਨ ਆਪਣੇ ਉੱਥੇ, ਉਹ ਫਿਰ ਕਹਿੰਦੇ ਚੰਡੀਗੜ੍ਹ ਵਾਲੀ ਪੁਲਿਸ ਵਾਲਿਆਂ ਦੇ ਕਾਬੂ ਆ ਗਏ। ਪਹਿਲਾਂ ਤਾਂ ਉਹਨਾਂ ਨੇ ਨਵਾਏ, ਕਹਿੰਦੇ ਪਾਣੀ ਦੀਆਂ ਵਾਛੜਾਂ ਮਾਰੀਆਂ, ਜਦੋਂ ਆਮ ਖਬਰ ਨੇ ਪਾਣੀ ਦੀਆਂ ਬਛਾੜਾਂ ਨਹੀਂ ਵਾਛੜਾਂ ਹੁੰਦੀਆਂ ਪੰਜਾਬੀ 'ਚ। ਤੇ ਉਦੋਂ ਬਾਅਦ ਉਹ ਜੇ ਕੋਈ ਬਚੇ ਬੁਚੇ ਜੇ ਉੱਥੋਂ ਮਾੜਾ ਮੋਟ ਇੱਧਰੋਂ ਉੱਧਰੋਂ ਸੱਜੇ ਖੱਬੇ ਜਿਹੇ ਹੋਏ ਤੇ ਫਿਰ ਉਹ ਜਨਾਬ ਹੋਰੀ ਕਹਿੰਦੇ ਵੀ ਆਓ ਜਨਾਬ ਬੱਸ ਲੱਗੀ ਏ, ਬੈਠੋ ਵਿੱਚ ਲੈ ਕੇ ਚੱਲੀਏ ਤੁਹਾਨੂੰ, ਗ੍ਰਿਫਤਾਰੀ ਵਾਲਾ ਕੰਮ। ਹੁਣ ਇਹ ਮੇਰੇ ਖਿਆਲ ਨਾਲ 4 ਦਿਨ ਲਗਾਤਾਰ ਜਾਂਚ ਪੜਤਾਲ ਹੋਈ ਸੀ, ਤੇ ਹੁਣ ਜੋ ਸੁਣਨ ਚਾਹੁੰਦਾ ਇਹ ਆ ਵੀ ਸੋਮਵਾਰ ਨੂੰ ਰਾਹੁਲ ਗਾਂਧੀ ਸਾਹਿਬ ਨਾਲ ਅਗਲਾ ਫਿਰ ਕਹਿੰਦਾ ਵੀ ਕੋਈ ਨਹੀਂ, ਤੁਸੀਂ 2 ਦਿਨ ਰੈਸਟ ਕਰਕੇ ਫਿਰ ਸੋਮਵਾਰ ਆ ਜਾਓ, ਬਾਕੀ ਗੱਲਾਂ ਆਪਾਂ ਸੋਮਵਾਰ ਕਰਾਂਗੇ। ਉਹਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਕਹਿੰਦੇ ਲੀਡਰ ਸਾਹਿਬ ਸਾਡੇ ਮਾਰਾ ਇੱਦਾਂ ਕਿੱਦਾਂ ਚੱਕ ਲਏ। ਮੈਂ ਰਾਜਾ ਵੜਿੰਗ ਸਾਹਿਬ ਦੀ ਗੱਲ ਸੁਣ ਰਿਹਾ, ਕਹਿੰਦੇ ਲੋਕਤੰਤਰ ਦਾ ਕਹਾਣ ਹੈ, ਅਸੀਂ ਤਾਂ ਲੋਕਤੰਤਰ ਬਚਾਉਣ ਆਏ ਹਾਂ। ਕੁਦਰਤੀ ਉਹਨਾਂ ਦੀ ਗੱਲ ਸੁਣ ਕੇ ਮੈਨੂੰ ਲੱਗਾ ਵੀ ਮੈਂ ਯਾਰ ਵੇਖ ਲਓ, ਇੱਕ ਬੰਦਾ ਵੀ ਕੋਲੇ ਲੋਕਤੰਤਰ ਹੁੰਦਾ ਹੀ ਆ। ਸੰਧਾਲੀਆ ਸਾਹਿਬ ਗੱਲ ਪਤਾ ਜਿੱਦਾਂ ਕਿਹੜੇ ਬੰਦਾ ਕਹਿੰਦਾ ਯਾਰ ਮੇਰੇ ਲਈ ਤੇ ਤੂੰ ਹੀ ਜਹਾਨ ਹੈ ਸਾਰਾ, ਹੈ ਨਾ, ਉਹਨਾਂ ਨੂੰ ਉਹਦੇ 'ਚ ਹੀ ਲੋਕਤੰਤਰ ਨਜ਼ਰ ਆਈ ਜਾਂਦਾ। ਦੇਖੋ ਕਈ ਵਾਰੀ ਇਹ ਹੁੰਦਾ ਨਾ, ਵਿਆਹ ਦੇ ਵਿੱਚ ਰਿਸ਼ਤੇਦਾਰ ਬਹੁਤ ਆਏ ਹੁੰਦੇ ਆ, ਫੁੱਫੜ ਕੈਨੇਡਾ ਵਾਲਾ ਹੀ ਹੁੰਦਾ ਗਿਆ, ਕੈਨੇਡਾ ਵਾਲੇ ਫੁੱਫੜ ਜੀ ਵੀ ਆਏ ਆ, ਇੱਦਾਂ ਹੀ ਉੱਥੇ ਹੁੰਦਾ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਬੜਾ ਮੋਟਾ ਜਿਹਾ ਇੱਕ ਕੰਮ ਆ ਨਾ, ਕਿ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਹੋ ਸਕਦਾ ਕਿ ਇੰਨੇ ਡਿਸਪਲਿਨ ਨਾਲ ਸਕੂਲੇ ਵੀ ਨਾ ਗਏ ਹੁਣ 4 ਦਿਨ ਲਗਾਤਾਰ ਕਦੇ, ਉਹਦੇ ਵਿੱਚ ਵੀ ਬੰਦਾ ਹੁੰਦਾ ਕਿ 2 ਮਿੰਟ ਲੇਟ ਹੋ ਗਿਆ, ਕਦੇ ਇੱਦਾਂ ਹੋ ਗਿਆ, ਕਦੇ ਛੁੱਟੀ ਕਰ ਲਈ, ਕੋਈ ਫੰਕਸ਼ਨ ਆ ਗਿਆ, ਕੁਝ ਵੀ ਹੋ ਸਕਦਾ।
ਹੁਣ ਬਿਲਕੁਲ ਉਹਨਾਂ ਈਡੀ ਨੇ ਵੈਸੇ ਇੰਨੀ ਦਿਨ ਲਗਾਤਾਰ ਮੈਨੂੰ ਲੱਗਦਾ ਕਿ ਕਦੇ ਕਿਸੇ ਨੂੰ ਸੱਦਿਆ ਨਹੀਂ ਹੋਣਾ। ਇਹ ਜੀ ਸਵੇਰੇ 9 ਵਜੇ ਆ ਜਾਓ, ਅੱਛਾ ਹੁਣ ਰੋਟੀ ਲਈ 1 ਘੰਟੇ ਦੀ ਛੁੱਟੀ ਆ, ਜਿੱਥੋਂ ਖਾਣੀ ਖਾਓ। ਉਹਨਾਂ ਵੱਲੋਂ ਭਾਵੇਂ ਬਾਹਰਲੇ ਪਾਸੇ ਜਿਹੜੀ ਰੇਹੜੀ ਲੱਗੀ ਟਿੱਕੀਆਂ ਦੀ ਉੱਥੋਂ ਖਾਏ ਹੋਣ, ਉਹਨਾਂ ਵੱਲੋਂ ਹੋਟਲ 'ਚ ਖਾਏ ਹੋਣ, ਉਹਨਾਂ ਵੱਲੋਂ ਮੰਮੀ ਜੀ ਨੂੰ ਮਿਲੇ ਹੋਣ, ਉਹਨਾਂ ਵੱਲੋਂ ਆਪਦੇ ਘਰੋਂ ਜਾ ਕੇ ਖਾਏ ਹੋਣ। ਉਹ ਕਹਿੰਦੇ ਜੀ ਘੰਟੇ ਬਾਅਦ ਇੱਥੇ ਆ ਜਾਓ, 4-5 ਘੰਟੇ ਫਿਰ ਪੁੱਛ ਗਿੱਛ। ਉਹਦੇ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੋਊਗਾ ਚਲੋ ਜੀ ਅੱਜ ਤਾਂ 7 ਵੱਜ ਗਏ ਵੀ ਹੁਣ ਚਲੋ ਕੰਮ ਛੁੱਟਿਆ। ਉਹ ਜਾਣ ਲੱਗੇ ਕਹਿੰਦੇ ਅੱਛਾ ਠੀਕ ਆ ਜੀ ਹੁਣ ਦਫ਼ਤਰ ਬੰਦ ਕਰਨ ਦਾ ਸਮਾਂ ਆ ਗਿਆ, ਇੱਦਾਂ ਕਰੋ 9 ਵਜੇ ਸਵੇਰੇ ਫਿਰ ਆ ਜਾਓ, ਥੋੜਾ ਜਿਹਾ ਕੰਮ ਰਹਿੰਦਾ। ਹੁਣ 3 ਦਿਨ ਲਗਾਤਾਰ ਹੁਣ ਕਾਂਗਰਸੀ ਮੈਨੂੰ ਲੱਗਦਾ ਥੱਕ ਗਏ ਹੋਣੇ ਆ। ਪਹਿਲਾਂ ਤਾਂ ਦਿੱਲੀ, ਕਿਉਂਕਿ ਜਿਨ੍ਹਾਂ ਨੂੰ ਦੋਵਾਂ ਨੂੰ ਧੱਫੇ ਪਏ, ਅਸੀਂ ਨਹੀਂ ਚਾਹੁੰਦੇ ਕਿ ਇਦਾਂ ਹੋਵੇ, ਪਰ 9 ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਉਹ ਕਹਿੰਦੇ ਜੀ ਈਡੀ ਵਾਲੇ ਰਾਹੁਲ ਗਾਂਧੀ ਨਾਲ ਧੱਕਾ ਕਰ ਰਹੇ ਆ, ਉਹਨਾਂ ਨੂੰ ਪਰੇਸ਼ਾਨ ਕਰ ਰਹੇ ਆ। ਤੇ ਰਾਹੁਲ ਗਾਂਧੀ ਹੋਰਾਂ ਨੂੰ ਜਦੋਂ ਉਹਨਾਂ ਨੇ ਕਿਹਾ ਜੀ ਫਿਰ ਇਦਾਂ ਕਰੋ ਕੱਲ ਦੀ ਛੁੱਟੀ ਪਰਸੋਂ ਆ ਜਿਓ, ਉਹਨਾਂ ਨੇ ਫਿਰ ਲਿਖਤੀ ਕਿਹਾ, ਕਹਿੰਦੇ ਜੀ ਦੇਖੋ ਜੇ ਸੋਮਵਾਰ ਨੂੰ ਆ ਜਾਵਾਂ ਚੱਲਦਾ, ਵੀ ਜਦੋਂ ਤੁਸੀਂ ਬੁਲਾਉਂਦੇ ਆ ਵੀ ਹੁਣ 2 ਦਿਨ ਕੰਮ ਹੈਗਾ ਆ। ਉਹਨਾਂ ਨੇ ਫਿਰ 2 ਘੰਟੇ ਫੈਸਲਾ ਲੈ ਲਿਆ, ਕਹਿੰਦੇ ਕੋਈ ਗੱਲ ਨਹੀਂ ਐਂ ਕਰਿਓ ਤੁਸੀਂ ਸੋਮਵਾਰ ਆ ਜਿਓ। ਹੁਣ ਰਾਹੁਲ ਗਾਂਧੀ ਦੇਖੋ ਐਡਾ ਕਿਹੜਾ ਸਵਾਲ ਆ ਜਿਹੜਾ ਅਜੇ ਤੱਕ ਹਿਸਾਬ ਕਿਤਾਬ ਨਹੀਂ ਲੱਗਾ। ਇਸੇ ਕਰਕੇ ਚਰਚਾ ਚੱਲਦੀ ਹੈ ਕਿ ਕਿਸੇ ਵੇਲੇ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਤੇ ਇਧਰ ਪੰਜਾਬ ਵਾਲੇ ਕਾਂਗਰਸੀ ਤੁਹਾਡੀ ਗੱਲ ਠੀਕ ਹੈ, ਜਦੋਂ ਛਿੱਟ ਛੋੜਾ ਜਿਹਾ ਹੋਇਆ ਥੋੜੀ ਜਿਹੀ ਬਦਲਵਾਈ ਹੋਈ, ਕਹਿੰਦੇ ਅੱਜ ਠੀਕ ਆ। ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਹੋਰੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਬਾਕੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ, ਸੁਖਜਿੰਦਰ ਸਿੰਘ ਰੰਧਾਵਾ, ਸਾਰੇ ਜਣੇ ਫਿਰ ਰਾਜ ਭਵਨਾਂ ਨੂੰ ਚੱਲ ਪਿਆ ਕਿ ਪਾਈਆ ਦੇਖੋ ਲੋਕਤੰਤਰ ਦਾ ਘਾਣ ਹੈ, ਈਡੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਸਾਡੇ ਯੁਵਰਾਜ ਨੂੰ ਧੱਕੇ ਨਾਲ ਜਿਹੜਾ ਉਹ ਬਾਰ-ਬਾਰ ਸੱਦਿਆ ਜਾ ਰਿਹਾ। ਬੈਰੀਕੇਡ ਮੜ ਜਾ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਅਗਲਿਆਂ ਨੇ ਪਾਣੀ ਦੀਆਂ ਮਸ਼ਾਰਾਂ ਮਾਰ ਕੇ ਮੜ ਜਾ ਸਿੱਲੇ ਜਾਂ ਕੀਤੇ ਬੰਦੇ, ਉਹ ਤੋਂ ਬਾਅਦ 90 ਜਣੇ ਚੱਕ ਕੇ ਬੱਸਾਂ 'ਚ ਬਿਠਾ ਕੇ ਠਾਣੇ ਲੈ ਗਏ। ਹਾਂ ਨਹੀਂ ਇਹ ਗੱਲ ਹੈਗੀ। ਦੇਖੋ ਉਹ ਜਿਹੜਾ ਵੀ ਉੱਥੇ ਵੇਖਿਆ ਪ੍ਰੋਗਰਾਮ ਹੀ ਕਹਿਦੇ ਆ, ਹੱਲਾ ਬੋਲ ਟਾਈਪ ਪ੍ਰੋਗਰਾਮ। ਹੱਲਾ ਬੋਲ ਤਾਂ ਵਿਚਾਰਿਆਂ ਦਾ ਕਾਹਦਾ ਸੀਗਾ, ਹੱਲਾ ਤੇ ਅਗਲੇ ਨੇ ਬੋਲਣ ਵਾਲਿਆਂ ਨੇ ਬੋਲਿਆ, ਇਹਦੇ ਹੱਲਾ ਬਚਾਉਣ ਹੀ ਡਿਆ। ਉਹਦੇ 'ਚ ਇੱਕ ਗੱਲ ਹੈਗੀ ਵੀ ਉਹ ਥੋੜ੍ਹੇ ਜਿਹੇ ਥਾਂ 'ਚ ਕਹਿੰਦੇ ਜਿੱਥੇ ਲੀਡਰ ਸਾਹਿਬਾਨ ਸੀ ਉਧਰ ਨੂੰ ਤੇ ਚੱਲਦਾ ਹੈਗਾ ਵਾਛੜਾਂ ਵਾਲਾ। ਦੂਜੇ ਜਿਹੜੇ ਬੰਦੇ ਨਾਲ ਡਿਊਟੀ ਲਾਈ ਜਾਂਦੇ ਵੀ ਤੂੰ ਮੈਨੂੰ ਲੱਭ ਕੇ ਮੇਰੀ ਫੋਟੋ ਜ਼ਰੂਰ ਬਣਾ ਲਈ, ਉੱਥੇ ਵੀਡੀਓ ਜ਼ਰੂਰ ਬਣਾ ਲਈ, ਤਾਂ ਜੋ ਪਤਾ ਲੱਗੇ ਵੀ ਸਰ ਜਿੱਦਣ ਉਦੋਂ ਤੁਹਾਨੂੰ ਉੱਥੇ ਅੰਦਰ ਬਿਠਾਇਆ ਸੀ ਮੈਂ ਉਦੋਂ ਸੜਕ 'ਤੇ ਉੱਥੇ ਪਾਣੀ ਦੀਆਂ ਵਾਛੜਾਂ ਚੱਲੀਆਂ। ਉਹ ਵਿਚਾਰੇ ਲੱਭ ਕੇ ਵੇਖਦੇ। 1 ਮਿੰਟ ਕਹਿੰਦਾ ਕੀ ਹੋਇਆ ਯਾਰ, ਹੁਣੇ ਪਾਣੀ ਜਿਹਾ ਵੱਜਾ ਸੀ ਆਪਣੇ ਵਾਲਾ, ਪਤਾ ਨਹੀਂ ਸਰਦਾਰ ਕਿੱਧਰ ਗਿਆ ਸੀ। 1 ਮਿੰਟ ਦਿਸ ਪਿਆ ਫਿਰ ਬਣਾਈ ਵੀਡੀਓ। ਇਹ ਵੀ ਕੰਮ ਬੜਾ ਚੱਲਿਆ ਵੀ ਕਿਉਂਕਿ ਹੁਣ ਜਿੰਨੇ ਲੀਡਰ ਸਾਹਿਬਾਨ ਉੱਥੇ ਗਏ ਨੇ, ਸੁੱਖ ਨਾਲ ਉਹਨਾਂ ਦੀ ਹਾਜ਼ਰੀ ਪਰਸਨਲ ਜਿਹੜਾ ਉਹਨਾਂ ਦਾ ਆਪਣਾ ਸੋਸ਼ਲ ਮੀਡੀਆ ਉੱਤੇ ਪਾਉਣ ਦੇ ਲਈ ਵੀ ਚਾਹੀਦੀ ਹੁੰਦੀ ਹੈ। ਸੋ ਉਹ ਵੀ ਚੀਜ਼ ਉੱਥੇ ਵਧੀਆ ਵੇਖਣ ਨੂੰ ਮਿਲੀ। ਉਹ ਕਹਿੰਦੇ ਵੀ ਮਹਾਰਾਜ ਸਾਡੇ ਲੀਡਰ ਸਾਹਿਬ ਦਾ ਪਤਾ ਜ਼ਰੂਰ ਲੱਗੇ ਵੀ ਸਾਡੇ ਲੀਡਰ ਸਾਹਿਬ ਵੀ ਉੱਥੇ ਗਏ ਸੀ, ਉਹਨਾਂ ਨੇ ਵੀ ਉੱਥੇ ਮਹਾਰਾਜ ਪਾਣੀ ਦੀਆਂ ਵਾਛੜਾਂ ਦਾ ਸਾਹਮਣਾ ਕੀਤਾ। ਨਹੀਂ ਸ਼ਬਦ ਥੋੜਾ ਹੋਰ ਤੱਤਾ, ਜਲ ਤੋਪਾਂ ਦਾ ਸਾਹਮਣਾ ਕੀਤਾ। ਛਾਤੀ ਡਾਹ ਕੇ ਜਲ ਤੋਪਾਂ ਦਾ ਸਾਹਮਣਾ ਕੀਤਾ। ਕਿਉਂ ਕੀਤਾ? ਕਿਉਂਕਿ ਰਾਹੁਲ ਗਾਂਧੀ ਸਾਹਿਬ ਕੋਲੋਂ ਪੁੱਛਗਿੱਛ ਕਰ ਰਹੇ ਸੀ। ਸੰਧਾਲੀਆ ਸਾਹਿਬ ਦੇਖੋ ਅੱਗੇ ਹੁੰਦਾ ਸੀ ਜਦੋਂ ਕਿਸੇ ਲੀਡਰ ਦੀ ਜੀਵਨੀ ਪੜ੍ਹਦੇ ਆ, ਉਹ ਹੁੰਦਾ ਸੀ ਕਿ ਉਹਨਾਂ ਨੇ ਇਸ ਸਾਲ ਤੋਂ ਲੈ ਕੇ ਇਸ ਸਾਲ ਤੱਕ ਨਿੱਠ ਕੇ ਕੰਮ ਕੀਤਾ ਤੇ ਲੀਡਰਾਂ ਦੀ ਮੋਹਰੀ ਕਤਾਰ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਆਪਣੇ ਕੰਮ ਦੇ ਬਿਹਾਫ ਦੇ ਉੱਤੇ। ਹੁਣ ਗੱਲ ਬਿਲਕੁਲ ਦੂਸਰੇ ਪਾਸੇ ਦੀ ਹੋ ਗਈ। ਤੁਸੀਂ ਸੋਸ਼ਲ ਮੀਡੀਆ ਦੇਖੋ, ਅਸੀਂ ਇਹ ਨਹੀਂ ਕਹਿੰਦੇ ਕੋਈ ਬੰਦਾ ਗਲਤ ਕਰਦਾ, ਤੁਸੀਂ ਆਪਣੀ ਜਗ੍ਹਾ ਤੇ ਸਾਰੇ ਹੀ ਠੀਕ ਕਰਦੇ ਹੋ। ਹੁਣ ਅੱਗੇ ਤਾਂ ਹੁੰਦਾ ਸੀ ਲੀਡਰਾਂ ਨੂੰ ਕਿ ਜਿਹੜੇ ਕੰਮ ਲਈ ਜਾਣਾ, ਟਾਸਕ, ਚਲੋ ਰਾਹੁਲ ਗਾਂਧੀ ਵਾਲੇ ਮੁੱਦੇ ਤੇ ਹੀ ਜਾਣਾ, ਸੰਗਰੂਰ ਦੀ ਜ਼ਿਮਨੀ ਚੋਣ 'ਚ ਪ੍ਰਚਾਰ ਕਰਨ ਜਾਣਾ। ਪ੍ਰਚਾਰ ਕਰਨ ਜਾਣ ਦਾ ਮਤਲਬ ਇਹ ਤਾਂ ਇੱਕ ਵੋਟਰ ਨੂੰ ਕਹਿਣਾ ਕਿ ਆਹ ਸਾਡੀ ਪਾਰਟੀ ਹੈ, ਆਹ ਸਾਡੀ ਪਾਰਟੀ ਦਾ ਕੈਂਡੀਡੇਟ ਹੈ, ਆਹ ਸਾਡੀ ਪਾਰਟੀ ਦਾ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਤੇ ਦੂਜਿਆਂ ਦੀ ਨਾਕਾਮੀ ਨੂੰ ਦੇਖਦੇ ਹੋਏ ਵੋਟ ਐਤਕੀ ਸਾਨੂੰ ਜ਼ਰੂਰ ਦੇਣਾ। ਪਰ ਹੁਣ ਇਦਾਂ ਨਹੀਂ ਹੈ। ਹੁਣ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੁੰਦਾ ਕਿ ਤਕਾਲਾਂ ਨੂੰ ਫੋਟੋ ਕਿੱਦਾਂ ਪਾਉਣੀ ਹੈ। ਤੁਸੀਂ ਦੇਖੋ ਵੱਖ-ਵੱਖ ਧਿਰਾਂ ਦੇ ਲੀਡਰ ਨੇ। ਹੁਣ ਇੱਥੇ ਵੀ ਬੈਰੀਕੇਡ ਟੁੱਟਦੇ ਆ ਕਿ ਨਹੀਂ ਟੁੱਟਦੇ, ਪ੍ਰਭਾਵ ਕਿੱਦਾਂ ਦਾ ਜਾਂਦਾ ਹੈ, ਪਾਰਟੀ ਦੇ ਵਰਕਰਾਂ ਨੂੰ ਹੱਲਾ ਦੇ ਕੇ ਅੱਗੇ ਨੂੰ ਕਿੱਦਾਂ ਲਿਜਾਣਾ ਹੈ, ਉਹ ਨਹੀਂ। ਉੱਥੇ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਦੇ ਜਿਹੜੇ ਜ਼ਿਲ੍ਹਾ ਪੱਧਰੀ, ਸੂਬਾ ਪੱਧਰੀ, ਜ਼ੋਨ ਪੱਧਰੀ ਲੀਡਰ ਨੇ, ਉਹਨਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੇ ਜਾ ਕੇ ਦੇਖ ਲਓ, ਉਹਨਾਂ ਦੀਆਂ ਫੋਟੋ ਹੋਣਗੀਆਂ ਵੱਖ-ਵੱਖ 5-7 ਐਂਗਲਾਂ ਤੋਂ, ਇੱਥੋਂ ਤੇ ਉੱਥੇ ਥੱਲੇ ਲਿਖਿਆ ਹੋਊਗਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੇ ਨਾਲ, ਵਿਰੋਧੀ ਧਿਰ ਦੇ ਲੀਡਰ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ, ਈਡੀ ਵੱਲੋਂ ਸਾਡੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਰਾਹੁਲ ਗਾਂਧੀ ਹੋਰਾਂ ਨੂੰ ਜਿਸ ਤਰੀਕੇ ਪਰੇਸ਼ਾਨ ਕੀਤਾ ਜਾ ਰਿਹਾ, ਉਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ 'ਚ ਹਿੱਸਾ ਲੈਂਦੇ ਹੋਏ, ਤੇ ਸਾਰੇ ਕੈਮਰੇ ਦੇ ਮੂਹਰੇ ਬੰਦਾ ਐਂ ਆਪ ਹੀ ਹੁੰਦਾ ਹੀ, ਐਂ ਲੱਗਦਾ ਕਿ ਨਹੀਂ ਹੋਰ ਨਹੀਂ ਲੀਡ ਇਹੀ ਕਰ ਰਿਹਾ ਸਾਰੇ ਧਰਨੇ ਨੂੰ। ਉਧਰਲੇ ਪਾਸੇ ਦੂਜੀਆਂ ਧਿਰਾਂ ਜਿਹੜੀਆਂ ਸੰਗਰੂਰ 'ਚ ਵਿਅਸਤ ਨੇ, ਉੱਥੇ ਵੀ ਇਦਾਂ ਹੀ ਆ। ਤੇ ਉੱਥੇ ਵੀ ਜਿਹੜੇ ਲੀਡਰ ਨੇ ਵੱਖ-ਵੱਖ, ਉਹਨਾਂ ਦਾ ਸੋਸ਼ਲ ਮੀਡੀਆ ਦੇਖ ਲਓ। ਅੱਜ ਐਸ ਐਮਐਲਏ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ, ਅੱਜ ਇਹਨਾਂ ਪਿੰਡਾਂ ਦਾ ਦੌਰਾ ਕਰਦੇ ਹੋਏ, ਤੇ ਉਹਦੇ ਵਿੱਚ ਵੋਟਰ ਇੱਕ ਹੀ ਹੁੰਦਾ ਹੈ, ਆਪਦੇ ਬੰਦੇ 15 ਹੁੰਦੇ ਆ। ਇਹੀ ਤੇ ਗੱਲ ਹੈ। ਦੇਖੋ ਜਿਹੜੀ ਚੀਜ਼ ਭਾਈ ਸਾਹਿਬ ਲੋੜ ਹੈ, ਇਹਦਾ ਕਹਿੰਦਾ ਵੀ ਕਿਸੇ ਵੀ ਕੰਮ ਦੇ ਲਈ ਕਰਮ ਕਰੋ, ਇਹ ਉਹ ਆਪਣਾ ਕਰਮ ਕਰ ਰਹੇ ਨੇ ਜੀ। ਤੇ ਸੜਕ ਵੀ ਕਿਸੇ ਵੇਲੇ ਕਰਮ ਭੂਮੀ ਬਣ ਜਾਂਦੀ ਹੈ। ਤੁਹਾਨੂੰ ਕੀ ਪਤਾ ਬਾਟ ਸਾਹਿਬ, ਤੱਤੀ ਸੜਕ ਤੇ ਜਦੋਂ ਬਹਿਣਾ ਪੈਂਦਾ ਨਾ, ਤੇ ਧਰਨਾ ਲਾ ਕੇ
ਅਸੀਂ ਮਤਲਬ ਪਿੱਛੇ ਨਹੀਂ ਹਟਾਂਗੇ, ਲੋਕਤੰਤਰ ਬਚਾ ਕੇ ਖੜਨਾ ਉੱਥੋਂ। ਕਹਿੰਦੇ ਵੀ ਹੋ ਸਕਦਾ ਵੀ ਜਦੋਂ ਕਹਿੰਦੇ ਫੋਟੋ ਕੈਮਰੇ ਕੂਮਰੇ 'ਚ ਉੱਥੇ ਰਾ ਭਲਾ ਯਾਰ ਕਈ ਵਾਰੀ ਬੰਦੇ ਬੱਸ ਡੀਕ ਦਿੰਦੇ ਆਈ ਨਹੀਂ ਬੱਸ ਉਹ ਬਾਕੀ ਠੀਕ ਕਹਿੰਦਾ ਯਾਰ ਇੱਥੇ ਮੇਰੇ ਉਦੋਂ ਰਗੜ ਜੀ ਲੱਗ ਗਈ, ਅੱਛਾ ਇੱਦਾਂ ਕਰ ਪਹਿਲਾਂ ਤਾਂ ਕੁਝ ਖਾਈਏ ਪੀਏ ਯਾਰ, ਤੇ ਉਦੋਂ ਬਾਅਦ ਇੱਥੇ ਪੱਟੀ ਪੁੱਟੀ ਕਰਾ ਲਈਏ, ਤੇ ਨਾਲੇ ਵੇਖੀ ਕੱਲ ਦਾ ਤੇ ਨਹੀਂ ਕਿਤੇ ਫਿਰ ਸੱਦ ਲੈਂਦੇ ਯਾਰ, 2 ਦਿਨ ਦੇ ਸਾਹ ਸੂ ਲਈਏ ਹੁਣ, ਫਿਰ ਉਦੋਂ ਬਾਅਦ ਚੱਲਾਂਗੇ ਜੀ। ਚਲੋ ਜੋ ਵੀ ਸੀਗਾ ਅਗਲਿਆਂ ਦਾ ਕੰਮ ਚੱਲ ਪਿਆ। ਪਰ ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਆਪਾਂ ਕੱਲ ਵੀ ਜ਼ਿਕਰ ਕਰਦੇ ਸੀ, ਇਸ ਤੋਂ ਪਹਿਲਾਂ ਬਾਕੀ ਥਾਵਾਂ ਤੇ ਵੀ ਇਸ ਚੀਜ਼ ਦਾ ਜ਼ਿਕਰ ਚੱਲਦਾ ਵੀ ਜੋ ਇਸ ਵਕਤ ਕਾਂਗਰਸ ਪਾਰਟੀ ਦੇ ਹਾਲਾਤ ਨੇ ਉਹ ਵਾਕਿਆ ਹੀ ਪਾਰਟੀ ਦੇ ਤੌਰ ਤੇ ਕਾਫੀ ਮਾੜੇ ਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਉਹ ਪੂਰੇ ਦੇਸ਼ ਦੇ ਵਿੱਚ ਆਪਣੇ ਆਪਣੇ ਤੌਰ ਦੇ ਉੱਪਰ ਆਪਣੀ ਪਾਰਟੀ ਵੱਲੋਂ ਜਾਂ ਆਪਣੇ ਪਾਰਟੀ ਪ੍ਰਧਾਨ ਨੂੰ ਜਾਂ ਲੀਡਰ ਨੂੰ ਈਡੀ ਤੋਂ ਬਚਾਉਣ ਦੇ ਲਈ, ਜਾਂ ਜਿੱਦਾਂ ਉਹ ਕਹਿੰਦੇ ਆ ਵੀ ਸਰਕਾਰ ਇਸ ਵਕਤ ਜਿਹੜੀ ਧੱਕਾ ਕਰ ਰਹੀ ਜੀ ਲੋਕਤੰਤਰ ਬਚਾਉਣ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਰੇ ਕੁਛ ਦੇ ਨਾਲ ਜਿੱਦਾਂ ਮੈਂ ਅੱਗੇ ਜ਼ਿਕਰ ਕਰ ਦਿੰਦਾ ਪੇਜ ਦੇ ਵਿਚਾਲੇ ਲੀਕ ਮਾਰ ਕੇ ਨਾ ਇੱਕ ਪਾਸੇ ਤੇ ਇਹ ਚੀਜ਼ ਲਿਖੀ ਜਾਂਦੀ ਵੀ ਮਸਲਾ, ਫਿਰ ਅਗਲੇ ਪਾਸੇ ਲਿਖਦਾ ਮਸਲੇ ਦੇ ਕਾਰਨ। ਮਸਲੇ ਦੇ ਕਾਰਨਾਂ ਦੇ ਵਿੱਚ ਫਿਰ ਉਹੀ ਕਾਰਨ ਆ ਜਾਂਦੇ ਵੀ ਮਹਾਰਾਜ ਜਦੋਂ ਇਹਨਾਂ ਦਾ ਸਮਾਂ ਸੀਗਾ ਉਦੋਂ ਇਹਨਾਂ ਨੇ ਇੱਦਾਂ ਕਰ ਰੱਖਿਆ, ਹੁਣ ਜਦੋਂ ਉਹੋ ਹੀ ਕੁਰਸੀ ਅਗਲਿਆਂ ਦੇ ਕੋਲ ਆ ਗਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਫਾਰਮੂਲਾ ਪਹਿਲਾਂ ਵਾਲਾ ਹੀ ਆ ਜੀ, ਬਸ ਇੱਕ ਤਰ੍ਹਾਂ ਨਾਲ ਗੱਡੀ ਪੁਰਾਣੀ ਆ, ਧੋ ਸਵਾਰ ਕੇ ਤੇ ਬਸ ਉਹੀ ਲੈ ਆਉਣੀ। ਸੋ ਉਹੀ ਚੀਜ਼ ਇਸ ਵਕਤ ਚੱਲ ਰਹੀ। ਇਸ ਕਰਕੇ ਹੋ ਸਕਦਾ ਕਾਂਗਰਸ ਪਾਰਟੀ ਜਾਂ ਉਹਨਾਂ ਦੇ ਸਪੋਰਟਰਸ ਨੂੰ ਲੱਗਦਾ ਹੋਵੇ ਕਿ ਵੀ ਹਾਂਜੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਕਾਫੀ ਫਰਕ ਪਿਆ, ਪਰ ਜੇ ਮਾਸਿਸ ਦੇ ਵਿੱਚ ਆਮ ਲੋਕਾਂ 'ਚ ਗੱਲ ਕੀਤੀ ਜਾਵੇ ਤਾਂ ਬਹੁਤੇ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਬਹੁਤਾ ਫਰਕ ਪਿਆ ਨਹੀਂ। ਉਹ ਕਹਿੰਦੇ ਯਾਰ ਉਹਨਾਂ ਦੀ ਕੋਈ ਸਿਆਸੀ ਲੜਾਈ ਆਪਾਂ ਕੀ ਲੈਣ ਦੇਣਾ। ਨਹੀਂ ਉਹਨਾਂ ਨੂੰ ਵੀ ਪਤਾ ਹੈ ਕਿ ਭਾਈ ਅੱਜ ਜਾਂ ਤਾਂ ਹੋਵੇ ਨਾ ਕਿ ਬੰਦਾ ਕਹਿੰਦਾ ਜੀ ਮੈਂ ਰਾਜ ਭਵਨ ਨੂੰ ਚੱਲਿਆ ਤਾਂ ਮੈਂ ਜਾਣਾ, ਕਿਉਂਕਿ ਹੁਣ ਤਾਂ ਪ੍ਰੋਸੈਸ ਇਹਨਾਂ ਰਹਿ ਗਿਆ ਕਿ ਐਲਾਨ ਕਰਨਾ, ਇੱਥੋਂ ਤੁਰਨਾ। ਪੱਤਰਕਾਰਾਂ ਨੂੰ ਵੀ ਪਤਾ ਹੁੰਦਾ ਕਿ ਇੱਥੇ ਇਹਨਾਂ ਨੂੰ ਰੋਕ ਲੈਣਾ। ਪੱਤਰਕਾਰ ਇੱਕ ਜਿੱਥੋਂ ਸਟਾਰਟ ਹੁੰਦੇ ਆ ਉੱਥੋਂ 2 ਸ਼ਾਟ ਲੈ ਕੇ ਫਿਰ ਜਿੱਥੇ ਉਹਨਾਂ ਰੋਕਣਾ ਹੁੰਦਾ ਉੱਥੇ ਜਾ ਕੇ, ਤੇ ਉੱਥੇ ਵੀ ਜਦੋਂ ਪਾਣੀ ਦੀਆਂ ਬਿਸ਼ਾਰਾਂ ਜਾਂ ਕੁਛ ਹੋਰ ਆ ਗਿਆ ਫਿਰ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਫਲਾਣੇ ਥਾਣੇ ਲੈ ਕੇ ਜਾਣਾ, ਉੱਥੋਂ ਇਹਨਾਂ ਨੇ ਘਰਾਂ ਨੂੰ ਚੱਲ ਜਾਣਾ। ਦੇਖੋ ਇਹਦੇ ਤੁਸੀਂ ਪ੍ਰੋਸੈਸ ਸਮਝਾਇਆ, ਹਾਂਜੀ। ਹੁਣ ਇਹਨਾਂ ਪ੍ਰੋਸੈਸ ਦੇ ਥਾਵਾਂ ਦੇ ਉੱਪਰ ਜਿਹੜੇ ਬੰਦੇ ਖੜੇ ਹੁੰਦੇ ਉਹਨਾਂ ਦੀ ਥੋੜ੍ਹੀ ਜਿਹੀ ਮਨੋਦਸ਼ਾ ਮੈਂ ਸਮਝਾਵਾਂ। ਪਹਿਲਾਂ ਦੇ ਜਿਹੜੇ ਉਹ ਬੈਰੀਕੇਡ ਵਾਲੇ ਹੁੰਦੇ ਆ, ਉਹਨਾਂ ਬੈਰੀਕੇਡਾਂ ਨੂੰ ਲਿਆਉਣ ਵਾਲਾ ਜਿਹੜਾ ਕੈਂਟਰ ਹੁੰਦਾ ਤੇ ਕੈਂਟਰ ਦਾ ਡਰਾਈਵਰ ਹੁੰਦਾ, ਉਹ ਵੀ ਵਿਚਾਰਾ ਲਾਗੇ ਵੇਲਾ ਫੋਨ ਤੇ ਵੇਖਣਾ, ਉਹਨਾਂ ਕਿੱਦਾਂ ਇੱਥੇ ਬਿੱਲਾ ਬੈਠਾ ਹੋਵੇ, ਉਹ ਆਹੋ ਯਾਰ ਆ ਜੰਗਲੇ ਜਿਹੇ ਲਿਆਂਦੇ ਸੀ ਪੁਲਿਸ ਵਾਲਿਆਂ ਨੇ ਸੱਦੇ ਇੱਥੇ, ਪਤਾ ਨਹੀਂ ਇੱਥੇ ਕੁਛ ਕਰਨਾ ਇਹਨਾਂ ਨੇ, ਜਦੋਂ ਵਿਹਲੇ ਹੋ ਗਏ ਮੈਂ ਛੱਡ ਕੇ ਆਉਣੇ ਵਾਪਸ, ਉਹਦਾ ਆਪਣਾ ਕੰਮ ਹੁੰਦਾ। ਫਿਰ ਉਹਨਾਂ ਹੀ ਜੰਗਲਿਆਂ ਦੇ ਉੱਪਰ ਬੈਰੀਕੇਡਾਂ ਦੇ ਉੱਪਰ ਜਿਹੜੇ ਜਨਾਬ ਉਦੋਂ ਸਪੈਸ਼ਲ ਡਿਊਟੀ ਤੇ ਲੈਂਦੇ ਹੁੰਦੇ ਵੀ ਇੱਥੇ ਕੁਛ ਹੋਣਾ, ਅਮਨ ਕਾਨੂੰਨ ਦੀ ਸਥਿਤੀ, ਫੋਰਸ ਮੰਗਾਈ, ਉਹ ਫੋਰਸ ਵਾਲੇ ਜਨਾਬ ਵੀ ਡੰਡਾ ਲੈ ਕੇ ਖਲੋਤੇ ਹੁੰਦੇ, ਉਹ ਕਹਿੰਦੇ ਵੀ ਹਾਂ ਕਿੱਦਾਂ ਅੱਜ, ਪਤਾ ਨਹੀਂ ਯਾਰ ਇੱਥੇ ਜੇ ਵੇਖੋ 2-4 ਛੱਡਣੀਆਂ ਵੀ ਪੈ ਗਈਆਂ, ਛੱਡ ਲਵਾਂਗੇ, 1-2 ਫੜ ਕੇ ਵਿੱਚ ਭਾਉਣੇ ਬਹਾ ਲਾਂਗੇ। ਕਹਿੰਦਾ ਕਿੰਨੇ ਕੁ ਵਜੇ ਵਿਹਲੇ ਹੋਣਾ, ਵੇਖੋ ਇਕੱਠੇ ਕੁੱਠੇ ਜਿਹੇ ਹੋਣ ਡਿਆ, ਜਦੋਂ ਆ ਕੇ ਫੜ ਲਾਂਗੇ। ਉਹਨਾਂ ਨੂੰ ਪਤਾ ਹੁੰਦਾ 5-7 ਵਾਰੀ ਐਂ ਕਰਨੀ ਉਹਨਾਂ ਨੇ ਜੰਗਲੇ ਜਿਹਾ ਫੜ ਕੇ, ਹੈ ਨਾ। ਪਿਛਲੇ ਪਾਸੇ ਲੀਡਰ ਸਾਹਿਬਾਨ ਜਿਹੜੇ ਇਕੱਠੇ ਹੋ ਰਹਿੰਦੇ ਆ, ਉਹਨਾਂ ਦੀ ਆਪਣੀ ਸੋਚ ਹੁੰਦੀ, ਉਹ ਕਹਿੰਦੇ ਬਾਕੀ ਠੀਕ ਆ ਯਾਰ ਕਿੱਦਾਂ ਕਰੀ, ਅੱਛਾ ਦੇਖੋ ਆ ਗਏ ਸਾਰੇ, ਉਹ ਕਹਿੰਦੇ 2 ਮਿੰਟ ਰੁਕੋ ਸਾਡੇ ਵਾਲੀ ਬੱਸ ਅਜੇ ਆਉਂਦੀ, ਸੱਦੋ ਯਾਰ, ਫਿਰ ਗਰਮੀ ਅੱਗੇ ਵਧਣ ਡਈ, ਫਿਰ ਨਿਬੇੜੀਏ ਕੰਮ ਆਪਾਂ ਜਿਹੜਾ ਕੰਮ ਕਰਨਾ। ਦੇਖਿਆ ਉਹਨਾਂ 'ਚੋਂ ਇੱਕ ਅੱਧਾ ਬਹੁਤ ਕਾਲਾ ਹੁੰਦਾ, ਵਾਲੀ ਖੇਡਿਆ ਜਾਂਦਾ, ਇੱਧਰਲੇ ਪਾਸੇ ਪੁਲਿਸ ਵਾਲੇ ਹੁੰਦੇ ਐ ਸਾਰੇ ਖੜੇ 3, 4, 5, 6 ਲੀਰਾਂ 'ਚ, ਉਧਰਲੇ ਪਾਸੇ ਸਿਆਸੀ ਪਾਰਟੀ ਦੇ ਜਾਂ ਬਾਕੀ ਬੰਦੇ ਹੁੰਦੇ, ਉਹਨਾਂ 'ਚੋਂ ਇੱਕ ਅੱਧਾ ਫਿਰ ਉੱਪਰ ਬੈਰੀਕੇਡ ਤੇ ਚੜ੍ਹਦਾ, ਉਧਰ ਛਾਲ ਮਾਰਦਾ, ਉਹ ਚੱਕ ਕੇ ਨਾਲ ਹੀ ਉਧਰ ਨੂੰ ਕਰ ਦਿੰਦੇ, ਉਹ ਉਧਰੋਂ ਫੇਰ ਚੱਕਦੇ ਆ, ਉਹ ਬੰਦਾ ਇੱਕ ਉੱਪਰ ਹੀ ਰਹਿੰਦਾ ਕਈ ਚਿਰ, ਸਭ ਤੋਂ ਵੱਧ ਵੀਡੀਓ ਉਹਦੀ ਬਣਦੀ ਹੈ। ਹਾਂਜੀ, ਉਹ ਪਤਾ ਹੁੰਦਾ ਨਾ ਵੀ ਭਾਈ ਸਾਹਿਬ ਮੈਂ ਅੱਜ ਆ ਗਏ, ਉਹ ਉੱਥੇ ਨਹੀਂ ਉਹਨਾਂ ਵੇਲਾ ਵੀ ਉੱਥੇ ਸੰਘਰਸ਼ ਹੁੰਦਾ ਸਾਰਾ। ਸ਼ਾਮ ਨੂੰ ਜਦੋਂ ਗੱਡੀ 'ਚ ਬਹਿਣਾ, ਜਦੋਂ ਰੋਟੀ ਪਾਣੀ ਉੱਥੇ ਖਾਣਾ, ਕਿੱਦਾਂ ਰਿਹਾ ਠੀਕ ਸੀ ਨਾ ਮੇਰਾ ਕੰਮ, ਖੁਦਾ ਜਨਾਬ ਤੁਸੀਂ ਛਾ ਗਏ ਅੱਜ, ਮੈਂ ਤੇ ਉਦੋਂ ਵੇਖਿਆ, ਮੈਂ ਕਿਹਾ ਯਾਰ ਆਪਣਾ ਲੀਡਰ ਲੈ ਗਏ ਨੰਬਰ, ਫਿਰ ਆਪਣਾ ਬੰਦਾ ਲੈ ਗਿਆ। ਹਾਂ, ਉਹ ਕਹਿੰਦਾ 2 ਗ੍ਰਾਮ ਮੈਨੂੰ ਉਹਨੇ ਫਲਾਣੇ ਨੇ ਧੱਕਾ ਵੀ ਮਾਰਿਆ, ਉਹਨਾਂ ਦੇ ਵਿੱਚ ਨਾਲ ਦੇ ਨਹੀਂ ਆਖੀ ਜਾਣਾ ਹੁੰਦਾ, ਉਹਨੇ ਮੈਨੂੰ ਧੱਕਾ ਮਾਰਿਆ, ਉਹਨੂੰ ਇਹ ਸੀ ਵੀ ਮੈਂ ਗਿਆ, ਮੈਂ ਇੱਦਾਂ ਕਿੱਦਾਂ ਤੈਨੂੰ ਮੈਂ ਅੱਗੇ ਆਉਣ ਦੇਣਾ, ਵੇਖੀਆਂ ਤੂੰ। ਚਲੋ ਵਧੀਆ ਹੋ ਗਿਆ ਕੰਮ, ਕੁੱਲ ਮਿਲਾ ਕੇ ਅਗਲਿਆਂ ਦਾ ਪ੍ਰਦਰਸ਼ਨ ਸੀ। ਰਾਹੁਲ ਗਾਂਧੀ ਹੋਰਾਂ ਦਾ ਮਸਲਾ ਜਦੋਂ ਵਿਚਾਰਦੇ ਸੀ ਤਾਂ ਆਪਾਂ ਉੱਥੋਂ ਸਿੱਧੇ ਸੰਗਰੂਰ ਲੈ ਜਾਣਾ, ਕਿਉਂਕਿ ਗੱਲ ਉਹਨਾਂ ਨੇ ਜੁੜਦੀ ਹੈ। ਅੱਜ ਬੀਬੀ ਕਮਲਦੀਪ ਕੌਰ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਨੇ, ਤੇ ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ, ਦੋਨਾਂ ਧਿਰਾਂ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵੋਟਰਾਂ ਨੂੰ, ਤੇ ਬੀਬੀ ਕਮਲਦੀਪ ਕੌਰ ਹੋਰਾਂ ਨੇ ਸਪੈਸ਼ਲ ਇੱਕ ਵੀਡੀਓ ਜਾਰੀ ਕਰਕੇ ਇਹ ਕਿਹਾ ਕਿ ਸਤਿਕਾਰਯੋਗ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ, ਪਰ ਅੱਜ ਮਨੁੱਖੀ ਅਧਿਕਾਰਾਂ ਦੇ ਮੁੱਦੇ ਦੇ ਉੱਤੇ ਜਾਂ ਕਿਸ ਤਰੀਕੇ ਹੇਜ ਉਹਨਾਂ ਨੇ ਕਹਿੰਦੇ ਜੀ ਰਾਹੁਲ ਗਾਂਧੀ ਹੋਰਾਂ ਨਾਲ ਜਤਾਇਆ, ਸਾਨੂੰ ਬੜੀ ਹੈਰਾਨੀ ਹੋਈ ਹੈ ਕਿ ਇੱਕ ਪਾਸੇ ਤਾਂ 2.5 ਦਹਾਕੇ ਹੋ ਗਿਆ ਸਿੱਖ ਕੈਦੀ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਦੇ ਲਈ ਤਾਂ ਕਹਿੰਦੇ ਜੀ ਉਹਨਾਂ ਨੇ ਉਮੀਦਵਾਰੀ ਨਹੀਂ ਛੱਡੀ, ਤਾਂ ਆ ਰਾਹੁਲ ਗਾਂਧੀ ਨੂੰ 3 ਦਿਨ ਈਡੀ ਵਾਲਿਆਂ ਨੇ ਸੱਦਿਆ, ਕਹਿੰਦੇ ਜੀ ਸਾਨੂੰ ਇਸ ਗੱਲ ਦੀ ਆਸ ਨਹੀਂ ਸੀ ਪਰ ਉਹਨਾਂ ਨੇ ਕੀਤਾ। ਹਾਂ ਨਹੀਂ ਦੇਖੋ ਉਹ ਹੁਣ ਉਧਰਲੇ ਪਾਸੇ ਕਨੈਕਸ਼ਨ ਉਹਨਾਂ ਦਾ ਜੁੜੀ ਜਾਂਦੇ ਨੇ। ਵੈਸੇ ਇੱਕ ਗੱਲ ਤਾਂ ਹੈਗੀ ਆ ਕਿ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸ਼ੁਰੂ ਤੋਂ ਪਹਿਲਾਂ ਉਹਨਾਂ ਦੇ ਘਰ ਗਏ, ਉਸ ਤੋਂ ਬਾਅਦ ਉਹਨਾਂ ਦੀ ਨੋਮੀਨੇਸ਼ਨ ਦੇ ਵਿੱਚ ਜਦੋਂ ਵਾਪਸ ਲੈਣ ਦੀ ਤਰੀਕ ਸੀ ਉਦੋਂ ਵੀ 1-2 ਦਿਨਾਂ ਦੇ ਪ੍ਰਚਾਰ 'ਚ ਵੀ ਉਹਨਾਂ ਕੱਲ੍ਹ ਤੱਕ ਵੀ ਉਹ ਇਹੀ ਕਹਿੰਦੇ ਸੀ ਵੀ ਦੇਖੋ ਮੈਂ ਵਾਰ-ਵਾਰ ਕਹਿੰਦਾ, ਉਹ ਵਾਰ-ਵਾਰ ਹੀ ਕਹਿੰਦੇ, ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦਾਅਵਾ ਕਰ ਰਿਹਾ ਤੁਹਾਡੇ ਨਾਲ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਇਸ ਵਾਰ ਬੰਦੀ ਸਿੰਘਾਂ ਦੇ ਨਾਂ ਦੇ ਉੱਪਰ ਇੱਕ ਵਾਰ ਰਸਤਾ ਖਾਲੀ ਕਰ ਦੇਣ, ਯਾਨੀ ਕਿ ਇਲੈਕਸ਼ਨ ਤੋਂ ਲਾਂਭੇ ਹੋ ਜਾਣ, ਸਪੋਰਟ ਕਰ ਦੇਣ ਸਾਨੂੰ,
2024 ਦੇ ਲਈ ਪੂਰੇ ਪੰਜਾਬ 'ਚ ਉਹਨਾਂ ਨੇ ਆਪਸ਼ਨ ਦਿੱਤੀ ਵੀ ਪੂਰੇ ਪੰਜਾਬ 'ਚ ਜਿਹੜੀ ਸੀਟ ਤੇ ਉਂਗਲ ਰੱਖ ਦੇਣਗੇ ਵੀ ਮੈਂ ਫਲਾਣੇ ਥਾਂ ਤੋਂ ਲੜਨਾ, ਉੱਥੋਂ ਕੈਂਡੀਡੇਟ ਉਹ ਹੋਣਗੇ, ਸਪੋਰਟ ਅਕਾਲੀ ਦਲ ਕਰੂਗਾ ਜੀ। ਤੁਸੀਂ ਦੇਖੋ ਵੀ ਸਟਿਲ ਉਹਨਾਂ ਨੂੰ ਆਸ ਹੈਗੀ ਆ ਵੀ ਸ਼ਾਇਦ ਸਿਮਰਨਜੀਤ ਸਿੰਘ ਮਾਨ ਹੋਰੀ ਮੰਨ ਜਾਣ, ਪਰ ਦੂਸਰੇ ਪਾਸੇ ਮਾਨ ਸਾਹਿਬ ਦਾ ਜਦੋਂ ਆਪਾਂ ਬਿਆਨ ਸੁਣਦੇ ਹਾਂ ਉਹ ਮੈਨੂੰ ਲੱਗਦਾ ਨਹੀਂ ਕਿ ਪਿੱਛੇ ਹਟਣ ਵਾਲੇ ਆ। ਨਹੀਂ, ਉਹਨਾਂ ਦਾ ਤਾਂ ਕੰਮ ਬੜਾ ਸਿੱਧਾ, ਉਹ ਜਿੱਥੇ ਜਾਂਦੇ ਆ ਉੱਥੇ ਜਾ ਕੇ ਇਹੀ ਕਹਿੰਦੇ ਆ ਕਿ ਬਾਕੀ ਪੰਥ ਦੇ ਨਾਂ ਦੇ ਉੱਤੇ ਸਿਆਸਤ ਕਰਦੇ ਆ। ਤੇ ਮੈਂ ਅਸਲ ਦੇ ਵਿੱਚ ਕਿਉਂਕਿ ਉਹ ਸਾਰੀ ਚੀਜ਼ ਨੂੰ ਮਹਿਸੂਸ ਕੀਤਾ, ਉਹਨੂੰ ਭੋਗਿਆ, ਮੈਂ ਜੇਲ੍ਹਾਂ ਦੇ ਵਿੱਚ ਰਿਹਾ, ਤੇ ਹੁਣ ਉਹ ਕਹਿੰਦੇ ਜੀ ਵਾਰੀ ਸਾਡੀ ਆ, ਅਕਾਲੀ ਦਲ ਬਾਦਲ ਨੂੰ ਲੋਕ ਭੁੱਲ ਰਹੇ ਆ। ਹੁਣ ਆਪਸ ਦੇ ਵਿੱਚ ਦਸਤ ਪੰਜਾ ਕਹਾਣੀ ਕਿੱਧਰ ਨੂੰ ਜਾਊ। ਭਾਈ ਰਾਜਵਾਨਾ ਹੋਰਾਂ ਨੇ ਚਿੱਠੀ ਜੇਲ੍ਹ ਦੇ ਵਿੱਚੋਂ ਲਿਖੀ ਹੈ, ਉਹ ਬਹੁਤ ਲੰਬੀ ਚੌੜੀ ਚਿੱਠੀ ਹੈ, ਤੇ ਉਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਪੰਥਕ ਧਿਰਾਂ ਨੇ ਬੀਬੀ ਕਮਲਦੀਪ ਕੌਰ ਨੂੰ ਖੜੇ ਕੀਤਾ ਇਲੈਕਸ਼ਨ ਦੇ ਵਿੱਚ, ਤੇ ਵੋਟਾਂ ਪਾ ਕੇ ਹੁਣ ਕਾਮਯਾਬ ਕਰੋ। ਹਾਂ ਨਹੀਂ, ਇਹ ਤਾਂ ਹੈ। ਵੈਸੇ ਉਹਦੇ 'ਚ ਉਹਨਾਂ ਨੇ ਸਾਰਿਆਂ ਨੂੰ ਮੇਰਾ ਖਿਆਲ ਆਪਸ਼ਨਾਂ ਵੀ ਦਿੱਤੀਆਂ ਨਾ ਵੀ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣ ਦਾ ਕੀ ਫਾਇਦਾ ਨੁਕਸਾਨ ਹੈ। ਆਮ ਆਦਮੀ ਪਾਰਟੀ ਨੂੰ ਕਹਿੰਦੇ ਵੋਟ ਪਾਉਣੇ ਤੇ ਉਹ ਕੇਜਰੀਵਾਲ ਸਾਹਿਬ ਤੇ ਰਾਘਵ ਚੱਡਾ ਹੋਰਾਂ ਨੂੰ ਚਲੇ ਜਾਣੀ ਹੈ। ਜੇ ਤੁਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਉਣੇ ਤਾਂ ਉਹ ਕਹਿੰਦੇ ਵੀ ਗਾਂਧੀ ਪਰਿਵਾਰ ਨੂੰ ਵੋਟ ਜਾਣੀ, ਜਿਨ੍ਹਾਂ ਨੇ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਉੱਪਰ ਅਟੈਕ ਕੀਤਾ ਤੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਮਾਰਿਆ। ਫਿਰ ਉਹ ਜ਼ਿਕਰ ਕਰਦੇ ਆ ਵੀ ਜੇ ਆਪਾਂ ਬੀਜੇਪੀ ਦੀ ਗੱਲ ਕਰਦੇ ਆ ਤੇ ਕਿਉਂਕਿ ਆ ਪਿਛਲੇ ਦਿਨ ਹੀ ਕਹਿੰਦੇ ਆਪਾਂ ਦਿੱਲੀ 1.5 ਸਾਲ ਲੜੇ ਆ, 700 ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਜੀ। ਫਿਰ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜ਼ਿਕਰ ਵੀ ਕਰਦੇ ਨੇ, ਹਾਲਾਂਕਿ ਉਹਨਾਂ ਨੇ ਜਿਸ ਹਿਸਾਬ ਨਾਲ 1999-90 ਤੋਂ ਗੱਲ ਜੋੜੀ, ਫਿਰ ਇਹ ਵੀ ਜੋੜਿਆ ਕਿ ਉਹ ਮਹਿਲਾਂ 'ਚ ਰਹਿੰਦੇ ਨੇ ਜੀ, ਉਹਨਾਂ ਨੂੰ ਤਾਂ ਏਜੰਸੀਆਂ ਵੀਜ਼ੇ ਵੀ ਦਿੰਦੀਆਂ ਨੇ। ਸੋ ਉਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਹਾਂ ਉਹ ਲੜਾਈ ਜ਼ਰੂਰ ਲੜਦੇ ਨੇ ਤੇ ਸ਼ਾਇਦ ਉਹ ਸਿਰਦ ਨਹੀਂ। ਫਿਰ ਉਹਨਾਂ ਨੇ ਆਪਣੇ ਕਮਲਦੀਪ ਕੌਰ ਹੋਰੀ ਜਿਹੜੇ ਉਹਨਾਂ ਦੇ ਭੈਣ ਜੀ ਨੇ, ਉਹਨਾਂ ਦਾ ਜ਼ਿਕਰ ਕੀਤਾ ਵੀ ਇਸ ਵਾਰ ਤੁਸੀਂ ਉਹਨਾਂ ਨੂੰ ਵੋਟਾਂ ਪਾਓ ਪਾਰਟੀਬਾਜ਼ੀ ਤੋਂ, ਧੜੇਬੰਦੀ ਤੋਂ ਉੱਪਰ ਉੱਠ ਕੇ ਜੀ। ਸੋ ਉਸ ਚਿੱਠੀ ਦੀ ਵਾਹਵਾ ਚਰਚਾ ਹੈ, ਪਰ ਜਿਸ ਤਰ੍ਹਾਂ ਮੇਰੇ ਖਿਆਲ ਨਾਲ ਉਹਨਾਂ ਨੇ ਬਾਕੀ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਜਿਹੜੇ ਉਹਨਾਂ ਦਾ ਜ਼ਿਕਰ ਕੀਤਾ ਵੀ ਜੇ ਇੱਦਾਂ ਕਰਦੇ ਹੁੰਦੇ ਕੀ ਹੋਊਗਾ, ਇੱਦਾਂ ਕਰਦੇ ਹੁੰਦੇ ਕੀ ਹੋਊਗਾ, ਉਹਦੀ ਵਾਹਵਾ ਚਰਚਾ ਨਹੀਂ, ਕਾਫੀ ਚਰਚਾ ਜੀ। ਹੁਣ ਤੁਸੀਂ ਦੇਖੋ ਜਦੋਂ ਦਾ ਸੋਸ਼ਲ ਮੀਡੀਆ ਆਇਆ ਨਾ, ਆਪੋ ਆਪਣੇ ਹਿਸਾਬ ਦੇ ਨਾਲ ਸਾਰੀਆਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ। ਭਗਵੰਤ ਮਾਨ ਸਾਹਿਬ ਦੇ ਬਾਬਤ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਉਹ ਹਲਕੇ 'ਚ ਵੜਦੇ ਨਹੀਂ, ਵਿਰੋਧ ਬੜਾ ਹੋਣਾ, ਆਏ ਨਹੀਂ ਹਲਕੇ 'ਚ। ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਨੇ ਹਲਕੇ ਦੇ ਵਿੱਚ ਆ ਕੇ ਰੋਡ ਸ਼ੋਅ ਕੀਤਾ, 2 ਵਿਧਾਨ ਸਭਾ ਹਲਕਿਆਂ ਦੇ ਵਿੱਚ ਇੱਕੋ ਦਿਨ ਹੀ ਗਏ। ਨਾਲ ਹੀ ਲਾਭ ਸਿੰਘ ਹੋਰੀ, ਨਾਲ ਹੀ ਬਾਕੀ ਲੀਡਰ, ਤੇ ਫਿਰ ਲੋਕਾਂ ਨੂੰ ਵੀ ਮਿਲੇ, ਪੱਤਰਕਾਰਾਂ ਨਾਲ ਵੀ ਗੱਲ ਕੀਤੀ, ਸੰਬੋਧਨ ਵੀ ਕੀਤਾ। ਆਖਿਆ ਕੀ ਕੁਝ ਉਹਦੇ ਤੇ ਬਾਅਦ ਵਿੱਚ ਆਉਣੇ ਆ। ਇੱਕ ਵੀਡੀਓ ਚੱਲਦੀ ਸੀ ਜੀ, ਦੇਖੋ ਕਿ ਕੋਈ ਇੱਕ ਜਗ੍ਹਾ ਦੇ ਉੱਤੇ ਇੱਕ ਵੀਡੀਓ ਪਿੱਛੋਂ ਬਣਾਈ ਆ, 10 ਨੌਜਵਾਨ ਖੜੇ ਆ ਕਿ ਕੋਈ ਵੋਟ ਨਹੀਂ ਤੁਹਾਨੂੰ, ਕੋਈ ਵੋਟ ਨਹੀਂ, ਉਹ ਕਾਫਲਾ ਉਧਰਲੇ ਪਾਸੇ ਨੂੰ ਮੁੜਦਾ ਹੈ। ਇੱਕ ਵੀਡੀਓ ਜਿਹੜੀ ਆ ਇਦਾਂ ਦੀ ਆਈ ਆ ਕਿ ਕੁਝ ਇੱਕ ਨੌਜਵਾਨ ਕਹਿੰਦੇ ਆ ਕਿ ਭਾਈ ਗੱਡੀਆਂ ਤੁਹਾਡੀਆਂ ਖਾਲੀ ਨੇ, ਭਗਵੰਤ ਮਾਨ ਹੋਰਾਂ ਨੇ ਫੁੱਲ ਫੜਾਤਾ ਉਹਨਾਂ ਨੂੰ। ਇਹ 2 ਵੀਡੀਓ ਇੱਕ ਪਾਸਿਓਂ ਆਈਆਂ। ਬਾਕੀ ਜਿਹੜੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਉਹਦੇ ਵਿੱਚ ਆਲੇ ਦੁਆਲੇ ਲੋਕ ਵੀ ਇਕੱਠੇ ਨੇ, ਉਹਨਾਂ ਨੂੰ ਉਹ ਸੰਬੋਧਨ ਵੀ ਕਰਦੇ ਆ। ਹੁਣ ਕਿੰਨਾ ਕੁ ਲੋਕਾਂ ਦਾ ਉਹਨਾਂ ਨੂੰ ਹੁੰਗਾਰਾ ਮਿਲਿਆ, ਕਿੰਨਾ ਕੁ ਨਹੀਂ ਮਿਲਿਆ, ਉਹ ਬਾਅਦ ਦੀ ਗੱਲ ਹੈ। ਪਰ ਭਗਵੰਤ ਮਾਨ ਹੋਰਾਂ ਨੇ ਸੰਬੋਧਨ ਕਰਦਿਆਂ 3-4 ਉੱਥੇ ਪੱਖ ਰੱਖੇ। ਪਹਿਲੀ ਗੱਲ ਕਿ ਅਮਨ ਕਾਨੂੰਨ ਦੀ ਸਥਿਤੀ, ਜਿਸ ਮੁੱਦੇ ਤੇ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਘਿਰ ਰਹੀ ਹੈ, ਕਤਲ ਤੇ ਕਤਲ, ਠਾ ਕਤਲ, ਗੋਲੀਆਂ ਚੱਲਦੀਆਂ, ਡਾਕੇ ਪੈਂਦੇ, ਇਹ ਮੁੱਦਾ ਉੱਭਰ ਰਿਹਾ ਨਾ। ਉਹ ਕਹਿੰਦੇ ਜੀ ਗੈਂਗਸਟਰ ਪੁਰਾਣੇ ਬੰਦਿਆਂ ਦੀ ਦੇਣ ਹੈ, ਜਿਹੜੇ ਪਹਿਲਾਂ ਸਰਕਾਰਾਂ ਦੇ ਵਿੱਚ ਰਹੇ ਆ, ਇਹਨਾਂ ਨੇ ਰੁਜ਼ਗਾਰ ਦਿੱਤਾ ਨਹੀਂ, ਨੌਜਵਾਨ ਬੇਰੁਜ਼ਗਾਰ ਕਰ ਦਿੱਤੇ, ਫਿਰ ਉਹਨਾਂ ਤੋਂ ਮਾੜੇ ਚੰਗੇ ਕੰਮ ਕਰਾਏ, ਉਹਨਾਂ ਨੂੰ ਗੈਂਗਸਟਰ ਬਣਾ ਦਿੱਤਾ। ਅਸੀਂ ਤਾਂ ਕਹਿੰਦੇ ਜੀ ਕਲੀਨ ਕਰ ਰਹੇ ਹਾਂ ਸਾਰਾ ਕੁਝ, ਕਸੂਰਵਾਰ ਕੋਈ ਹੋ ਰਿਹਾ, ਅਸੀਂ ਤਾਂ ਹੁਣ ਰੁਜ਼ਗਾਰ ਦੇਣਾ। ਸਾਡਾ ਧਿਆਨ ਕਹਿੰਦੇ ਫੈਕਟਰੀਆਂ ਲਾਉਣ 'ਚ ਹੈ, ਸਾਡਾ ਧਿਆਨ ਲੋਕਾਂ ਨੂੰ, ਨੌਜਵਾਨਾਂ ਨੂੰ ਕੰਮ ਦੇਣ ਦੇ ਵਿੱਚ ਹੈ, ਤਾਂ ਜੋ ਉਹ ਪਨੀਰੀ ਨਾ ਪੈਦਾ ਹੋਵੇ ਜਿਹੜੀ ਕਿ ਗੈਰ ਸਮਾਜਿਕ ਕੰਮ ਕਰੇ। ਦੂਸਰਾ, ਕਿਉਂਕਿ ਫਿਰ ਵੀ ਕਲਾਕਾਰ ਰਹੇ ਆ, ਉਹ ਕਹਿੰਦੇ ਜੀ ਮੈਨੂੰ ਵਿਜੀਲੈਂਸ ਵਾਲੇ ਕਹਿੰਦੇ ਜੀ ਸਬੂਤ ਸਾਨੂੰ ਲੱਭ ਪਿਆ, ਫਿਰ ਆਪਾਂ ਸਵੇਰੇ ਸਾਧੂ ਸਿੰਘ ਧਰਮਸੋਧ ਨੂੰ ਫੜ ਲਿਆ, ਕਹਿੰਦੇ ਮੈਂ ਕਿਹਾ ਹੁਣੇ ਹੀ ਚੱਕ ਲਿਆ, ਰਾਤ ਨੂੰ ਸਵੇਰ ਨੂੰ ਪਾਰਟੀ ਨਾਲ ਬਦਲ ਲੈਣ ਉਹ। ਫਿਰ ਲੋਕ ਆਹ ਨਹੀਂ, ਇਹ ਤੇ ਗੱਲ ਹੈਗੀ। ਦੇਖੋ ਜਿੱਦਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ ਲਗਾਤਾਰ ਇਸ ਚੀਜ਼ ਦਾ ਤਵਾ ਲੱਗਦਾ ਸੀਗਾ ਵੀ ਹੁਣ ਤਾਂ ਜੀ ਆਮ ਆਦਮੀ ਪਾਰਟੀ ਦਾ ਪਾਣੀ ਲੱਥ ਗਿਆ ਜੀ, 2 ਮਹੀਨਿਆਂ 'ਚ ਹੀ ਲੱਥ ਗਿਆ। ਉਹਦੇ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆ, ਮੁੱਖ ਮੰਤਰੀ ਸਾਹਿਬ ਨੇ ਆ ਕੇ, ਕਿ ਵੀ ਦੇਖੋ ਗੱਲ ਹੈ ਜੀ ਵੀ ਆਖਣ ਵਾਲੇ ਜੋ ਮਰਜ਼ੀ ਆਖੀ ਜਾਣ, ਆਹ ਤੁਸੀਂ ਲੋਕਾਂ ਦਾ ਪਿਆਰ ਦੇਖ ਹੀ ਰਹੇ ਹੋ। ਫਿਰ ਉਹਦੇ 'ਚ ਇਹ ਵੀ ਜ਼ਿਕਰ ਕਰਦੇ ਆ, ਉਹ ਕਹਿੰਦੇ ਆ ਕਿ ਵੀ ਇਹ ਸਾਰੇ ਦਾ ਸਾਰਾ ਪ੍ਰੋਪੇਗੈਂਡਾ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਅੱਧਿਆਂ ਦੀਆਂ ਫਾਈਲਾਂ ਖੁੱਲ੍ਹ ਗਈਆਂ ਜੀ, ਅੱਧਿਆਂ ਦੀਆਂ ਮੈਂ ਖੋਲ੍ਹਣ ਨੂੰ ਤਿਆਰ ਰੱਖੀਆਂ ਨੇ, ਤੇ ਇਹ ਜਿਹੜਾ ਭ੍ਰਿਸ਼ਟਾਚਾਰ ਜਾਂ ਜਿਹੜੇ ਕਹਿ ਲਓ ਕਿ ਵੀ ਇੱਧਰ ਉੱਧਰ ਦੇ ਘਪਲੇ ਜਾਂ ਹੋਰ ਚੀਜ਼ਾਂ ਦੂਜੀਆਂ ਤੀਜੀਆਂ, ਉਹ ਸਾਰੀਆਂ ਨੰਗੀਆਂ ਹੋ ਰਹੀਆਂ। ਤੇ ਪਤਾ ਵੀ ਅੱਜ ਇੱਕ ਕਾਬੂ ਆਇਆ, ਕੱਲ੍ਹ ਨੂੰ ਦੂਜਾ ਆਊਗਾ, ਪਰਸੋਂ ਤੀਜਾ। ਉਹ ਹੁਣ ਆਪਣੀ ਜਾਨ ਬਚਾਉਣ ਦਾ ਕਰਕੇ ਕਹਿੰਦੇ ਵੀ ਸਾਨੂੰ ਬਦਨਾਮ ਕਰ ਰਹੇ ਨੇ ਵੀ ਉਹ ਇਹਨਾਂ ਦੀ ਸਰਕਾਰ ਹੀ ਬੜੀ ਮਾੜੀ ਆ। ਸਰਕਾਰ ਕੀ ਕਰ ਰਹੀ ਲੋਕਾਂ ਨੂੰ ਪਤਾ, ਤੇ ਲੋਕੀ ਸਾਡੇ ਹੱਕ 'ਚ ਨੇ। ਹੁਣ ਮੈਨੂੰ ਲੱਗਦਾ ਵੀ ਜਿਹੜਾ ਪਿਛਲੇ ਦਿਨਾਂ ਦਾ ਜੋ ਕੁਛ ਵੀ ਕੰਮ ਹੋਇਆ, ਉਹ ਸਾਰੇ ਕੁਛ ਨੂੰ ਉਹਨਾਂ ਨੇ ਪ੍ਰੋਪੇਗੈਂਡਾ ਵਿਰੋਧੀ ਪਾਰਟੀਆਂ ਦਾ ਦੱਸਿਆ। ਉਹ ਹੁਣ ਸੰਗਰੂਰ ਵਾਲੇ ਕਿੰਨਾ ਕੁ ਮੰਨਦੇ ਕਿ ਨਹੀਂ ਮੰਨਦੇ, ਇਹ 23 ਨੂੰ ਪਤਾ ਲੱਗਣਾ।
ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ, ਕਿਉਂਕਿ ਤਵਾ ਤਾਂ ਉਹਨਾਂ ਨੇ ਲਾਇਆ, ਜਿੱਦਾਂ ਬਾਕੀ ਉਹਨਾਂ ਦੇ ਉੱਤੇ ਤਵਾ ਲਾਉਂਦੇ ਆ, ਉਹਨਾਂ ਨੇ ਇਧਰਲੇ ਪਾਸੇ ਲਾਇਆ। ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਕਈ ਬੰਦੇ ਅਸੀਂ ਅੰਦਰ ਕਰਤੇ, ਕਈ ਆਉਣ ਵਾਲੇ ਦਿਨਾਂ 'ਚ ਕਰ ਦੇਣੇ ਆ। ਅਸੀਂ ਥੋੜ੍ਹਾ ਜਿਹਾ ਹੌਲੀ ਇਸ ਕਰਕੇ ਚੱਲਦੇ ਹਾਂ ਕਿ ਮੁੜ ਕੇ ਜ਼ਮਾਨਤਾਂ ਨਾ ਹੋਣ। ਅਸੀਂ ਇੱਕ ਵਾਰੀ ਚੱਕ ਕੇ ਐਸੀ ਗੱਲ ਕਰਨੀ ਆ ਕਿ ਮੁੜ ਕੇ ਅਦਾਲਤ ਦੇ ਕੋਲੇ ਕੋਈ ਐਸਾ ਢੰਗ ਤਰੀਕਾ ਵਿਰੋਧੀ ਨਾ ਰੱਖਣ ਕਿ ਭਾਈ ਇਹਨਾਂ ਬੰਦਿਆਂ ਨੂੰ ਜ਼ਮਾਨਤ ਦੇ ਦਿਓ, ਅਸੀਂ ਫਿਰ ਮੁੜ ਕੇ ਬਾਹਰ ਨਹੀਂ ਆਉਣ ਦੇਣੇ। ਸਾਰਾ ਹਿਸਾਬ ਕਿਤਾਬ ਜਿਹੜਾ ਉਹ ਖਿੱਚ ਕੇ ਲਿਆਉਣਾ। ਪਰ ਇੱਕ ਮੁੱਦਾ ਉਹਨਾਂ ਨੇ ਹੋਰ ਚੱਕਿਆ, ਉਹ ਕਹਿੰਦੇ ਜੀ ਇੱਕ ਬਹੁਤ ਵੱਡੇ ਪੁਰਾਣੇ ਹੁਕਮਰਾਨ ਨੇ ਇੱਕੋ ਹੀ ਪਿੰਡ 'ਚ 3800 ਏਕੜ ਦੱਬੀ ਬੈਠੇ ਆ, ਇੱਕੋ ਹੀ ਪਿੰਡ 'ਚ। ਕਹਿੰਦੇ ਜੀ ਕਾਗਜ਼ੀ ਕਾਰਵਾਈ ਚੱਲਦੀ ਹੈ, ਤੇ ਜਦੋਂ ਕਾਗਜ਼ੀ ਕਾਰਵਾਈ ਜਿਹੜੀ ਉਹ ਚੱਲੀ ਜਾਂਦੀ ਹੈ ਤਾਂ ਫਿਰ ਬੜੀ ਛੇਤੀ ਕਹਿੰਦੇ ਤੁਸੀਂ ਦੇਖੋਗੇ ਕਿ 3800 ਏਕੜ ਵਾਲਾ ਮਸਲਾ ਅਸੀਂ ਸਾਹਮਣੇ ਲਿਆਉਣਾ। ਮੈਂ ਸੋਚ ਰਿਹਾ ਸੀ ਸੰਧਾਲੀਆ ਸਾਹਿਬ, ਹੁਕਮਰਾਨ ਇਹਦਾ ਮੰਨ ਲਓ ਤਾਕਤ 'ਚ ਰਹੇ ਆ, ਇਹਦਾ ਮਤਲਬ ਹੈ ਸੱਤਾ 'ਚ ਰਹੇ ਆ, ਤੇ ਜਦੋਂ ਤਾਕਤ ਤੇ ਸੱਤਾ ਦੇ ਵਿੱਚ ਰਹੇ ਹੁੰਦੇ ਆ ਤੇ ਉਦੋਂ ਫਿਰ ਕਹਾਣੀਆਂ ਆਪਾਂ ਨੂੰ ਪਤਾ ਹੀ ਆ। ਤੇ ਜੇ ਉਹਨਾਂ ਨੇ ਵੀ 3800 ਏਕੜ ਦੱਬੀ ਆ, ਕਿਉਂਕਿ ਕਿਸੇ ਹੋਰ ਨੇ ਨਹੀਂ ਕਿਹਾ, ਮੁੱਖ ਮੰਤਰੀ ਨੇ ਕਿਹਾ 3800 ਏਕੜ ਦਾ ਪਿਛਲਾ ਹਿਸਾਬ ਕਿੱਦਾਂ ਦੱਬੀ ਹੈ, ਕਾਗਜ਼ੀ ਪੱਤਰੀ ਦੱਬ ਲਈ ਹੈ, ਉਦਾਂ ਹੀ ਦੱਬ ਲਈ ਹੈ, ਤਾਂ ਫਿਰ ਜੇ ਇੱਕ ਨੇ ਦੱਬੀ ਹੈ ਤਾਂ ਹੋਰਾਂ ਨੇ ਵੀ ਦੱਬੀ ਹੋਊਗੀ। ਇਹ ਮਾਮਲਾ ਤਾਂ ਭਗਵੰਤ ਮਾਨ ਹੋਰੀ ਜਿੰਨੀ ਛੇਤੀ ਸਾਹਮਣੇ ਲੈਣ ਉਨੀ ਛੇਤੀ ਲੋਕਾਂ ਦੀਆਂ ਅੱਖਾਂ ਖੁੱਲਣ। ਮੇਰਾ ਖਿਆਲ ਉਹ ਚੈਲੰਜ ਦੀ ਗੱਲ ਵੀ ਕਰ ਲਓ ਮਾੜੀ ਜੀ, ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦਿੱਤਾ ਉਹਨਾਂ ਨੂੰ। ਕਿੱਦਾਂ ਤੁਸੀਂ ਆਂਦੇ ਨਹੀਂ ਵੀ ਉਹ ਚੈਲੰਜ ਵੀ ਆ ਕੇ ਵਿਖਾਉਣ ਮਾਨ ਸਾਹਿਬ ਇਸ ਉਹ ਤਾਂ ਉਹ ਕਹਿੰਦੇ ਪਹਿਲਾਂ ਕਹਿੰਦੇ ਸੀ ਆ ਕੇ ਦਿਖਾਉਣ, ਹੁਣ ਉਹ ਆਏ ਆ, ਤੇ ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਫੋਰਸ ਤੋਂ ਬਿਨਾਂ ਆ ਕੇ ਦਿਖਾ ਲੈਣ, ਇਕੱਲੇ ਆਉਣ, ਹਾਂ ਲੋਕਾਂ ਨੂੰ ਮਿਲ ਕੇ ਦਿਖਾ ਲੈਣ, ਫਿਰ ਲੋਕ ਦੱਸਣਗੇ ਕਿ ਭਾਈ ਵਿਰੋਧ ਕਿੰਨਾ ਹੋ ਰਿਹਾ ਆਮ ਆਦਮੀ ਪਾਰਟੀ ਦਾ 3 ਮਹੀਨਿਆਂ 'ਚ। ਮੈਨੂੰ ਲੱਗਦਾ ਵੀ ਇਹ ਗੱਲ ਭਗਵੰਤ ਮਾਨ ਸਾਹਿਬ ਨੇ ਥੋੜੀ ਦਿਲ ਤੇ ਲਾਈ, ਕਿਉਂਕਿ ਅਕਾਲੀ ਦਲ ਇਸ ਵਕਤ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਪਰ ਇਲੈਕਸ਼ਨ ਲੜ ਰਿਹਾ ਨਾ। ਠੀਕ ਹੈ ਜੀ। ਉਹ ਜਾਂਦੇ ਜਾਂਦੇ ਮਾਨ ਸਾਹਿਬ ਜ਼ਿਕਰ ਕਰ ਗਏ, ਉਹ ਕਹਿੰਦੇ ਨੇ ਵੀ ਭੈਣ ਜੀ ਉਹਨਾਂ ਨੂੰ MP ਬਣਾਉਣਾ ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ। ਉਹ ਕਹਿੰਦੇ 2 MP ਤੇ ਆਲਰੇਡੀ ਹੈਗੇ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਤੇ ਹਰਸਿਮਰਤ ਕੌਰ ਬਾਦਲ ਹੋਰੀ, ਤੇ ਫਿਰ ਉਹ ਕਰਾ ਲੈਣ ਨਾ ਰਿਹਾਈ। ਉਹ ਕਹਿੰਦੇ ਵੀ ਕਰਾ ਕੇ ਵਿਖਾਉਣ। ਮੈਨੂੰ ਲੱਗਦਾ ਵੀ ਹੁਣ ਜੇ ਉਹ ਉਹਨਾਂ ਨੂੰ ਛੇੜਦੇ ਨੇ ਤੇ ਅਗਲੇ ਪਾਸੇ ਉਹ ਵੀ ਬਿਆਨ ਕਰ ਲੈਂਦੇ ਵੀ ਯਾਰ ਆਹ ਨਹੀਂ ਤਾਂ ਇੱਦਾਂ ਕਰਕੇ ਦੇਖ ਲਓ। ਇਹ ਗੱਲ ਤੇ ਪੱਕੀ ਆ ਵੀ ਜਿਵੇਂ ਜਿਵੇਂ 23 ਨੇੜੇ ਆਉਣੀ ਆ ਨਾ, ਉੱਦਾਂ ਹਰੇਕ ਨੇ ਇੱਕ ਬਿਆਨ ਦਾ ਦੂਸਰਾ ਜਵਾਬ ਤਿਆਰ ਰੱਖਣਾ। ਨਹੀਂ ਐਨ ਤਿਆਰ ਹੀ ਰੱਖਣਾ। ਇੱਥੋਂ ਤੱਕ ਵੀ ਦੇਖ ਲਓ, ਉਹਨਾਂ ਨੇ ਇੱਕ ਹੋਰ ਚੈਲੰਜ ਕਰਤਾ। ਉਹ ਕਹਿੰਦੇ ਜੀ ਕੋਈ 90 ਦਿਨ ਹੋ ਗਿਆ ਮੁੱਖ ਮੰਤਰੀ ਬਣਿਆ, ਕੋਈ ਬੰਦਾ ਐ ਉਂਗਲੀ ਕਰਕੇ 1 ਪੈਸੇ ਦਾ ਵੀ ਇਲਜ਼ਾਮ ਲਾ ਦੇਵੇ, ਸਿਰ ਮੇਰਾ ਤੇ ਤੁਹਾਡੀਆਂ। ਸਿੱਧੀ ਗੱਲ ਹੀ ਆ, ਜਦੋਂ ਬੰਦਾ ਕੋਈ ਕਹਿ ਜਵੇ, ਅਸੀਂ ਨਹੀਂ ਕਹਿੰਦੇ ਜੇ ਕੋਈ ਇਲਜ਼ਾਮ ਹੈਗਾ ਤਾਂ ਲਾ ਦੇਣਾ ਚਾਹੀਦਾ। 1 ਰੁਪਈਏ ਦਾ ਵੀ ਕਹਿੰਦੇ ਜੇ ਹੋਵੇ ਤਾਂ ਦੱਸੋ। ਅਸੀਂ ਤਾਂ ਜਿਹੜੇ ਸਾਡੇ ਵੀ ਆ ਕੱਢ ਕੇ ਬਾਹਰ ਮਾਰੀ ਦੇ ਮਿੰਟਾਂ ਦੇ ਵਿੱਚ, ਸਿੱਧੇ ਜੇਲ੍ਹ ਭੇਜੀਦੇ ਆ। ਹਾਂ ਗੱਲ ਠੀਕ ਆ, ਪਰ ਦੇਖੋ ਇੱਕ ਚੀਜ਼, ਹਾਂ ਆਮ ਆਦਮੀ ਪਾਰਟੀ ਦਾ ਇੱਕ ਦਫ਼ਤਰ, ਚੋਣ ਦਫ਼ਤਰ ਸੀ, ਉਹਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਉਹਦੇ ਮੂਹਰੇ ਜਿਹੜੇ ਬੇਰੁਜ਼ਗਾਰ ਨੇ ਜਾਂ ਕੱਚੇ ਮੁਲਾਜ਼ਮ ਨੇ, ਉਹਨਾਂ ਨੇ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਤੇ ਉੱਥੇ ਫਿਰ ਉਹਨਾਂ ਨੇ ਕਿਹਾ ਜੀ ਆ ਦੇਖ ਲਓ ਦਫ਼ਤਰ ਹੀ ਬੰਦ ਕਰ ਗਿਆ, ਸਾਡੀ ਗੱਲ ਨਹੀਂ ਸੁਣਦੇ। ਪਹਿਲਾਂ ਕਹਿੰਦੇ ਸੀ ਕੱਚਿਆਂ ਨੂੰ ਪੱਕੇ ਕਰਾਂਗੇ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ। ਉਹ ਵੀ ਖਬਰ ਜਿਹੜੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਸੱਤਾ ਆ, ਤੇ ਸੱਤਾ ਜਦੋਂ ਹੁੰਦੀ ਆ ਤਾਂ ਫਿਰ ਲੋਕਾਂ ਨਾਲ ਕੀਤੇ ਵਾਅਦੇ ਹੁੰਦੇ ਆ, ਤੇ ਜਦੋਂ ਵਾਅਦੇ ਹੁੰਦੇ ਆ ਤਾਂ ਫਿਰ ਜਦੋਂ ਪੂਰੇ ਨਹੀਂ ਹੁੰਦੇ ਤਾਂ ਫਿਰ ਲੋਕ ਇਲੈਕਸ਼ਨ ਜਾ ਕੇ ਵਿਰੋਧ ਜ਼ਰੂਰ ਕਰਦੇ ਹੁੰਦੇ ਆ। ਨਹੀਂ ਉਹ ਤਾਂ ਹੈ। ਦੇਖੋ ਕਾਰਨ ਇਹ ਆ ਵੀ ਮੇਰੇ ਖਿਆਲ ਨਾਲ ਇਹ ਤੇ ਵਾਹਵਾ ਚਿਰ ਪਹਿਲਾਂ ਹੀ ਗੱਲ ਚੱਲ ਪਈ ਸੀ ਨਾ, ਜਦੋਂ ਧਰਨਿਆਂ ਪ੍ਰਦਰਸ਼ਨਾਂ ਦੀ ਗੱਲ ਚੱਲੀ ਸੀ, ਉਦੋਂ ਸ਼ਾਇਦ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਵੀ ਵਿਰੋਧ ਤੇ ਦੇਖੋ ਕੁਰਸੀ ਦਾ, ਵੀ ਜਿਹੜਾ ਬੰਦਾ ਕੁਰਸੀ ਤੇ ਹੋਊਗਾ ਉਹਦਾ ਵਿਰੋਧ ਹੋਣਾ ਹੀ ਹੋਣਾ, ਕਿਉਂਕਿ ਲੋਕਾਂ ਨੂੰ ਆਸ ਵੀ ਉਧਰੋਂ ਹੁੰਦੀ ਹੈ। ਹੁਣ ਉਹਦਾ ਹੱਲ ਕੀ ਕਰਦੇ ਨੇ ਕੀ ਨਹੀਂ ਕਰਦੇ। ਵੈਸੇ ਉਹ ਜਿਹੜਾ ਕੱਚੇ ਮੁਲਾਜ਼ਮ ਪੱਕੇ ਕਰਨ ਵਾਲੀ ਗੱਲ ਸੀਗੀ ਜਾਂ ਹੋਰਨਾਂ ਨੌਕਰੀਆਂ ਵਾਲੀ, ਉਹ ਚਰਚਾ ਦੀ ਵਿੱਚ ਇਹ ਵੀ ਚੱਲਦੀ ਵੀ ਸ਼ਾਇਦ ਆ ਜਿਹੜਾ ਹੁਣ ਵਿਧਾਨ ਸਭਾ ਸੈਸ਼ਨ ਆਉਣਾ, ਇਹਦੇ ਲਈ ਉਹਨਾਂ ਨੇ ਕਹਿ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਕਿ ਵੀ ਤੁਸੀਂ ਆਪਣੇ ਜਿਹੜੇ ਬਿੱਲ ਨੇ ਜਿਹਨੇ ਜੀ ਉਹ ਬਣਾ ਕੇ ਸਾਨੂੰ ਭੇਜੋ, ਵੀ ਇਹਨਾਂ ਨੂੰ ਕਿਵੇਂ ਆਪਾਂ ਐਡਜਸਟ ਕਰ ਸਕਦੇ ਹਾਂ। ਉਹ ਚਲੋ ਅਜੇ ਕਿਉਂਕਿ ਦਿਨ ਨੇ, ਮੇਰੇ ਖਿਆਲ 24 ਤੋਂ ਅਜੇ ਉਹ ਸਟਾਰਟ ਹੋਣਾ, 30 ਤੱਕ ਜਾ ਕੇ ਪਤਾ ਲੱਗਣਾ, ਉਨੀ ਚਿਰ ਨੂੰ ਇਲੈਕਸ਼ਨ ਤੇ ਨਿਕਲ ਜਾਣੀ ਆ। ਹਾਂ ਬਾਅਦ ਦੇ ਵਿੱਚ ਉਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਫੈਸਲਾ ਹੁੰਦਾ ਇਹ ਟਾਈਮ ਦੱਸੋ। ਨਹੀਂ ਬਿਲਕੁਲ ਜੀ, ਉਹ ਸਮਾਂ ਦੱਸੂਗਾ। ਬਾਕੀ 2-3 ਲੀਡਰ ਇਸ ਵੇਲੇ ਥੋੜੀ ਜਿਹੀ ਸਿਹਤ ਸਮੱਸਿਆ 'ਚ ਨੇ ਪੰਜਾਬ ਦੇ। ਆਪਾਂ ਨੂੰ ਪਤਾ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹਸਪੀਟਲ ਦਾਖਲ ਸੀ, ਅਫਵਾਹਾਂ ਲੋਕਾਂ ਨੇ ਕਈ ਫੈਲਾਤੀਆਂ। ਬਾਦਲ ਸਾਹਿਬ ਜੀ ਹਸਪਤਾਲ ਦੇ ਵਿੱਚ ਦਾਖਲ ਸੀ, ਉਹਨਾਂ ਦੇ ਪਰਿਵਾਰ ਵਾਲੇ ਨੇ ਵੀ ਕਿਹਾ, ਪਾਰਟੀ ਨੇ ਵੀ ਕਿਹਾ ਕਿ ਤੰਦਰੁਸਤ ਨੇ ਭਾਈ, ਸਾਵਧਾਨੀ ਮੂਜਬ ਇੰਨੀ ਉਮਰ ਹੋ ਗਈ ਹਸਪੀਟਲ ਜਾਣਾ ਪੈਂਦਾ। ਸੁਖਦੇਵ ਸਿੰਘ ਢੀਂਡਸਾ ਸਾਹਿਬ ਬਾਦਲ ਸਾਹਿਬ ਦੇ ਨਾਲ ਬਹੁਤ ਲੰਬਾ ਸਮਾਂ ਅਕਾਲੀ ਦਲ 'ਚ ਰਹੇ, ਪਿੱਛੇ ਜਾਈ ਵੱਖ ਹੋਏ ਆ, ਤੇ ਵੱਖ ਹੁੰਦਿਆਂ ਵੀ ਕਹਿੰਦੇ ਰਹੇ ਜਿੰਨੀ ਦੇਰ ਵੱਡੇ ਬਾਦਲ ਸਾਹਿਬ ਸੀ ਉਨੀ ਦੇਰ ਤਾਂ ਠੀਕ ਹੈ, ਹੁਣ ਨਵੇਂ ਬੰਦੇ ਤਾਂ ਪੁੱਛਦੇ ਨਹੀਂ। ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਟੈਲੀਫੋਨ ਕੀਤਾ ਵੱਡੇ ਬਾਦਲ ਸਾਹਿਬ ਨੂੰ, ਕਿੱਦਾਂ ਜੀ ਚਿੱਤ ਠੀਕ ਹੈ, ਸਮੱਸਿਆਵਾਂ ਥੋੜੀਆਂ ਨੇ, ਕੋਈ ਗੱਲ ਨਹੀਂ, ਵਧੀਆ ਖੁਰਾਕ ਖਾਇਆ ਕਰੋ, ਇਹੀ ਗੱਲ ਪੁੱਛਣੀ ਹੁੰਦੀ ਹੈ ਵੀ ਕੋਈ ਸੇਵਾ ਹੋਈ ਸਾਡੇ ਲੈ ਕੇ ਦੱਸਿਓ। ਢੀਂਡਸਾ ਸਾਹਿਬ ਨੂੰ ਪੁੱਛਿਆ ਗਿਆ, ਉਹ ਕਹਿੰਦੇ ਹਾਂਜੀ ਮੈਂ ਟੈਲੀਫੋਨ ਕੀਤਾ, ਮੈਂ ਕਹਿੰਦੇ ਜਾ ਇਸ ਕਰਕੇ ਨਹੀਂ ਸਕਿਆ, ਮੇਰੀ ਸਿਹਤ ਵੀ ਪੂਰੀ ਠੀਕ ਨਹੀਂ ਸੀ। ਇਹਦਾ ਮਤਲਬ ਹੈ ਕਿ ਵੱਡੇ ਬਾਦਲ ਸਾਹਿਬ ਦੀ ਵੀ ਸਿਹਤ ਠੀਕ ਨਹੀਂ, ਢੀਂਡਸਾ ਸਾਹਿਬ ਦੀ ਵੀ ਸਿਹਤ ਠੀਕ ਨਹੀਂ, ਤੇ ਪਤਾ ਇਹ ਵੀ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਵਿਦੇਸ਼ ਗਏ ਆ, ਉਹ ਵੀ ਚਿੱਤ ਨਹੀਂ ਤਕੜਾ ਜਾਂ ਸਿਹਤ ਨਹੀਂ ਠੀਕ, ਉਸੇ ਸੰਬੰਧ ਦੇ ਵਿੱਚ ਗਏ ਆ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਵੀ PGI ਦਾਖਲ ਸੀਗੇ, ਤੇ PGI ਦਾਖਲ ਸੀ, ਹੁਣ ਦੁਬਾਰਾ ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ।
ਹੁਣ 4 ਲੀਡਰ ਹੀ ਹੋ ਗਏ। ਅਸੀਂ ਤਾਂ ਕਹਿੰਦੇ ਸਾਰੇ ਤੰਦਰੁਸਤ ਰਹਿਣ, ਪੰਜਾਬ ਦੇ ਭਲੇ ਦੇ ਲਈ ਕੰਮ ਕਰਨ ਸਾਰੇ ਬੰਦੇ, ਪੰਜਾਬ ਅਗਲੇ ਪਾਸੇ ਨੂੰ ਵਧੇ, ਆਪਦਾ ਤਜਰਬਾ ਜਿਹੜਾ ਸਹੀ ਤਜਰਬਾ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਤਾਂ ਵਧੀਆ। ਨਹੀਂ ਗੱਲ ਠੀਕ ਆ। ਬਾਕੀ ਦੇਖੋ WhatsApp ਇਹ ਗੱਲ ਤੇ ਪੱਕੀ ਆ, ਬੰਦਾ ਜੋ ਮਰਜ਼ੀ ਹੋਵੇ, ਜਿੱਡਾ ਮਰਜ਼ੀ ਵੱਡਾ ਹੋਵੇ ਜੀ, ਟੌਰ ਟੱਪਾ ਵੀ ਟਾਈਮ ਦੇ ਨਾਲ ਹੀ ਹੁੰਦਾ ਵੀ ਜੇ ਉਹਦਾ ਟਾਈਮ ਆ ਤੇ ਫਿਰ ਉਹਦਾ ਟੌਰ ਟੱਪਾ, ਉਹਦੀ ਚੜ੍ਹਾਈ ਆ। ਤੇ ਟਾਈਮ ਇੱਕ ਐਸੀ ਚੀਜ਼ ਹੈ ਜਿਹੜਾ ਵੱਡਿਆਂ ਨੂੰ ਢਾਹ ਵੀ ਲੈਂਦਾ ਜੀ। ਤੇ ਜਦੋਂ ਸਮਾਂ ਜਿਹੜਾ ਉਹ ਅੱਗੇ ਲੰਘਦਾ ਜਾਂਦਾ, ਫਿਰ ਕੋਈ ਸਮਾਂ ਉਹ ਵੀ ਆਉਂਦਾ ਵੀ ਸਮਾਂ ਹਾਵੀ ਹੋ ਜਾਂਦਾ, ਬੰਦਾ ਕਮਜ਼ੋਰ ਹੋ ਜਾਂਦਾ। ਉਮਰ ਨੇ ਢਾਹ ਲੈਣਾ, ਚਲੋ ਤੰਦਰੁਸਤ ਰੱਖੇ ਉਹਨਾਂ ਨੂੰ ਪ੍ਰਮਾਤਮਾ। ਦੂਜੀ ਗੱਲ ਇਹ ਆ ਕਿ ਸਮਾਂ ਅਜੇ ਥੋੜ੍ਹਾ ਜਿਹਾ ਲੰਘਿਆ ਸੀਗਾ, ਵੇਰਕਾ ਸਾਹਿਬ ਹੁਣੇ ਅਜੇ ਚੰਦ ਦਿਨ ਹੀ ਹੋਏ ਨੇ, ਪਾਰਟੀ ਬਦਲ ਕੇ ਦੂਸਰੇ ਪਾਸੇ ਗਏ ਨੇ। ਤੇ ਜਦੋਂ ਤੱਕ ਤੋਂ ਇੱਧਰ ਸੀਗੀ ਉਦੋਂ ਤੇ ਮੇਰੇ ਖਿਆਲ ਨਾਲ ਬਿਆਨ ਮੈਂ ਇਹ ਵੀ ਸੁਣਦੇ ਸੀ ਵੀ ਹਾਂਜੀ ਬਦਲਾਖੋਰੀ ਦੀ ਕਾਰਵਾਈ ਕਰ ਸਕਦੀ ਹੈ ਸਰਕਾਰ, ਇਹ ਗੱਲ ਗਲਤ ਹੈ, ਇਸ ਤਰ੍ਹਾਂ ਜਾਂ ਉਸ ਤਰ੍ਹਾਂ। ਹੁਣ ਸੁਣ 'ਚ ਆਇਆ ਉਹ ਕਹਿੰਦੇ ਵੀ ਚਿੰਤਾ ਨਾ ਕਰੋ, ਇਹ ਆਮ ਆਦਮੀ ਪਾਰਟੀ ਵਾਲੇ ਮੰਤਰੀ ਤੇ MLA ਚੱਕਣੇ, ਦੇਖੋ ਜੀ ਕਿੱਦਾਂ। ਨਹੀਂ, ਡਾਕਟਰ ਰਾਜਕੁਮਾਰ ਵੇਰਕਾ ਹੋਰੀ ਤਾਂ ਬਿਲਕੁਲ ਤੱਤੇ ਹੋਏ ਫਿਰਦੇ। ਦੇਖੋ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਮਹੀਨਾ ਹੋ ਗਿਆ, ਕਿੱਥੇ ਹੋਇਆ ਜੀ? ਮੈਨੂੰ ਨਹੀਂ ਹੋਇਆ। ਚਲੋ ਨਹੀਂ, ਕੋਈ ਗੱਲ ਨਹੀਂ, ਹੋ ਜਾਊਗਾ ਸੰਧਾਲੀਆ ਟਾਈਮ। ਆਹ ਵੀ ਟਾਈਮ ਚਾਹੀਦਾ ਨਾ ਉਹਦੇ ਲਈ, ਵੀ ਜਿਹਦਾ ਸਰਕਾਰ ਕਹਿੰਦੀ ਸਾਨੂੰ ਟਾਈਮ ਚਾਹੀਦਾ। ਪਰ ਤੁਸੀਂ ਦੇਖੋ ਕਿ ਬੜੀ ਚਰਚਾ ਚੱਲਦੀ ਸੀ ਕਿ ਜਿਹੜੇ ਵੀ ਲੀਡਰ ਦੇ ਉੱਤੇ ਕੋਈ ਕਾਰਵਾਈ ਹੋਣ ਲੱਗਦੀ ਆ ਉਹ ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਂਦਾ ਹੈ। ਹਾਲਾਂਕਿ ਸਰਕਾਰ ਪੰਜਾਬ ਦੀ ਹੈ, ਉਹ ਆਮ ਆਦਮੀ ਪਾਰਟੀ ਦੀ ਹੈ। ਭਾਰਤੀ ਜਨਤਾ ਪਾਰਟੀ ਜਾਣ ਨਾਲ ਫਾਇਦਾ ਕੀ ਹੋਊਗਾ, ਕੋਈ ਸਮਝ ਨਹੀਂ। ਹੁਣ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਗੱਲੇ ਕੋਈ ਨਹੀਂ, ਵਿਜੇ ਸਿੰਗਲਾ ਕਹਿੰਦੇ ਜੇਲ੍ਹ 'ਚ ਆ, ਸਤਿੰਦਰ ਜੈਨ ਜੇਲ੍ਹ 'ਚ ਆ, ਸਸੋਦੀਆ ਸਾਹਿਬ ਕਹਿੰਦੇ ਜੀ ਕਸੂਤੇ ਫਸੇ ਹੋ ਆ, ਹੋਰ ਕਹਿੰਦੇ ਕਈ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਹੋਊਗੀ। ਸਭ ਤੋਂ ਭ੍ਰਿਸ਼ਟ ਪਾਰਟੀ ਆਮ ਆਦਮੀ ਪਾਰਟੀ ਆ ਉਹ ਕਹਿੰਦੇ, ਇਸ ਕਰਕੇ ਤਿਆਰੀ ਰੱਖੋ, ਕਹਿੰਦੇ ਜੀ ਬੜੀ ਛੇਤੀ ਕਾਰਵਾਈਆਂ ਹੋਣ ਵਾਲੀਆਂ। ਚਲੋ ਠੀਕ ਹੈ ਭਾਈ। ਜਾਖੜ ਸਾਹਿਬ ਦੇ ਘਰੇ ਪਿਛਲੇ ਦਿਨੀ ਅਮਿਤ ਸ਼ਾਹ ਸਾਹਿਬ ਭੋਜਨ ਕਰਨ ਆਏ ਸੀ, ਹੋਰ ਵੀ ਕਈ ਬੰਦੇ ਨੇ, ਫਤਿਹ ਬਾਜਵਾ ਸਾਹਿਬ ਜਿਹੜੇ ਨੇ ਉਹਨਾਂ ਦੀ ਵੀ ਉੱਪਰ ਬਹਿਣੀ ਉੱਠਣੀ ਹੈਗੀ ਆ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨਾਲ ਡਾਕਟਰ ਰਾਜਕੁਮਾਰ ਵੇਰਕਾ ਹੋਰਾਂ ਦੀ ਵੀ ਹੋ ਗਈ ਹੋਣੀ ਹੈ। ਜਿਹੜਾ ਬੰਦਾ ਕੋਈ ਗਲਤ ਕਰਦਾ ਫੱਟੇ ਚੱਕਣੇ ਚਾਹੀਦੇ, ਐਸੀ ਕਿਹੜੀ ਗੱਲ ਹੈ? ਚੰਗੀ ਗੱਲ ਹੈ, ਪਰ ਇਹਦੇ ਨਾਲ ਸੁਣਿਆ ਦੇਖੋ ਆਮ ਆਦਮੀ ਪਾਰਟੀ ਵਾਲਿਆਂ ਨਾਲ ਗਿਆ ਹੋਵੇ ਨਾ ਗਿਆ ਹੋਵੇ, ਕਾਂਗਰਸ ਪਾਰਟੀ ਜ਼ਰੂਰ ਗਿਆ ਹੋਣਾ ਹੋਵੇ। ਯਾਰ ਆਹ ਤਾਂ ਗੱਲ ਹੀ ਬੜੀ ਵਧੀਆ ਬਣ ਗਈ ਹੈ ਨਾ ਵੀ ਜੇ ਕੱਲ੍ਹ ਤੱਕ ਆਪਾਂ ਇੱਧਰ ਸੀ ਤੇ ਆਪਾਂ ਇਹ ਕਰਦੇ ਵੀ ਉਹ ਜਿੱਦਾਂ ਹੁਣ ਹੋ ਹੀ ਰਿਹਾ। ਹੁਣ ਜਿਹੜੇ ਬੰਦੇ ਕਾਂਗਰਸ ਪਾਰਟੀ 'ਚ ਨੇ, ਜੇ ਉਧਰ ED ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਰਾਹੁਲ ਗਾਂਧੀ ਸਾਹਿਬ ਦੀ, ਤੇ ਉਹ ਵਿਚਾਰੇ ਉੱਥੇ ਪਾਣੀ ਦੀਆਂ ਵਾਛੜਾਂ ਸਹਿੰਦੇ ਫਿਰਦੇ ਆ। ਉਹ ਕਹਿੰਦੇ ਯਾਰ ਇਹੋ ਹੀ ਕਿਤੇ ਉਧਰ ਗਏ ਹੁੰਦੇ ਨਾ ਤੇ ਅੱਜ ਆਪਾਂ ਵੀ ਬਿਆਨ ਦੇਣਾ ਹੈ ਵੇਰਕਾ ਸਾਹਿਬ। ਬਸ ਤਿਆਰੀ ਹੈ ਜੀ, ਕੁਛ ਪਤਾ ਨਹੀਂ ਅਗਲੇ ਹਫ਼ਤੇ ਹੋ ਜਾਵੇ ਕੰਮ, ਚੱਕ ਲੈਣੇ ਆਪਾਂ ਬੰਦੇ, ਕੋਈ ਭ੍ਰਿਸ਼ਟਾਚਾਰੀ ਨਹੀਂ ਰਹਿਣ ਦੇਣਾ। ਸੋ ਇਹ ਹੋ ਸਕਦਾ ਵੀ ਬਾਕੀਆਂ ਕਈਆਂ ਨੂੰ ਲੱਗਾ ਹੋਵੇ ਵੀ ਯਾਰ ਆਪਾਂ ਗਲਤ ਬੱਸ 'ਚ ਬੈਠੇ ਹਾਂ, ਟਿਕਟ ਬਦਲੀਏ ਦੀ। ਨਹੀਂ, ਜ਼ਰੂਰੀ ਹੈ ਜੀ। ਲਾਰੈਂਸ ਬਿਸ਼ਨੋਈ ਹੋਰਾਂ ਦੇ ਕੇਸ ਦੀ ਭੁਰਕ ਚਰਚਾ ਸੰਧਾਲੀਆ ਸਾਹਿਬ ਕਰ ਲਈਏ ਤਾਂ ਅਜੇ ਅਧਿਕਾਰਕ ਤੌਰ ਤੇ ਪੁਸ਼ਟੀ ਤਾਂ ਨਹੀਂ ਪੂਰਾ ਵੀ, ਜਦੋਂ ਪੁਲਿਸ ਪ੍ਰਸ਼ਾਸਨ ਦੱਸੂਗਾ ਜਾਂ ਦੂਸਰੇ ਪਾਸੇ ਆਪਾਂ ਕਹਿ ਲਈਏ ਅਦਾਲਤ ਦੇ ਵਿੱਚੋਂ ਕੋਈ ਅਧਿਕਾਰਕ ਤੌਰ ਤੇ ਸੂਚਨਾ ਆਊ, ਅਜੇ ਅੰਦਾਜ਼ੇ ਨੇ। ਪਤਾ ਨਹੀਂ ਅੰਦਰੋਂ ਕੌਣ ਦੱਸਦਾ ਕੌਣ ਨਹੀਂ, ਕਿ ਇਹ ਵੀ ਖਬਰਾਂ ਆ ਜਾਂਦੀਆਂ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜੀ, ਕੱਲਿਆਂ ਨੂੰ ਪੁੱਛਗਿੱਛ ਕੀਤੀ ਜੀ, ਇਹਨਾਂ ਸਵਾਲਾਂ ਦੇ ਉਹਨੇ ਜਵਾਬ ਦਿੱਤੇ, ਕਿਉਂਕਿ ਉਹ ਗੁਪਤ ਆ ਸਾਰਾ ਕੁਝ। ਹੋ ਸਕਦਾ ਸੂਚਨਾ ਕਿਤੋਂ ਲੀਕ ਹੁੰਦੀ ਹੋਵੇ, ਪਰ ਸਾਨੂੰ ਨਹੀਂ ਕਿਸੇ ਨੇ ਦੱਸਿਆ। ਇੱਕ ਚਰਚਾ ਚੱਲਦੀ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਪਰਚੀ ਮਿਲੀ ਸੀ ਉਹ ਇੱਕ ਕਾਗਜ਼ ਦੀ ਪਰਚੀ ਤੋਂ ਹੀ ਮਿਲੀ ਸੀ, ਕਿ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਕਾਤਲਾਨਾ ਹਮਲਾ ਕੀਤਾ ਸੀ, ਜਦੋਂ ਉਹ ਗੱਡੀ ਪੁਲਿਸ ਨੂੰ ਲੱਭੀ, ਹੋਰ ਤਾਂ ਕੁਝ ਸਭ ਕੁਝ ਚੱਕ ਕੇ ਲੈ ਗਿਆ, ਇੱਕ ਕਾਗਜ਼ ਦਾ ਟੁਕੜਾ ਵਿੱਚੋਂ ਲੱਭਿਆ। ਉਹ ਸੀ ਕਿ ਜਿੱਥੋਂ ਉਹਨਾਂ ਨੇ ਡੀਜ਼ਲ ਪੈਟਰੋਲ ਭਰਵਾਇਆ ਸੀ ਉਸ ਪੰਪ ਦੀ ਪਰਚੀ ਉਹਦੇ ਵਿੱਚ ਰਹਿ ਗਈ। ਹੁਣ ਜਿਹੜੇ ਤੇਲ ਵਾਲੀ ਪਰਚੀ ਹੁੰਦੀ ਹੈ ਉਹਦੇ ਉੱਤੇ ਡੀਜ਼ਲ ਪੈਟਰੋਲ ਪੰਪ ਦਾ ਨਾਂ ਥਾਂ ਵੀ ਹੁੰਦਾ, ਉਹਦੇ ਉੱਤੇ ਟਾਈਮ ਵੀ ਹੁੰਦਾ, ਉਹਦੇ ਉੱਤੇ ਤਰੀਕ ਵੀ ਹੁੰਦੀ ਹੈ, ਉਹਦੇ ਉੱਤੇ ਪੈਸੇ ਵੀ ਹੁੰਦੇ ਆ। ਉਸੇ ਵੇਲੇ ਕਹਿੰਦੇ ਜਦੋਂ ਉਹ ਪਰਚੀ ਲੱਭੀ, ਉਧਰਲੇ ਪਾਸੇ ਟੀਮਾਂ ਰਵਾਨਾ ਕੀਤੀਆਂ, CCTV ਕੈਮਰੇ ਤਾਂ ਉੱਥੇ ਲੱਗੇ ਹੋਏ ਹੁੰਦੇ ਆ, ਉਹਦੀ ਰਿਕਾਰਡਿੰਗ ਵੀ ਹੁੰਦੀ ਹੈ, ਉੱਥੋਂ ਪਹਿਚਾਣ ਹੋਈ ਤਾਂ 8-10 ਬੰਦੇ ਅੰਦਰ ਨੇ। ਹਾਂ, ਨਹੀਂ ਮਤਲਬ ਵੈਸੇ ਜੋ ਹੁਣ ਤੱਕ ਗੱਲ ਤੁਹਾਡੀ ਸਹੀ ਹੈ ਵੀ ਅਧਿਕਾਰਤ ਤੌਰ ਤੇ ਅਜੇ ਦੀ ਕੋਈ ਪੁਸ਼ਟੀ ਨਹੀਂ, ਇਸ ਕਰਕੇ ਜੋ ਜਾਣਕਾਰੀ ਜਿੱਦਾਂ ਸੂਤਰਾਂ ਦੇ ਹਵਾਲੇ ਤੋਂ ਤੁਰੀ ਫਿਰਦੀ ਹੈ, ਆਪਾਂ ਜਸਟ ਉਹ ਗੱਲ ਕਰ ਰਹੇ ਹਾਂ। ਇਹਦੇ 'ਚ ਸੱਚਾਈ ਕੀ ਆ, ਸੱਚਾਈ ਕੀ ਨਹੀਂ ਆ, ਇਹ ਪੁਲਿਸ ਪ੍ਰਸ਼ਾਸਨ ਦੱਸੂਗਾ। ਹੁਣ ਤੇ ਵੀ ਦੱਸਣ ਲੱਗ ਪਿਆ ਕਿ ਵੀ ਹਾਂਜੀ ਉਹਨਾਂ ਨੇ ਕਿਵੇਂ ਗੱਡੀਆਂ ਫੜੀਆਂ ਜੀ, ਫਿਰ ਕਿਵੇਂ ਕਿਹਨੇ ਕਿਹਨੂੰ ਕੀ ਕੰਟੈਕਟ ਕੀਤਾ, ਗੱਡੀ ਕਿਹਨੇ ਪ੍ਰੋਵਾਈਡ ਕੀਤੀ, ਉਹਦੇ 'ਚ ਨੰਬਰ ਪਲੇਟਾਂ ਕਿਹਨੇ ਲਾਈਆਂ, ਫਿਰ ਉਸ ਤੋਂ ਬਾਅਦ ਹਥਿਆਰਾਂ ਦਾ ਅਰੇਂਜਮੈਂਟ ਕਿਹਨੇ ਕੀਤਾ, ਉਹ ਸਾਰਾ ਕੁਛ ਅਜੇ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦੱਸੂਗਾ। ਹੁਣ ਤੇ ਇੱਕ ਗੱਲ ਲੇਟੈਸਟ ਮੇਰੇ ਖਿਆਲ ਨਾਲ ਹਨੇਰੇ ਤੱਕ ਆਉਂਦਿਆਂ ਵੀ ਚਰਚਾ ਚੱਲ ਪਈ ਸੀ ਵੀ ਉਹ ਜਿਹੜੀਆਂ ਗਨ ਸੀਗੀਆਂ ਜਾਂ ਜਿਹੜਾ ਉਹ ਅਸਲਾ ਸੀਗਾ, ਉਹ ਵੀ ਹੁਣ ਪਤਾ ਲੱਗਣ ਲੱਗ ਪਿਆ ਵੀ ਹਰਿਆਣੇ ਪੰਜਾਬ ਦੀ ਬਾਰਡਰ ਦੇ ਉੱਪਰ ਕਿਤੇ ਕੋਈ ਟੋਆ ਟਾ ਪੱਟ ਕੇ ਤੇ ਉੱਥੇ ਸੰਭਾਲ ਕੇ ਦੱਬਿਆ ਸੀ, ਕਿਉਂਕਿ ਜਦੋਂ ਉੱਥੋਂ ਨਿਕਲਣਾ ਸੀ ਤੇ ਸ਼ਾਇਦ ਕਿਉਂਕਿ ਜੇ ਗੱਡੀ ਦੀ ਚੈਕਿੰਗ ਹੋਣ ਲੱਗ ਪਈ, ਰੌਲਾ ਰੱਪਾ ਪੈ ਗਿਆ ਸੀ, ਤੇ ਇਸ ਕਰਕੇ ਹਥਿਆਰਾਂ ਦੇ ਨਾਲ ਤੇ ਨਹੀਂ ਸੀ ਜਾਇਆ ਜਾ ਸਕਦਾ। ਹਾਂ, ਹਥਿਆਰ ਜਿਹੜੇ ਜੋ ਕਿਤੇ ਦੱਬੇ ਨੇ, ਹਾਂ ਹੁਣ ਉਹ ਕਿੱਥੇ ਦੱਬੇ ਨੇ ਇਹ ਵੀ ਅਜੇ ਉਹੀ, ਕਿਉਂਕਿ ਇਹ ਸਾਰੀਆਂ ਗੱਲਾਂ ਨੇ। ਜਦ ਤੱਕ ਇੱਕ ਪ੍ਰੋਪਰ ਪ੍ਰੈਸ ਕਾਨਫਰੰਸ ਜਾਂ ਪ੍ਰੈਸ ਨੋਟ ਨਹੀਂ ਹੁੰਦਾ, ਉਨੀ ਦੇਰ ਤੱਕ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦੇ 'ਚ ਕਿੰਨੀ ਕੁ ਸੱਚਾਈ ਨਹੀਂ ਆ। ਪਰ ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਇਸ ਕੇਸ ਚੱਲਦੀਆਂ ਪਈਆਂ।
ਬਿਲਕੁਲ ਠੀਕ ਹੈ ਸੰਧਾਲੀਆ ਸਾਹਿਬ, ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਇੱਕ ਮੁੱਦਾ ਹੈ, ਕਿਉਂਕਿ ਫੌਜ ਨੇ ਦੇਸ਼ ਦੀ ਸੁਰੱਖਿਆ ਕਰਨੀ ਹੁੰਦੀ ਹੈ। ਹੁਣ ਬੜੀ ਜ਼ਿੰਮੇਵਾਰੀ ਦੇ ਨਾਲ ਜਿੰਨੀਆਂ ਕੁ ਘਟਨਾਵਾਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਐਲਾਨ ਕੀਤਾ ਸੀ ਕਿ ਭਾਰਤੀ ਫੌਜ ਦੇ ਵਿੱਚ ਅਸੀਂ ਵੱਖਰੇ ਤਰ੍ਹਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ। 4 ਸਾਲ ਦੇ ਲਈ ਭਰਤੀ ਹੋਊਗੀ, ਉਹਦੇ ਵਿੱਚੋਂ ਪਹਿਲੇ 6 ਮਹੀਨੇ ਦੀ ਟ੍ਰੇਨਿੰਗ ਹੋਏਗੀ, ਬਾਕੀ 3.5 ਸਾਲ ਰੇਗਿਸਤਾਨ 'ਚ ਪਹਾੜਾਂ ਤੇ ਜਿੱਥੇ ਵੀ ਕਿਤੇ ਲੋੜ ਹੋਏਗੀ, ਜਲ ਥਲ ਹਵਾਈ ਸੈਨਾ ਉੱਥੇ ਵਰਤੋਂ ਕੀਤੀ ਜਾਊਗੀ ਜੀ। ਠੀਕ ਹੈ। ਫਿਰ ਪੈਕੇਜ ਦੀ ਗੱਲ ਆਈ ਕਿ ਭਾਈ ਪਹਿਲਾਂ 20,000 ਤਨਖਾਹ, 23,000 ਤਨਖਾਹ, 28,000 ਤੱਕ ਤਨਖਾਹ ਮਿਲੂ, ਬਾਕੀ ਪੈਸੇ ਉਹਨਾਂ ਦੀ ਤਨਖਾਹ ਦੇ ਵਿੱਚੋਂ ਕੁਝ ਕੱਟੇ ਜਾਣਗੇ, ਤੇ ਜਿੰਨੇ ਪੈਸੇ ਕੱਟੇ ਜਾਣਗੇ ਉਨੇ ਪੈਸੇ ਸਰਕਾਰ ਪਾਊ, ਤੇ 4 ਸਾਲਾਂ ਦੇ ਬਾਅਦ ਉਹ 80-85% ਦੀ ਬੰਦੇ ਸੇਵਾ ਮੁਕਤ ਕਰ ਦੇਣੇ ਆ। ਉਹਨਾਂ ਨੂੰ ਫਿਰ ਪੌਣੇ 12 ਲੱਖ ਰੁਪਈਆ ਸਰਕਾਰ ਫਿਰ ਦਊਗੀ, ਜਿਹਦੇ ਵਿੱਚੋਂ ਅੱਧੇ ਪੈਸੇ ਉਹਨਾਂ ਦੀ ਤਨਖਾਹ ਚੋਂ ਕੱਟ ਹੋਣੇ, ਅੱਧੇ ਸਰਕਾਰ ਨੇ ਆਪ ਪਾਉਣੇ ਆ। ਹੁਣ ਇਸ ਮੁੱਦੇ ਤੇ ਇੱਕ ਤਾਂ ਇਹ ਲੱਗਦਾ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲੂਗਾ, 4 ਪੈਸੇ ਵੀ ਉਹਨਾਂ ਦੇ ਕੋਲੇ ਹੋਣਗੇ, ਫਿਰ ਆਪਣਾ ਕੰਮਕਾਰ ਵੀ ਸਟਾਰਟ ਕਰ ਸਕਦੇ ਆ, ਫਿਰ ਉਹਨਾਂ ਨੂੰ ਸਰਟੀਫਿਕੇਟ ਵੀ ਮਿਲਣਾ ਸੀ। ਪਰ ਦੂਸਰੇ ਪਾਸੇ ਬਿਹਾਰ ਦੇ ਵਿੱਚ ਨੌਜਵਾਨਾਂ ਨੇ ਵਿਰੋਧ ਕੀਤਾ। ਉਹ ਕਹਿੰਦੇ ਜੀ ਕੋਵਿਡ ਦੇ ਕਰਕੇ 2 ਸਾਲ ਭਰਤੀ ਵੈਸੇ ਹੀ ਨਹੀਂ ਹੋਈ, ਉਹਦੇ ਤੋਂ ਬਾਅਦ ਹੁਣ ਜੇ ਭਰਤੀ ਹੋਣ ਲੱਗੀ ਆ ਤਾਂ ਸਿਰਫ 4 ਸਾਲ ਲਈ ਹੋਣ ਲੱਗੀ ਹੈ, ਤੇ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ। ਬਿਹਾਰ ਦੇ ਵਿੱਚ ਟ੍ਰੇਨਾਂ ਵੀ ਰੋਕੀਆਂ, 2 ਦਿਨ ਹੋ ਗਏ, GT ਰੋਡ ਵੀ ਰੋਕੇ। ਹਰਿਆਣੇ ਦੇ ਵਿੱਚ ਇੱਕ ਮੁੰਡਾ ਸੁਸਾਈਡ ਕਰ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਪੱਕੇ ਭਰਤੀ ਹੋਵਾਂਗੇ। ਉਹਨਾਂ ਨੂੰ ਇਹ ਵੀ ਲੱਗਦਾ ਕਿ ਭਰਤੀ ਪ੍ਰਕਿਰਿਆ ਠੀਕ ਨਹੀਂ। 5 ਗੱਡੀਆਂ ਪੁਲਿਸ ਦੀਆਂ ਨੂੰ ਅੱਗ ਲਾਤੀ, GT ਰੋਡ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਜੈਪੁਰ ਨੂੰ ਜਿਹੜਾ ਦਿੱਲੀੋਂ ਰਸਤਾ ਜਾਂਦਾ ਉੱਤੇ ਵੀ ਜਾਮ ਲਾਤਾ। ਯੂਪੀ 'ਚ, ਹਿਮਾਚਲ 'ਚ, ਰਾਜਸਥਾਨ 'ਚ, ਮੱਧ ਪ੍ਰਦੇਸ਼ ਦੇ ਵਿੱਚ ਵੀ ਨੌਜਵਾਨਾਂ ਨੇ ਜਿਹੜਾ ਉਹ ਵਿਰੋਧ ਕੀਤਾ। ਸਰਕਾਰ ਕੀ ਫੈਸਲਾ ਲੈਂਦੀ ਹੈ ਕੀ ਨਹੀਂ ਲੈਂਦੀ ਵੱਖਰੀ ਗੱਲ ਹੈ, ਪਰ ਮੁੱਦਾ ਸੰਵੇਦਨਸ਼ੀਲ ਹੈ, ਕਿਉਂਕਿ ਸਾਡੇ ਆਲੇ ਦੁਆਲੇ ਪਾਕਿਸਤਾਨ, ਚੀਨ ਜਿੱਦਾਂ ਦੇ ਮੁਲਕ ਨੇ, ਜਿੱਦਾਂ ਦਾ ਸਾਡਾ ਉਹਨਾਂ ਦੇ ਨਾਲ ਹਿਸਾਬ ਕਿਤਾਬ ਹੈ, ਫੌਜ ਦੇ ਮੁੱਦੇ ਦੇ ਉੱਤੇ ਆਪਸ ਵਿੱਚ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੀਦਾ। ਨਹੀਂ, ਬਿਲਕੁਲ ਨਹੀਂ ਚਾਹੀਦਾ। ਇੱਕ ਆਪਾਂ ਬੇਨਤੀ, ਮੇਰਾ ਖਿਆਲ ਜਿੱਦਣ ਇਹ ਗੱਲ ਚੱਲੀ ਸੀ ਆਪਾਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਇਹ ਅਜੇ ਇਸ ਤਰ੍ਹਾਂ ਦੀ ਗੱਲ ਚੱਲਦੀ ਆ, ਪਰ ਇਹਦੇ ਨਾਲ ਉਹ ਜਿਹੜਾ ਸ਼ਾਇਦ ਜੋ ਹੁਣ ਤੱਕ ਦਾ ਸਟਰਕਚਰ ਹੈ ਫੌਜ ਦਾ, ਉਹਦੇ 'ਤੇ ਉਂਗਲ ਉੱਠ ਸਕਦੀ ਹੈ। ਉਹ ਹੌਲੀ ਹੌਲੀ ਉੱਠੀ ਵੀ ਆਣ ਮੇਰੇ ਖਿਆਲ ਨਾਲ, ਜਿੱਦਾਂ ਉਹ ਸਟੇਟਾਂ ਦੇ ਵਿੱਚੋਂ ਗੱਲਾਂ ਆਉਂਦੀਆਂ, ਸ਼ਾਇਦ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਉਸ ਪਾਸੇ ਧਿਆਨ ਨਹੀਂ, ਖਾਸ ਕਰਕੇ ਜੇ ਮੈਂ ਹੁਣ ਆਪਣੇ ਪੰਜਾਬ ਖਿੱਤੇ ਦੀ ਗੱਲ ਕਰਾਂ, ਤੇ ਬਹੁਤਾ ਕਰਕੇ ਹੁਣ ਨੌਜਵਾਨੀ ਜਿਹੜੀ ਉਹਨੂੰ ਆਇਆ ਵੀ ਯਾਰ ਆਪਾਂ ਤੇ ਹੁਣ ਬਾਹਰ ਚਲੇ ਜਾਣਾ। ਪਰ ਜੇ ਆਪਾਂ ਇਸੇ ਪੰਜਾਬ ਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਈਏ, ਉਦੋਂ ਹਰੇਕ ਬੰਦੇ ਘਰ ਦੇ ਵਿੱਚ ਗੱਲ ਪਤਾ ਕੀ ਹੁੰਦੀ ਸੀ ਵੀ ਕੋਸ਼ਿਸ਼ ਕਰਦੇ ਵੀ ਮੁੰਡਾ ਨੌਕਰ ਹੋ ਜਾਏ, ਕਿਤੇ ਭਰਤੀ ਹੋ ਜਾਏ, ਹੈ ਨਾ। ਉਹ ਹੁਣ ਮੁੰਡਾ ਨੌਕਰ ਹੋ ਗਿਆ, ਮੁੰਡਾ ਭਰਤੀ ਹੋ ਗਿਆ, ਉਹ ਨਾ ਸਵੇਰੇ ਦੌੜ ਲਾਉਣ ਜਾਂਦਾ, ਭੈਣ ਜੀ ਉਹਨੂੰ ਹੁਣ ਥੋੜ੍ਹਾ ਜਿਹਾ ਘਿਓ ਘਿਆ ਵੀ ਖਵਾਇਆ ਵੀ ਤੂੰ ਪੁੱਤ ਕਾਇਮ ਹੋ, ਐਦ ਗਿਆ ਭਰਤੀ ਵੇਖਣ, ਸ਼ਾਇਦ ਗੱਲ ਬਣ ਜੀ, ਦੌੜ ਕੱਢ ਗਿਆ, ਹੈ ਨਾ। ਇਹ ਆਮ ਗੱਲਾਂ ਹੁੰਦੀਆਂ ਸੀ, ਇਹ ਆਪਣੇ ਹੋ ਸਕਦਾ ਆਪਣੇ ਪਰਿਵਾਰਾਂ 'ਚ, ਆਪਣੇ ਆਂਢ ਗੁਆਂਢ, ਚਾਚੇ ਤਾਏ ਵੱਲੋਂ ਕਿਤੇ ਹੁਣ ਵੀ ਹੁੰਦੀਆਂ ਹੁਣ, ਤੇ ਜੇ ਤੁਸੀਂ ਹੁਣ ਵੀ ਪਰਿਵਾਰਾਂ 'ਚ ਝਾਤੀ ਮਾਰ ਲਓ ਤੇ ਤੁਹਾਡੇ ਆਪਣੇ ਘਰਾਂ ਦੇ ਵਿੱਚੋਂ ਵੀ ਬਹੁਤ ਸਾਰੇ ਮੁੰਡੇ ਜਿਹੜੇ ਉਹ ਫੌਜ 'ਚ ਹੋਣਗੇ। ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਐਸਾ ਰੋਜ਼ਗਾਰ ਦਾ ਸਾਧਨ ਸੀਗਾ ਜਿਹਦੇ ਤੇ ਬੜੀ ਆਸ ਸੀ। ਹੁਣ ਤੁਸੀਂ ਦੇਖੋ ਵੀ ਜੇ ਕੋਈ ਭਰਤੀ ਹੋ ਗਿਆ ਤੇ ਉਦੋਂ ਬਾਅਦ ਨਾਲ ਹੁੰਦਾ ਵੀ ਹਾਂ ਹੁਣ ਘਰ ਵੀ ਠੀਕ ਹੋ ਗਿਆ ਜੀ, ਹੁਣ ਸੁੱਖ ਨਾਲ ਚੱਲ ਮੁੰਡਾ ਵਿਆਹਾਂਗੇ, ਉਹ ਤਾਂ ਹੁਣ ਜੀ ਰਿਟਾਇਰ ਹੋਣ ਵਾਲਾ, ਉਹ ਤਾਂ ਹੁਣ ਵਾਪਸ ਆਉਣ ਵਾਲੇ, ਕਈ ਗੱਲਾਂ ਇਹੋ ਜਿਹੀਆਂ ਜੁੜਦੀਆਂ। ਪਰ ਕਿਉਂਕਿ ਹੁਣ ਆਪਣਾ ਧਿਆਨ ਕਿਸੇ ਹੋਰ ਪਾਸੇ ਲੱਗ ਗਿਆ ਸੀ, ਇਸ ਕਰਕੇ ਆਪਾਂ ਨੂੰ ਲੱਗਦਾ ਸੀ ਵੀ ਯਾਰ ਸ਼ਾਇਦ ਭਰਤੀ ਠੀਕ ਹੈ, ਉਹ ਕੋਈ ਚੇਂਜ ਕਰ ਦਿੱਤਾ ਹੋਊਗਾ। ਪਰ ਜਦੋਂ ਆਪਾਂ ਓਵਰਆਲ ਇੰਡੀਆ ਦੇ ਹਿਸਾਬ ਨਾਲ ਦੇਖਿਆ ਤੇ ਤੁਸੀਂ ਦੇਖੋ ਵੀ ਕਿੰਨੇ ਲੋਕਾਂ ਦੀਆਂ, ਹਜ਼ਾਰਾਂ ਜਿਹੜੇ ਲੋਕ ਸੀਗਾ, ਉਹ ਜਿਹੜੇ ਨੌਜਵਾਨ ਸੀਗੇ, ਉਹਨਾਂ ਦੀਆਂ ਆਸਾਂ 'ਤੇ ਪਾਣੀ ਫਿਰ ਐਂਡ ਉਹ ਆਪ ਉਧਰੇਪਨ ਦੇ ਵਿੱਚ ਹੀ ਆ ਗਏ ਬਾਹਰ ਵੀ ਮਹਾਰਾਜਾ ਸਾਡੇ ਨਾਲ ਕਰ ਕੀ ਰਹੇ ਹੋ ਤੁਸੀਂ। ਗੱਲ ਵੀ ਸਹੀ ਹੈ, ਕਿਉਂਕਿ ਜੇ ਅਗਲਾ ਇੰਨੀ ਮਿਹਨਤ, ਮੰਨ ਲਓ ਕਿਸੇ ਵੇਲੇ ਆਪਾਂ ਇਹ ਦੇਖਦੇ ਨਾ ਵੀ ਸਾਲ, 1.5, 2 ਸਾਲ ਤਾਂ ਆਮ ਲੱਗ ਜਾਂਦੇ ਆ ਵੀ ਮੈਂ ਆਪਣੇ ਆਪ ਨੂੰ ਕਾਇਮ ਕਰਨਾ, ਵੀ ਮੇਰੀ ਛਾਤੀ ਵੀ ਪੂਰੀ ਹੋਵੇ, ਹਾਈਟ ਵੀ ਪੂਰੀ ਹੋਵੇ, ਦੌੜ ਵੀ ਕੱਢ ਜਾਂ ਛਾਲ ਵੀ ਵੱਜੇ, ਉੱਥੇ ਮੈਂ ਜੇ ਟੈਸਟ ਵੀ ਕੋਈ ਦੇਣਾ ਤੇ ਉਹ ਵੀ ਨਿਬੜ ਜੇ, ਤੇ ਜੇ ਉਦੋਂ ਬਾਅਦ ਅਗਲੇ ਨੂੰ ਆਖਿਆ ਵੀ ਵੀਰ ਤੂੰ ਮਿਹਨਤ ਤੇ ਕਰ ਲਈ ਵੀ 24 ਸਾਲੇ ਤੈਨੂੰ ਮੋੜ ਦੇਣਾ, ਫਿਰ ਅਗਲੇ ਨੂੰ ਗੁੱਸਾ ਤੇ ਆਊਗਾ। ਦੇਖੋ ਸੰਧਾਲੀਆ ਸਾਹਿਬ, ਮੈਂ ਫੇਰ ਕਹਿਣਾ, ਕਿਉਂਕਿ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਮੁੱਦਾ, ਆਮ ਬੰਦੇ ਨੂੰ ਵੀ ਬਹੁਤ ਬਚ ਕੇ ਟਿੱਪਣੀ ਕਰਨੀ ਚਾਹੀਦੀ ਹੈ, ਪ੍ਰੈਸ ਵਾਲਿਆਂ ਨੂੰ ਵੀ ਬਚ ਕੇ ਟਿੱਪਣੀ ਕਰਨੀ ਚਾਹੀਦੀ ਹੈ। ਹਮੇਸ਼ਾ ਮੁੜ ਵਿਚਾਰ ਦਾ ਰਸਤਾ ਖੁੱਲ੍ਹਾ ਰਹਿਣਾ ਚਾਹੀਦਾ, ਸਰਕਾਰ ਵਾਲੇ ਪਾਸਿਓਂ ਵੀ ਦੂਜੇ ਪਾਸਿਓਂ ਵੀ, ਕਿਉਂਕਿ ਇਸ ਮੁੱਦੇ ਦੇ ਉੱਤੇ ਕੋਈ ਵੀ ਗੈਰ ਗੰਭੀਰਤਾ ਨੁਕਸਾਨ ਪਹੁੰਚਾਊ। ਇੱਥੇ ਇੱਕ ਚੀਜ਼ ਜਿਹੜੀ ਬਹੁਤ ਧਿਆਨ ਮੰਗਦੀ ਹੈ, ਬਹੁਤ ਪੜ੍ਹੇ ਲਿਖੇ ਲੋਕ ਵੀ ਫੌਜ 'ਚ ਜਾਂਦੇ ਆ, ਸਰਦੇ ਪੁੱਜਦੇ ਘਰਾਂ ਦੇ ਬੱਚੇ ਵੀ ਫੌਜ 'ਚ ਜਾਂਦੇ ਆ, ਪਰ ਇੱਕ ਵੱਡਾ ਤਬਕਾ ਉਹ ਹੁੰਦਾ ਫੌਜ ਦੇ ਵਿੱਚ ਭਰਤੀ ਹੋਣ ਵਾਲਿਆਂ ਦਾ ਜਿਹੜੇ ਆਰਥਿਕ ਤੌਰ ਦੇ ਉੱਤੇ ਬਹੁਤੇ ਵਸੀਲੇ ਵਾਲੇ ਬੰਦੇ ਨਹੀਂ ਹੁੰਦੇ। ਲੱਖਾਂ ਰੁਪਈਆ ਲੱਗਦਾ ਉੱਚ ਸਿੱਖਿਆ ਦੇ ਲਈ, ਬਹੁਤ ਸਾਰੇ ਪਰਿਵਾਰ ਉਹ ਖਰਚ ਨਹੀਂ ਕਰ ਸਕਦੇ, ਬੱਚੇ ਨੂੰ ਵੀ ਪਤਾ ਹੁੰਦਾ, ਮਾਂ-ਬਾਪ ਨੂੰ ਵੀ। ਲੱਖਾਂ ਰੁਪਈਆ ਲੱਗਦਾ ਵਿਦੇਸ਼ ਜਾਣ ਲਈ, ਵਿਦੇਸ਼ ਪੜ੍ਹਨ ਦੇ ਲਈ, ਬਹੁਤ ਸਾਰੇ ਪਰਿਵਾਰ ਉਹ ਖਰਚ ਨਹੀਂ ਕਰ ਸਕਦੇ। ਮੱਧ ਵਰਗੀ ਜਾਂ ਨਿਮਨ ਵੱਧ ਵਰਗੀ ਪਰਿਵਾਰਾਂ ਦੀ ਗੱਲ ਕਰਦਾ। ਉੱਥੇ ਫਿਰ ਇੱਕੋ ਹੀ ਆਸ ਹੁੰਦੀ ਹੈ ਕਿ ਭਾਈ ਹੁਣ ਆਪਾਂ ਤਾਂ ਲੱਖਾਂ ਰੁਪਈਏ ਕੋਚਿੰਗ ਤੇ ਨਹੀਂ ਖਰਚ ਸਕਦੇ, ਉੱਥੇ ਵੀ ਨਹੀਂ, ਜ਼ਮੀਨ ਵੀ ਥੋੜ੍ਹੀ ਆ, ਮਜ਼ਦੂਰੀ ਕਰਨੀ ਆ ਸਾਰੀ ਉਮਰ। ਫਿਰ ਉਸਲੇ ਉਹ ਨਿਆਣਾ ਪੂਰਾ ਤਾਣ ਲਾਉਂਦਾ ਹੈ, ਦੌੜ ਲਾਉਂਦਾ ਹੈ, ਛਾਤੀ ਪੂਰੀ ਹੋਵੇ, ਕੱਦ ਦਾ ਹਿਸਾਬ ਕਿਤਾਬ ਸਾਰਾ ਕੁਛ,
ਟੈਸਟ ਵੀ ਦਿੰਦਾ ਹੈ, ਦਿਮਾਗੀ ਤੌਰ ਤੇ ਵੀ ਵਧੀਆ ਹੁੰਦਾ, ਸਰੀਰਕ ਤੌਰ ਤੇ ਵੀ ਵਧੀਆ ਹੁੰਦਾ ਹੈ। ਉਹਨਾਂ ਲਈ ਫਿਰ ਇੱਕੋ ਹੀ ਹੁੰਦਾ ਸੀ ਕਿ ਚਲੋ ਹੁਣ ਕੰਟੀਨ ਦੇ ਵਿੱਚੋਂ ਸਸਤਾ ਸਮਾਨ ਵੀ ਮਿਲਣਾ ਹੈ ਰਿਆਇਤੀ ਦਰਾਂ ਤੇ, ਹੁਣ ਪੈਨਸ਼ਨ ਵੀ ਲੱਗ ਜਾਣੀ ਹੈ, ਹੁਣ ਸਾਰਾ ਕੁਝ ਠੀਕ ਹੋਣਾ। ਤੇ ਜੇ ਕੋਈ ਬੰਦਾ ਆਖੇ ਕਿ ਭਾਈ ਆ ਠੀਕ ਹੈ ਫੌਜ ਦੇ ਵਿੱਚ ਭਰਤੀ, ਮੌਜਾਂ ਨਹੀਂ ਹੁੰਦੀਆਂ। ਤੁਸੀਂ ਆਪਣੇ ਜੀਵਨ ਦਾ, ਜਵਾਨੀ ਦਾ 70% ਸਮਾਂ ਬਾਹਰ ਗੁਜ਼ਾਰਨਾ ਹੁੰਦਾ ਪਰਿਵਾਰ ਤੋਂ ਬਿਨਾਂ। ਉਹ ਵੀ ਉੱਥੇ ਗੁਜ਼ਾਰਨਾ ਹੁੰਦਾ ਜਿੱਥੇ ਬਹੁਤ ਸੰਵੇਦਨਸ਼ੀਲਤਾ ਹੁੰਦੀ ਹੈ, ਜਿੱਥੇ ਲੋੜ ਹੁੰਦੀ ਹੈ, ਜਿੱਥੇ ਗੋਲੀ ਤੁਹਾਡੀ ਛਾਤੀ ਦੇ ਕੋਲ ਦੀ ਖਹਿ ਕੇ ਲੰਘਦੀ ਹੈ। ਯਾਨੀ ਜੇ ਕੋਈ ਬੰਦਾ ਕਹੇ ਨਾ ਕਿ ਭਾਈ ਪਤਾ ਨਹੀਂ ਕਿੰਨਾ ਕੰਫਰਟ ਜ਼ੋਨ ਭਾਲਦੇ ਇਹ ਨੌਜਵਾਨ, ਨਾ, ਆਪਾਂ ਨੂੰ ਪਤਾ ਕਿ ਸਲਾਮੀ ਦਿੰਦੇ ਹੁੰਦੇ, ਮੁੜ ਕੇ ਤਬੂਤ ਆਉਂਦਾ, ਉੱਥੋਂ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ, ਡੀਸੀ ਸਾਹਿਬ ਆਉਂਦੇ ਆ, ਮੰਤਰੀ ਕਦੇ ਆਉਂਦੇ ਆ, ਪਰ ਬੱਚਾ ਨਹੀਂ ਮੁੜਦਾ। ਇਸ ਕਰਕੇ ਬਹੁਤ ਜ਼ਿਆਦਾ ਹੀ ਸੰਵੇਦਨਸ਼ੀਲਤਾ ਚਾਹੀਦੀ ਹੈ ਇਸ ਮੁੱਦੇ ਤੇ। ਠੀਕ ਹੈ ਖਰਚ ਬੜਾ ਫੌਜ ਤੇ, ਆਪਾਂ ਮੰਨਦੇ ਹਾਂ ਖਰਚ ਬੜਾ, ਪਰ ਖਰਚ ਹੋਰ ਕਈ ਪਾਸਿਓਂ ਘਟਾਇਆ ਜਾ ਸਕਦਾ। ਆ 5 ਸਾਲ ਸੇਵਾ ਕਰਦੇ ਆ ਬਹੁਤ ਚੰਗੇ ਤਰੀਕੇ, MP ਸਾਹਿਬ ਤੇ ਸਾਡੇ MLA ਸਾਹਿਬ, ਉਹਨਾਂ ਨੂੰ ਪੈਨਸ਼ਨ ਮਿਲਦੀ ਹੈ ਸਾਰੀ ਉਮਰ ਦੇ ਲਈ, ਉਹਨਾਂ ਦੇ ਪਰਿਵਾਰ ਨੂੰ ਸਹੂਲਤਾਂ ਮਿਲਦੀਆਂ ਸਾਰੀ ਉਮਰ। ਅਸੀਂ ਮਾੜਾ ਨਹੀਂ ਕਹਿੰਦੇ ਉਹਨਾਂ ਨੂੰ, ਪਰ ਉਹ 5 ਸਾਲ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ 'ਚ ਜਾਂਦੇ ਆ ਕਿ ਨਹੀਂ ਜਾਂਦੇ? ਜੇ ਜਾਂਦੇ ਆ ਤਾਂ ਉੱਥੇ ਸੌਂ ਕੇ ਆ ਜਾਂਦੇ ਆ ਕਿ ਚਾਹ ਪੀ ਕੇ ਆ ਜਾਂਦੇ, ਉਹ ਵੀ ਰਿਆਇਤੀ ਦਰ ਦੇ ਉੱਤੇ। ਕਿਸੇ ਬਹਿਸ ਦੇ ਵਿੱਚ ਹਿੱਸਾ ਲੈਂਦੇ ਆ ਕਿ ਨਹੀਂ ਲੈਂਦੇ? ਉਹਨਾਂ ਨੂੰ ਧੁੱਪੇ ਛਾਵੇਂ ਖੜਨ ਦਾ ਨਹੀਂ ਹੁੰਦਾ। ਵੋਟਾਂ ਦੇ ਵਿੱਚ ਵੀ ਕਿਤੇ ਸੰਵੇਦਨਸ਼ੀਲ ਇਲਾਕਾ ਤਾਂ ਸਾਡੀ ਫੌਜ ਨੇ ਜਾਣਾ। ਜੇ ਬਾਰਡਰ ਸਾਡੇ ਸੁਰੱਖਿਅਤ ਕਰਨੇ ਸਾਡੀ ਫੌਜ ਨੇ ਕਰਨੇ, ਦੇਸ਼ ਦੇ ਉੱਤੇ ਕੋਈ ਆਫਤ ਆ ਜਾਏ ਤਾਂ ਸਾਡੀ ਫੌਜ ਹੁੰਦੀ ਹੈ, ਕਿਤੇ ਹੜ੍ਹ ਆ ਜਾਏ, ਕਿਤੇ ਭੁਚਾਲ ਆ ਜਾਏ ਤਾਂ ਸਾਡੀ ਫੌਜ ਹੁੰਦੀ ਹੈ। ਦੇਸ਼ ਇਹਨਾਂ ਦੇ ਸਿਰ ਤੇ ਖੜਾ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ, ਕਿਉਂਕਿ ਦੇਸ਼ ਦੇ ਪੱਖ ਤੋਂ ਸੋਚਣਾ ਚਾਹੀਦਾ, ਸਰਕਾਰ ਵੀ ਸੋਚੇ, ਆਮ ਲੋਕ ਵੀ ਸੋਚਣ। ਬਿਲਕੁਲ ਸਹੀ। ਸੋ ਮੇਰੇ ਖਿਆਲ ਨਾਲ ਚਲੋ ਇੱਕ ਪਾਸਿਓਂ ਸਰਕਾਰ ਨੇ ਪਾਲਿਸੀ ਲਿਆਂਦੀ, ਉਸ ਤੋਂ ਬਾਅਦ ਉਹਦੇ ਤੇ ਵਿਰੋਧ ਹੋਇਆ, ਚਰਚਾ ਹੋਊਗੀ, ਜੋ ਡਿਸੀਜਨ ਫੈਸਲਾ ਆਊਗਾ ਫਿਰ ਆਪਾਂ ਉੱਤੇ ਗੱਲ ਕਰ ਲਵਾਂਗੇ। ਇੱਕ ਫੈਸਲਾ ਕਹਿੰਦੇ ਆਉਣ ਨੂੰ ਫਿਰਦਾ। ਇੱਕੋ ਮਿੰਟ 'ਚ ਮੈਨੂੰ ਸੀ ਕਿ ਕਿਤੇ ਉਹੀ ਗੱਲ ਨਾ ਹੋਵੇ। WTO ਦਾ 12 ਤੋਂ ਲੈ ਕੇ 15 ਜੂਨ ਤੱਕ ਇੱਕ ਸਮਾਗਮ ਹੋਇਆ ਜਨੀਵਾ 'ਚ। ਜਿੱਦਾਂ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਪਾਇਆ ਸੀ ਨਾ ਦੁਨੀਆ ਦੇ ਵਿਕਸਿਤ ਮੁਲਕਾਂ ਨੇ ਕਿ ਜੇ ਕਰਜ਼ਾ ਲੈਣਾ ਤਾਂ ਬਿਜਲੀ ਸਬਸਿਡੀ ਖਤਮ ਕਰਤੀ, ਉਹਨਾਂ ਨੇ 7 ਰੁਪਏ ਯੂਨਿਟ ਇਕੱਠੀ ਵਧਾਤੀ, 30 ਰੁਪਏ ਤੇਲ ਇੱਕੋ ਦਿਨ 'ਚ ਵਧਾਤਾ। ਭਾਰਤ ਦੇ ਉੱਤੇ ਵੀ ਆ ਹੁਣੇ ਇੱਕ ਦਿਨ ਪਹਿਲਾਂ ਉਸੇ ਤਰੀਕੇ ਦਾ ਵਿਸ਼ਵ ਵਪਾਰ ਸੰਗਠਨ ਦੇ ਵਿੱਚ ਪ੍ਰੈਸ਼ਰ ਪਾਇਆ ਗਿਆ ਕਿ ਭਾਈ MSP ਖਤਮ ਕਰੋ, ਯੂਰੀਆ ਦੇ ਉੱਤੇ, DAP ਦੇ ਉੱਤੇ, ਖੇਤੀਬਾੜੀ ਦੇ ਉੱਤੇ ਜਿਹੜੀ ਸਬਸਿਡੀ ਖਾਦਾਂ ਦਵਾਈਆਂ ਦਿੰਨੇ ਆ ਖਤਮ ਕਰੋ, ਤੁਸੀਂ ਬਿਜਲੀ ਸਬਸਿਡੀ ਜਿਹੜੀ ਮੋਟਰਾਂ ਨੂੰ ਦਿੰਨੇ ਆ ਖਤਮ ਕਰੋ, ਕਿਉਂਕਿ ਉਹਦੇ ਨਾਲ ਲਾਗਤ ਘਟਦੀ ਹੈ ਤੇ ਤੁਸੀਂ ਬਾਜ਼ਾਰ ਦੇ ਵਿੱਚ ਸਮਾਨ ਸਸਤਾ ਭੇਜਦੇ ਹੋ। ਖੇਤੀਬਾੜੀ ਉਤਪਾਦਨ ਭਾਰਤ ਸਰਕਾਰ ਵੱਲੋਂ ਪੀਯੂਸ਼ ਗੋਇਲ ਸਾਹਿਬ ਗਏ ਸੀ, ਸਟੈਂਡ ਲਿਆ, ਚੀਨ ਵੀ ਨਾਲ ਖਲੋਤਾ, 78 ਹੋਰ ਦੇਸ਼ ਨਾਲ ਖਲੋਤੇ ਕਿ ਇੱਦਾਂ ਕਿੱਦਾਂ ਕਿ ਤੁਸੀਂ ਸਰਮਾਏਦਾਰੀ ਮੁਲਕ ਇੱਦਾਂ ਸਾਡੇ ਹੁਣ ਬੰਦੇ ਮਾਰਨੇ ਆ, ਉਹਦੇ ਨਾਲ ਗਲ ਘੁੱਟਣਾ। ਬਹੁਤ ਚੰਗਾ ਹੋਇਆ ਕਿ ਸਟੈਂਡ ਲਿਆ ਤੇ ਲਗਾਤਾਰ ਲੈਂਦੇ ਰਹਿਣ, ਅਸੀਂ ਉਮੀਦ ਕਰਦੇ ਹਾਂ। ਇਹ ਤੇ ਚਰਚਾ ਚੱਲਦੀ ਆ। ਦੇਖੋ ਕਾਰਨ ਹੈ ਵੀ ਜੇ ਸਰਕਾਰ ਵੈਸੇ ਫੈਸਲੇ ਲੈਂਦੀ ਤੇ ਆਪਾਂ ਇਹ ਵੀ ਉਮੀਦ ਕਰਦੇ ਹਾਂ ਕੇਂਦਰ ਦੀ ਸਰਕਾਰ ਤੋਂ ਵੀ WTO ਵਾਲਾ ਕਾਗਜ਼ ਹੀ ਆ, ਜੇ ਅੜਨਾ ਤੇ ਫਿਰ ਅੜ ਗਏ, ਮੈਂ ਜਾਓ ਭਾਜੋ, ਅਸੀਂ ਤੁਹਾਡੇ ਉਹਦੇ ਤੋਂ ਬਾਹਰ ਆ ਭਾਈ ਸਾਹਿਬ, ਅਸੀਂ ਨਹੀਂ ਕਰਦੇ ਤੁਹਾਡੇ ਨਾਲ ਸਮਝੌਤਾ। ਹੁਣ ਕਾਰਨ ਹੈ ਵੀ ਇਹ ਤੇ ਹੈ ਨਹੀਂ ਵੀ ਜੇ ਜ਼ਮੀਨ ਭਾਰਤ ਦੀ ਆ, ਉੱਥੇ ਖੇਤੀ ਭਾਰਤ ਨੇ ਕਰਨੀ ਆ, ਬਾਕੀ ਦੇਸ਼ ਇਹ ਦੇਖਦੇ ਵੀ ਉਹ ਮੰਡੀ ਆ, ਤੇ ਤੁਸੀਂ ਮੰਡੀ ਨੂੰ ਮੰਡੀ ਦੀ ਤਰ੍ਹਾਂ ਕਿਉਂ ਟਰੀਟ ਕਰਦੇ ਹੋ? ਬੰਦੇ ਵਸਦੇ ਉੱਥੇ। ਤੇ ਜੇ ਮੰਨ ਲਓ ਭਾਰਤ ਨੇ ਜੋ ਆਪਣੇ ਆਧਾਰ ਤੇ ਉਹਨੇ ਆਖਿਆ ਵੀ ਯਾਰ ਮੈਂ ਖਾ ਵੀ ਲੈਣਾ, ਮੈਂ ਕਮਾ ਵੀ ਲੈਣਾ, ਮੈਂ ਉਗਾ ਵੀ ਲੈਣਾ, ਤੇ ਫਿਰ ਮੈਨੂੰ ਲੋੜ ਕੀ ਪਈ ਆ? ਹਾਂ ਠੀਕ ਹੈ, ਜੇ ਤੁਹਾਨੂੰ ਪੰਜਾਬ 'ਚ, ਤੁਸੀਂ ਇੰਡੀਆ 'ਚ ਆ ਕੇ ਕੁਝ ਵੇਚਣਾ ਤੇ ਫਿਰ ਸ਼ਰਤਾਂ ਸਾਡੀਆਂ ਹੋਣਗੀਆਂ, ਜੇ ਸਾਡੇ ਕੋਲੋਂ ਕੁਝ ਲੈਣਾ ਤਾਂ ਵੀ ਸ਼ਰਤਾਂ ਸਾਡੀਆਂ ਹੋਣਗੀਆਂ, ਕਿਉਂਕਿ ਬਰਾਬਰ ਤੇ ਆਉਣਾ ਪੈਣਾ। ਸੰਧਾਲੀਆ ਸਾਹਿਬ ਸੁਖਾਲਾ ਤਾਂ ਨਹੀਂ ਹੈਗਾ, ਪਰ ਦੇਸ਼ ਦੇ ਲੋਕਾਂ ਲਈ ਸਭ ਕੁਝ ਸੁਖਾਲਾ ਵੀ ਹੁੰਦਾ ਜਦੋਂ ਲੋਕਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਕਰਨੇ। ਚਲੋ ਆਸ ਕਰਦੇ ਹਾਂ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।